ਦਰਬਾਰੇ ਖਾਲਸਾ ਦੇ YouTube ਚੈਨਲ ਤੇ ਜ਼ੂਮ ਰਾਹੀਂ ਜੁੜੇ ਸਾਰੇ ਵੀਰਾਂ ਦਾ ਅਸੀਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਆਪਾਂ ਇਹ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਹਰ ਰੋਜ਼ ਅਸੀਂ ਸਿਹਤ ਸੰਬੰਧੀ ਕਿਵੇਂ ਆਪਾਂ ਤੰਦਰੁਸਤ ਰਹਿ ਸਕੀਏ ਤੇ ਕਿਸ ਤਰ੍ਹਾਂ ਆਪਾਂ ਦਵਾਈਆਂ ਤੋਂ ਬਚ ਕੇ ਤੇ ਅਸੀਂ ਦਵਾਈਆਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ। ਇਹਦੇ ਲਈ ਸਾਡੇ ਨਾਲ ਇਹ ਜਾਣਕਾਰੀ ਦੇਣ ਲਈ ਰੋਜ਼ ਜੁੜਦੇ ਨੇ ਡਾਕਟਰ ਅਮਰ ਸਿੰਘ ਜੀ ਆਜ਼ਾਦ। ਤੇ ਸਾਰੇ ਵੀਰਾਂ ਨੂੰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੋ ਵੀ ਇਹ ਸਾਰੀ ਵੀਡੀਓ ਹੁੰਦੀ ਹੈ ਉਹ ਅਸੀਂ ਹਰ ਰੋਜ਼ ਆਪਣੇ YouTube ਚੈਨਲ ਦਰਬਾਰੇ ਖਾਲਸਾ ਦੇ ਉੱਪਰ ਅਪਲੋਡ ਕਰ ਦਿੰਦੇ ਹਾਂ। ਤਾਂ ਸਾਰੇ ਵੀਰ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਅੱਗੇ ਸ਼ੇਅਰ ਵੀ ਕਰ ਦੇਣ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਵਿੱਚ, ਤਾਂ ਕਿ ਸਾਰੇ ਜੋ ਇਹ ਆਪਾਂ ਉਪਰਾਲਾ ਕਰ ਰਹੇ ਹਾਂ ਇਹਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ। ਤਾਂ ਕਿ ਸਾਰੀਆਂ ਆਪਾਂ ਜਦੋਂ ਬਿਮਾਰੀਆਂ ਬਾਰੇ ਆਪਾਂ ਨੂੰ ਜਾਣਕਾਰੀ ਆ ਗਈ, ਉਹਨਾਂ ਦੇ ਇਲਾਜਾਂ ਬਾਰੇ ਜਾਣਕਾਰੀ ਆ ਗਈ, ਤਾਂ ਆਪਾਂ ਆਪਣੇ ਡਾਕਟਰ ਆਪਣੇ ਆਪ ਬਣ ਸਕਦੇ ਹਾਂ। ਤਾਂ ਹੁਣ ਜੋ ਆਪਾਂ ਵਿਸ਼ਾ ਸ਼ੁਰੂ ਕੀਤਾ ਸੀਗਾ ਸਾਹ ਪ੍ਰਣਾਲੀ ਬਾਰੇ ਤੇ ਸਾਹ ਪ੍ਰਣਾਲੀ ਦੇ ਜੋ ਰੋਗ ਨੇ ਉਹਨਾਂ ਬਾਰੇ, ਉਸੇ ਕੜੀ ਤਹਿਤ ਅੱਜ ਆਪਾਂ ਗੱਲ ਕਰਾਂਗੇ ਫੇਫੜਿਆਂ ਬਾਰੇ ਕਿ ਫੇਫੜੇ ਕਿਵੇਂ ਕੰਮ ਕਰਦੇ ਆ ਤੇ ਉਹਨਾਂ ਦੇ ਵਿੱਚ ਕੀ ਕੀ ਪ੍ਰੋਬਲਮਸ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਾਂ ਇਲਾਜ ਉਹਨਾਂ ਦਾ ਕਿਵੇਂ ਕਰ ਸਕਦੇ। ਤਾਂ ਇਹ ਸਾਰੀ ਜਾਣਕਾਰੀ ਲਈ ਮੈਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਇਹਦੇ ਬਾਰੇ ਸਾਨੂੰ ਜਾਣਕਾਰੀ ਦੇਣ ਜੀ। ਹਾਂਜੀ ਡਾਕਟਰ ਸਾਹਿਬ ਜੀ। ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਪਿਛਲੇ ਦੋ ਜਿਹੜੇ ਸੈਸ਼ਨ ਸੀਗੇ ਉਹ ਤਾਂ ਖੇਤੀ ਦੇ ਲਾਏ, ਉਸ ਤੋਂ ਪਿਛਲੇ ਦੋ ਸੈਸ਼ਨਾਂ 'ਚ ਆਪਾਂ ਨੇ ਸਾਹ ਪ੍ਰਣਾਲੀ ਦੀਆਂ ਬਿਮਾਰੀਆਂ ਦੀ ਗੱਲ ਸ਼ੁਰੂ ਕੀਤੀ ਸੀ। ਕਿਉਂਕਿ ਸਾਹ ਪ੍ਰਣਾਲੀ ਜਿਹੜੀ ਹੈ ਸਰੀਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਣਾਲੀ ਹੈ। ਸਾਹ ਪ੍ਰਣਾਲੀ ਦੇ ਉੱਪਰ ਸਾਡਾ ਜਿਉਣਾ ਜਿਹੜਾ ਹੈ ਉਹ ਨਿਰਭਰ ਹੈ। ਇਹਨੂੰ ਆਪਾਂ ਅੰਗਰੇਜ਼ੀ 'ਚ ਵਾਈਟਲ ਆਰਗਨਸ ਕਹਿੰਦੇ ਹਾਂ। ਵਾਈਟਲ ਦਾ ਮਤਲਬ ਜਿਹਦੇ ਬਿਨਾਂ ਅਸੀਂ ਇੱਕ ਪਲ ਵੀ ਜਿਉਣ ਤੇ ਨਹੀਂ ਰਹਿ ਸਕਦੇ। ਸਾਹ ਪ੍ਰਣਾਲੀ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਜਿਹੜੀ ਹੈ ਨਾ, ਮੈਂ ਸਮਝਦਾ ਕਿ ਸਾਰੇ ਦੋਸਤਾਂ ਨੂੰ ਜਿਹੜੀ ਹਰ ਵਕਤ ਸਿਹਤ ਦੀ ਗੱਲ ਕਰਦੇ ਹੋਏ ਇੱਕ ਪੱਲੇ ਬੰਨ੍ਹ ਕੇ ਰੱਖਣ ਦੀ ਲੋੜ ਹੁੰਦੀ ਹੈ। ਉਹ ਹੁੰਦੀ ਹੈ ਕਿ ਸਾਡਾ ਸਰੀਰ ਕੋਈ ਖੜੀ ਹੋਈ ਚੀਜ਼ ਨਹੀਂ ਹੈ, ਇੱਕ ਫਿਕਸ ਜੀ ਚੀਜ਼ ਨਹੀਂ ਹੈ ਕੋਈ ਜੇ ਬਣ ਗਿਆ ਤੇ ਹੁਣ ਬਸ ਇਹਨੇ ਚੱਲਣਾ ਹੀ ਹੈ। ਇੱਦਾਂ ਨਹੀਂ ਹੈ ਸਰੀਰ ਦੀ ਰਚਨਾ ਇੱਦਾਂ ਦੀ ਨਹੀਂ ਹੈ। ਸਰੀਰ ਦੀ ਰਚਨਾ ਜਿਹੜੀ ਹੈ ਉਹ ਥੋੜ੍ਹੀ ਜਿਹੀ ਮੈਂ 2 ਮਿੰਟ ਲਾ ਕੇ ਤੁਹਾਨੂੰ ਦੱਸਦਾ। ਉਹ ਗੱਲ ਯਾਦ ਰੱਖਣੀ ਹਰ ਵੇਲੇ ਜ਼ਰੂਰੀ ਹੈ। ਸਿਹਤ ਦੀ ਗੱਲ ਕਰਦੇ ਹਰ ਵੇਲੇ ਕੋਈ ਕਿਸੇ ਵਿਸ਼ੇ ਤੇ ਗੱਲ ਕਰ ਰਹੇ ਆਪਾਂ ਸਿਹਤ ਦੇ ਉਸ ਗੱਲ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਰੀਰ ਜਿਹੜਾ ਹੈ, ਜਦੋਂ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਮੂਲ ਤੋਂ ਕੁਦਰਤ ਪੈਦਾ ਹੋਈ ਤੇ ਕੁਦਰਤ ਦੇ ਅਸੀਂ ਗਾਂ ਇੱਕ ਹਿੱਸਾ ਹਾਂ। ਸੋ ਅਸੀਂ ਵਿਅਕਤੀਗਤ ਤੌਰ ਤੇ ਅਸੀਂ ਲੱਗਦੇ ਹਾਂ, ਸਾਡਾ ਨਾਂ ਹੈ, ਸਾਡੀ ਈਗੋ ਹੈ, ਸਾਡਾ ਮਾਮਾ ਬਾਪ ਹੈ, ਸਾਡਾ ਪਿੰਡ ਹੈ, ਸਾਡਾ ਸ਼ਹਿਰ ਹੈ, ਉਹ ਅਲੱਗ ਚੀਜ਼ਾਂ ਨੇ। ਲੇਕਿਨ ਉਹ ਸਾਰਾ ਕੁਛ ਜਿਹੜਾ ਹੈ ਉਹ ਬਹੁਤ ਹੀ ਬਾਹਰੀ ਹੈ, ਸਤਹੀ ਹੈ। ਗਹਿਰੇ 'ਚ ਅਸੀਂ ਆਪਣੇ ਆਲੇ ਦੁਆਲੇ ਵਸਦੀ ਕੁਦਰਤ ਦੇ ਨਾਲ ਜੁੜੇ ਹੋਏ ਹਾਂ। ਹਰ ਪਲ ਸਾਡੇ ਕੋਲ ਇਹੋ ਜਿਹੀ ਕੋਈ ਸਮਰੱਥਾ ਨਹੀਂ ਕਿ ਅਸੀਂ ਕੁਦਰਤ ਨਾਲ ਟੁੱਟ ਕੇ ਸਾਡੀ ਕੋਈ ਆਜ਼ਾਦ ਹੈਸੀਅਤ ਹੋਵੇ। ਔਰ ਉਹਦੀ ਕੁਦਰਤ ਨਾਲ ਲਗਾਤਾਰ ਸਾਡਾ ਲੈਣ ਦੇਣ ਚੱਲਦਾ ਰਹਿੰਦਾ ਲਗਾਤਾਰ। ਔਰ ਉਹ ਸਾਰੇ ਲੈਣ ਦੇਣ ਦੇ ਅੰਦਰ ਸਾਨੂੰ ਏਦਾਂ ਦੀ ਰਚਨਾ ਪਰਮਾਤਮਾ ਨੇ ਕੀਤੀ ਹੈ, ਕੁਦਰਤ ਨੇ ਕੀਤੀ ਹੈ ਕਿ ਉਹਦੇ ਅੰਦਰ ਲਗਾਤਾਰ ਨਵੀਨੀਕਰਨ ਹੁੰਦਾ ਰਹਿੰਦਾ। ਜਿਹਨੂੰ ਕਹਿੰਦੇ ਅਸੀਂ ਹਰ ਪਲ ਨਵੇਂ ਬਣਦੇ ਰਹਿੰਦੇ ਹਾਂ। ਤਾਂ ਹੀ ਚੱਲਦਾ ਸਰੀਰ। ਜੇ ਉਹ ਬਣਨਾ ਬੰਦ ਹੋ ਜਾਵੇ ਜਾਂ ਬਣਨਾ ਕਮਜ਼ੋਰ ਹੋ ਜਾਵੇ ਤਾਂ ਨਾਲ ਦੀ ਨਾਲ ਮੌਤ ਸ਼ੁਰੂ ਹੋ ਜਾਂਦੀ ਹੈ। ਬਸ ਆਹੀ ਇੱਥੇ ਸਿਹਤ ਖੜੀ ਹੈ ਕਿ ਸਾਡੇ ਸਰੀਰ ਦੇ ਅੰਦਰ ਅਸੀਂ ਜਿਵੇਂ ਆਪਾਂ ਗੱਲ ਕੀਤੀ ਸੀ ਕਿ 1 ਕਰੋੜ ਸੈੱਲਾਂ ਦੇ ਬਣੇ ਆ ਤੇ 10 ਕਰੋੜ ਸਾਡੇ ਦੋਸਤ ਬੈਠੇ ਆ। ਉਹ ਵਾਇਰਸ ਨੂੰ ਛੱਡ ਦਿਓ, ਅਜੇ ਵਾਇਰਸ ਦੋਸਤ ਵੀ ਜ਼ਿਆਦਾ ਨੇ। ਕੋਈ ਵਾਇਰਸ ਦੀ ਫੰਕਸ਼ਨਿੰਗ ਬਾਰੇ ਬਹੁਤ ਜ਼ਿਆਦਾ ਅਜੇ ਵਿਗਿਆਨ ਨੂੰ ਕਲੀਅਰ ਨਹੀਂ ਹੈ, ਥੋੜ੍ਹਾ ਬਹੁਤ ਕਲੀਅਰ ਹੈ। ਲੇਕਿਨ ਉਹਦੇ 'ਚ ਮੋਟਾ ਜਿਹਾ ਉਹੀ ਹੈ ਜਿੱਦਾਂ ਦਾ ਰੋਲ ਬੈਕਟੀਰੀਆ ਪਲੇ ਕਰਦੇ ਨੇ, ਸਿਮਿਲਰ ਦੇ ਰੋਲ ਜਿਹੜੇ ਵਾਇਰਸ ਵੀ ਪਲੇ ਕਰਦੀਆਂ ਨੇ, ਉਹ ਵੀ ਸਾਡੀਆਂ ਦੋਸਤ ਨੇ, ਉਹ ਸਾਡੇ ਸਰੀਰ ਦਾ ਹਿੱਸਾ ਨੇ। ਅਸੀਂ ਇੱਕ ਨਹੀਂ ਹਾਂ, ਅਸੀਂ ਇੱਕ ਦੇ ਅੱਗੇ 1 ਕਰੋੜ ਸੈੱਲ ਆ, 10 ਕਰੋੜ ਬੈਕਟੀਰੀਆ, ਤੇ ਉਸ ਤੋਂ 5-6 ਗੁਣਾ ਜਾਂ ਤੋਂ ਲੈ ਕੇ 100 ਗੁਣਾ ਤੱਕ ਵਾਇਰਸਿਸ ਹੈ। ਇਹ ਸਾਰਾ ਜਿਹੜਾ ਚੱਲਦਾ ਹੈ ਉਹਦਾ ਆਪਸ 'ਚ ਬਹੁਤ ਗਹਿਰਾ ਤਾਲਮੇਲ ਹੈ। ਔਰ ਉਹ ਗਹਿਰਾ ਤਾਲਮੇਲ ਕੋਈ ਇਹ ਨਹੀਂ ਵੀ ਇੱਕ ਵਾਰੀ ਬਣ ਗਿਆ ਤੇ ਮੁੜ ਕੇ ਬਣਿਆ ਹੀ ਰਹੇਗਾ, ਏਦਾਂ ਨਹੀਂ ਹੈ।
ਉਹ ਲਗਾਤਾਰ ਬਣਾ ਕੇ ਰੱਖਣਾ ਪੈਂਦਾ ਦਾ ਮਤਲਬ ਉਹ ਅਸੀਂ ਨਹੀਂ ਰੱਖਣਾ, ਕੁਦਰਤ ਬਣਾ ਕੇ ਰੱਖ ਰਹੀ ਉਹਨੂੰ, ਅਸੀਂ ਥੋੜਾ ਜਿਹਾ ਉਹਦੇ ਮਦਦ ਕਰਨੀ ਹੈ। ਜਿਸ ਨੂੰ ਕੁਦਰਤ ਦੀ ਭਾਸ਼ਾ ਉਹ ਆਉਂਦੀ ਹੋਏਗੀ, ਕੁਦਰਤ ਦੀ ਉਹ ਜਿਹਨੂੰ ਕਹਿੰਦੇ ਮਨਸ਼ਾ ਔਰ ਜਿਹੜੀ ਰਚਨਾ ਹੈ ਉਹਦੀ ਅਗਰ ਸਮਝ ਹੋਏਗੀ ਤਾਂ ਅਸੀਂ ਕੁਦਰਤ ਦੇ ਨਾਲ ਸਹਾਈ ਹੋ ਕੇ ਆਪਣੇ ਆਪ ਨੂੰ ਵੀ ਸਿਹਤਮੰਦ ਰੱਖਾਂਗੇ ਤੇ ਕੁਦਰਤ ਨੂੰ ਡਿਸਟਰਬ ਵੀ ਨਹੀਂ ਕਰਾਂਗੇ। ਲੇਕਿਨ ਜੇ ਅਸੀਂ ਉਦੋਂ ਚੇਤਨ ਨਹੀਂ ਹਾਂ ਕੁਦਰਤ ਦੀ ਭਾਸ਼ਾ ਤੋਂ, ਕੁਦਰਤ ਦੇ ਰੰਗਾਂ ਢੰਗਾਂ ਤੋਂ, ਤਾਂ ਅਸੀਂ ਕੀ ਕਰਾਂਗੇ? ਬੇਵਕੂਫੀਆਂ ਕਰਾਂਗੇ, ਆਪਣੇ ਆਪ ਨੂੰ ਵੀ ਬਿਮਾਰ ਕਰਾਂਗੇ ਔਰ ਕੁਦਰਤ ਨੂੰ ਵੀ ਡਿਸਟਰਬ ਕਰਾਂਗੇ, ਕਿਉਂਕਿ ਕੁਦਰਤ ਸਾਡੇ ਨਾਲ ਜੁੜੀ ਹੋਈ ਹੈ, ਅਸੀਂ ਕੁਦਰਤ ਨਾਲ ਜੁੜੇ ਹੋਏ ਹਾਂ। ਸਾਡੀ ਕੋਈ ਵੀ ਜਿਹੜੀ ਕਾਰਵਾਈ ਹੈ, ਮਨੁੱਖ ਇਹੋ ਜਿਹਾ ਪ੍ਰਾਣੀ ਹੈ ਜਿਹਨੂੰ ਪ੍ਰਮਾਤਮਾ ਨੇ ਆਜ਼ਾਦੀ ਦਿੱਤੀ ਹੈ ਆਮ ਜਾਨਵਰ ਤੋਂ ਬਹੁਤ ਕੁਝ ਜ਼ਿਆਦਾ ਕਰਨ ਦੀ। ਉਹਦੇ ਕੋਲ ਕਿਰਤ ਕਰਨ ਵਾਲੇ ਹੱਥ ਦਿੱਤੇ ਹੈ, ਸੋਚਣ ਲਈ ਦਿਮਾਗ ਜਿਹੜਾ ਉਹਦਾ ਉੱਨਤ ਕਰਤਾ ਕਿ ਉਹ ਤੂੰ ਆਪਣੇ ਹਿਸਾਬ ਨਾਲ ਚੱਲ ਸਕਦਾ, ਜੋ ਪ੍ਰਮਾਤਮਾ ਕਰਦਾ ਉਹ ਕੰਮ ਤੂੰ ਵੀ ਕਰ ਸਕਦਾ। ਅੱਛਾ, ਉਹਦੇ 'ਚ ਕੀ ਅਸੀਂ ਬੇਵਕੂਫੀਆਂ ਕਰਦੇ ਹਾਂ? ਫਿਰ ਬਹੁਤ ਹੀ ਅਸੀਂ ਅਣਜਾਣਪੁਣੇ 'ਚ ਕੁਦਰਤ ਦੀ ਭਾਸ਼ਾ ਨਹੀਂ ਸਮਝਦੇ, ਪ੍ਰਮਾਤਮਾ ਦੀ ਭਾਸ਼ਾ ਨਹੀਂ ਸਮਝਦੇ, ਉਹਦੇ ਨਾਲ ਜੁੜ ਕੇ ਨਹੀਂ ਰਹਿੰਦੇ। ਉਹਦੇ ਨਾਲ ਕੀ ਹੁੰਦਾ ਕਿ ਅਸੀਂ ਆਪ, ਜਿਹਨੂੰ ਕਹਿੰਦੇ ਆਪ ਮੁਹਾਰਾਪਨ, ਅਸੀਂ ਸਮਝਦੇ ਮੈਂ ਹੀ ਹਾਂ, ਜੋ ਮਰਜ਼ੀ ਕਰਾਂ ਮੈਂ, ਮੇਰੀ ਮਰਜ਼ੀ। ਏਦਾਂ ਨਹੀਂ ਹੈ, ਏਦਾਂ ਦੀ ਰਚਨਾ ਨਹੀਂ ਹੈ, ਰਚਨਾ ਏਦਾਂ ਦੀ ਨਹੀਂ ਹੈ। ਰਚਨਾ ਦੇ ਸੋ ਇਸ ਗੱਲ ਨੂੰ ਬਹੁਤ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਹਰ ਪਲ ਸਾਡੇ ਅੰਦਰ 50 ਕਿਸਮ ਦੀਆਂ ਇਹੋ ਜਿਹੀਆਂ ਚੀਜ਼ਾਂ ਜਾਂਦੀਆਂ ਨੇ ਜਿਹਨੂੰ ਸਰੀਰ ਨੂੰ ਬਾਹਰ ਕੱਢਣਾ ਪੈਂਦਾ, ਜਾਂ ਉਹਦੇ ਨਾਲ ਜਿਹਨੂੰ ਕੋਈ ਨਾ ਕੁਛ ਕਰਨਾ ਪੈਂਦਾ ਤਾਂ ਸਰੀਰ ਚੱਲਦਾ ਰਹਿੰਦਾ। ਸਾਡੇ ਤੋਂ ਧੂੜ ਜਾਂਦੀ ਹੈ, ਮਿੱਟੀ ਜਾਂਦੀ ਹੈ, ਜ਼ਹਿਰੀਲੇ ਪਦਾਰਥ ਜਾਂਦੇ ਆ, ਬਹੁਤ ਸਾਰੇ ਕੀਟਾਣੂ ਜਾਂਦੇ ਆ, ਵਾਇਰਸ ਜਾਂਦੀਆਂ ਨੇ, ਬੈਕਟੀਰੀਆ ਜਾਂਦੇ, ਕਿੰਨਾ ਕੁਛ ਜਿਹੜਾ ਗੈਸਾਂ ਨੇ, ਕਿੰਨਾ ਕੁਛ ਇਹੋ ਜਿਹਾ, ਕਿੰਨੇ ਅਸੀਂ ਤਰਾਓ ਚ ਰਹਿੰਦੇ ਹਾਂ, ਕਿੰਨੇ ਅਸੀਂ ਉੱਠੇ ਸਿੱਧੇ ਸਾਨੂੰ ਕੋਈ ਗਾਲ ਕੱਢ ਰਿਹਾ, ਕੋਈ ਸਾਥੋਂ ਅਸੀਂ ਕਿਸੇ ਨੂੰ ਕੱਢ ਰਹੇ ਹਾਂ, ਸਾਡਾ ਝਗੜਾ ਚੱਲ ਰਿਹਾ, ਉਹ ਅਲੱਗ ਚੀਜ਼ਾਂ ਨੇ। ਇਦਾਂ ਦਾ ਸਾਰਾ ਵਰਤਾਰਾ, ਭੋਜਨ ਖਾਣੇ ਉਹਨੂੰ ਹਜਮ ਕਰਨਾ, ਭੋਜਨ ਖਾ ਰਹੇ ਉਹਨੂੰ ਹਜਮ ਕਰਨਾ ਵੀ ਆਪਣੇ ਆਪ ਬਹੁਤ ਵੱਡਾ ਇੱਕ ਕੰਮ ਹੈ, ਤੇ ਉਹਨੂੰ ਹਜਮ ਕਰਕੇ ਫਿਰ ਆਪਣੇ ਸਰੀਰ ਦਾ ਹਿੱਸਾ ਬਣਾਉਣਾ। ਇਹ ਸਾਰੇ ਕੰਮ ਜਿਹੜੇ ਨੇ ਲਗਾਤਾਰ ਹੁੰਦੇ ਰਹਿੰਦੇ ਆ। ਲਗਾਤਾਰ ਕੁਦਰਤ ਨਾਲ ਸਾਨੂੰ ਇੱਕ ਬੈਲੈਂਸ, ਇੱਕ ਸੰਤੁਲਨ ਬਣਾ ਕੇ ਰੱਖਣਾ ਹੁੰਦਾ। ਇਸ ਕਰਕੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਜ਼ਰੂਰੀ ਹੈ ਕਿ ਸਰੀਰ ਕੋਈ ਵੀ ਫਿਕਸ ਚੀਜ਼ ਇੱਕ ਵਾਰੀ ਬਣ ਗਈ ਤੇ ਮੁੜ ਕੇ ਹੁਣ ਬਸ ਇਹ ਚੱਲ ਰਿਹਾ ਏਦਾਂ ਦਾ ਨਹੀਂ ਹੈ। ਇਹਨੂੰ ਹਰ ਟਾਈਮ ਇਹਦੇ ਅੰਦਰ ਹੀ ਆਪਾਂ ਸ਼ਕਤੀਆਂ ਦੀ ਗੱਲ ਕੀਤੀ ਸੀ, ਬ੍ਰਹਮਾ ਸ਼ਕਤੀ, ਵਿਸ਼ਨੂੰ ਸ਼ਕਤੀ ਔਰ ਸ਼ਿਵ ਸ਼ਕਤੀ, ਤਿੰਨੋਂ ਸ਼ਕਤੀਆਂ ਚੱਲਦੀਆਂ ਰਹਿੰਦੀਆਂ ਨੇ। ਬ੍ਰਹਮਾ ਤੇ ਵਿਸ਼ਨੂੰ ਸ਼ਕਤੀ ਜਦ ਤੱਕ ਭਾਰੂ ਰਹਿੰਦੀ ਹੈ ਅਸੀਂ ਸਿਹਤਮੰਦ ਹਾਂ। ਜਦੋਂ ਸ਼ਿਵ ਸ਼ਕਤੀ ਭਾਰੂ ਹੋਣ ਲੱਗ ਜਾਂਦੀ ਹੈ, ਜਦੋਂ ਅਸੀਂ ਕਮਜ਼ੋਰ ਹੋ ਜਾਂਦੇ ਹਾਂ ਆਪਣੀਆਂ ਬੇਵਕੂਫੀਆਂ ਕਰਕੇ, ਤਾਂ ਫਿਰ ਉਹ ਸ਼ਿਵ ਸ਼ਕਤੀ ਭਾਰੂ ਜਦੋਂ ਹੋਣ ਲੱਗਦੀ ਤਾਂ ਬਿਮਾਰੀਆਂ ਆ ਜਾਂਦੀਆਂ ਨੇ। ਬਿਮਾਰੀਆਂ ਅਲਟੀਮੇਟਲੀ ਫਿਰ ਮੌਤ ਬਣਦੀਆਂ ਨੇ। ਉਹ ਕੁਦਰਤ ਦਾ ਨਿਯਮ ਹੈ, ਇਹਦੇ 'ਚ ਅਸੀਂ ਇਹਨੂੰ ਬਦਲ ਨਹੀਂ ਸਕਦੇ, ਇਸ ਨਿਯਮ ਨੂੰ ਬਦਲ ਨਹੀਂ ਸਕਦੇ ਅਸੀਂ। ਸਾਡੇ ਕੋਲ ਕੋਈ ਪਾਵਰ ਇਦਾਂ ਦੀ ਨਹੀਂ ਕੁਦਰਤ ਨੇ ਦਿੱਤੀ, ਪ੍ਰਮਾਤਮਾ ਨੇ ਦਿੱਤੀ ਹੈ, ਤੁਸੀਂ ਇਸ ਨਿਯਮ ਨੂੰ ਵੀ ਬਦਲ ਲਓ। ਉਸ ਨਿਯਮਾਂ ਦੇ ਤਹਿਤ ਸਾਡੇ ਕੋਲ ਆਜ਼ਾਦੀ ਆ, ਜੋ ਆਜ਼ਾਦੀ ਵੀ ਪ੍ਰਮਾਤਮਾ ਨੇ ਦਿੱਤੀ ਉਸ ਨਿਯਮਾਂ ਦੇ ਤਹਿਤ ਚੱਲਦੇ ਹੋਏ, ਅਧੀਨ ਚੱਲਦੇ ਹੋਏ ਉਹ ਆਜ਼ਾਦੀ ਆ। ਇਹ ਗੱਲ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਘੱਟ ਤੋਂ ਘੱਟ ਗਲਤੀਆਂ ਕਰੀਏ ਤੇ ਜੇ ਅਸੀਂ ਘੱਟ ਤੋਂ ਘੱਟ ਗਲਤੀਆਂ ਕਰਾਂਗੇ, ਫਿਰ ਵੀ ਗਲਤੀਆਂ ਹੋਣਗੀਆਂ, ਇਹ ਨਹੀਂ ਫਿਰ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ 100% ਦੀ ਗਲਤੀ ਕਰਾਂਗੇ ਹੀ ਨਹੀਂ, ਇੱਦਾਂ ਨਹੀਂ ਹੁੰਦਾ। ਕਿਉਂਕਿ ਫਿਰ ਸਾਡਾ ਅਹਿਮ, ਸਾਡਾ ਘਮੰਡ, ਸਾਡੀ ਮੈਂ ਆਪਣਾ ਸਾਡਾ ਬੜਾ ਕੁਝ ਉਹਦੇ 'ਚ ਜਿਹੜਾ ਦਖਲਅੰਦਾਜ਼ੀ ਕਰਦਾ, ਉਹਦੇ ਨਾਲ ਅਸੀਂ ਗਲਤੀਆਂ ਕਰਦੇ ਹਾਂ ਤੇ ਫਿਰ ਉਹਦਾ ਖਾਮਿਆਜਾ ਭੁਗਤਦੇ ਹਾਂ, ਆਪ ਵੀ ਭੁਗਤਦੇ ਹਾਂ ਤੇ ਕੁਦਰਤ ਵੀ ਭੁਗਤਦੀ ਹੈ। ਤਾਂ ਇਸ ਗੱਲ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਤਾਂ ਆਪਾਂ ਜਦੋਂ ਸਾਹ ਪ੍ਰਣਾਲੀ ਦੀ ਗੱਲ ਕਰ ਰਹੇ ਸੀ ਤਾਂ ਆਪਾਂ ਸ਼ੁਰੂ ਕੀਤੀ ਸੀ ਕਿ ਜਿਹੜਾ ਸਾਡੀ ਸਾਹ ਪ੍ਰਣਾਲੀ ਹੈ ਇਹ ਉਲਟੇ ਦਰਖਤ ਵਾਂਗੂ ਹੈ। ਜਿਵੇਂ ਇੱਕ ਵੱਡਾ ਸਾਰਾ ਦਰਖਤ ਉਲਟਾ ਲਟਕਾਇਆ ਹੋਏ ਤੇ ਉਹਦੇ ਅੰਦਰ ਜਿਹੜਾ ਤਣਾ ਹੈ ਉਹ ਸਾਡੀ ਵਿੰਡ ਪਾਈਪ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸਾਹ ਦੀ ਨਾਲੀ ਹੈ। ਜਿਹੜੀਆਂ ਜੜ੍ਹਾਂ ਨੇ ਉਹ ਸਾਡੇ ਸਾਈਨਸਸ ਤੇ ਉਹ ਉੱਪਰ ਜਿਹੜੇ ਆਪਾਂ ਗੱਲ ਕੀਤੀ ਸੀ ਉਹ ਮੰਨ ਲਓ, ਤੇ ਅੱਗੇ ਫਿਰ ਵੱਡੀਆਂ ਟਹਿਣੀਆਂ, ਫਿਰ ਛੋਟੀਆਂ ਟਹਿਣੀਆਂ, ਫਿਰ ਛੋਟੀਆਂ ਕਰਦੇ ਹੀਰ ਤੇ ਪੱਤਾ ਹੈ, ਉਹ ਛੋਟਾ ਜਿਹਾ ਜਿਹੜਾ ਹੈ ਉਹਦੇ ਗੁਬਾਰਾ ਹੈ, ਅੰਤ 'ਚ ਗੁਬਾਰਾ ਹੈ। ਗੁਬਾਰੇ ਦੇ ਇੱਕ ਪਾਸੇ ਹਵਾ ਹੈ ਜਿਹਦੇ ਚੋਂ ਸਾਡੇ ਸਰੀਰ ਨੇ ਆਕਸੀਜਨ ਲੈਣੀ ਹੈ ਔਰ ਕਾਰਬਨ ਡਾਈਆਕਸਾਈਡ ਜਿਹੜੀ ਸਰੀਰ 'ਚ ਬਣੀ ਹੈ ਉਹ ਵਾਪਸ ਲੈ ਲੈਣੀ ਹੈ। ਤਾਂ ਦੋ ਚੀਜ਼ਾਂ ਦਾ ਐਕਸਚੇਂਜ ਹੋਣਾ, ਉੱਥੇ ਲੈਣ ਦੇਣ ਹੋਣਾ। ਇੱਕ ਪਾਸੇ ਖੂਨ ਹੈ, ਖੂਨ 'ਚੋਂ ਕਾਰਬਨ ਡਾਈਆਕਸਾਈਡ ਨਿਕਲ ਕੇ ਸਾਡੇ 'ਚ ਆ ਜਾਂਦੀ ਹੈ, ਹਵਾ 'ਚ ਆ ਜਾਂਦੀ ਹੈ, ਹਵਾ 'ਚੋਂ ਆਕਸੀਜਨ ਅੰਦਰ ਜਾ ਕੇ ਖੂਨ 'ਚ ਰਲ ਜਾਂਦੀ ਹੈ। ਉਹ ਫਿਰ ਖੂਨ ਜਿਹੜਾ ਉਹ ਆਕਸੀਜਨ ਲੈ ਕੇ ਹਰ ਸੈੱਲ ਤੱਕ ਜਾਂਦਾ ਹੈ। ਸੈੱਲ 'ਚ ਜਾ ਕੇ ਆਪਾਂ ਦੱਸਿਆ ਸੀ ਜਨਰੇਟਰ ਲੱਗੇ ਹੋਏ ਆ, ਗਲੂਕੋਸ ਆਉਂਦੀ ਖਾਣੇ ਰਾਹੀਂ, ਅੰਤੜੀਆਂ ਤੋਂ ਆਉਂਦੀ ਹੈ, ਤੇ ਉਹ ਫਿਰ ਰਲ ਕੇ ਊਰਜਾ ਬਣਦੀ ਤੇ ਊਰਜਾ ਦੇ ਸਿਰ ਤੇ ਸਾਡਾ ਜਿਹੜਾ ਸਾਰੀਆਂ ਪ੍ਰਕਿਰਿਆਵਾਂ ਚੱਲਦੀਆਂ ਨੇ, ਸਾਰਾ ਜਿਹੜਾ ਸਾਡਾ ਸਰੀਰ ਦਾ ਜਿਹੜਾ ਫੰਕਸ਼ਨਿੰਗ ਹੁੰਦੀ ਹੈ। ਤੇ ਉਹ ਸੀਗੀ ਰਚਨਾ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਕਿ ਜ਼ੁਕਾਮ ਦੀ। ਜ਼ੁਕਾਮ 'ਚ ਆਪਾਂ ਦੇਖਿਆ ਸੀ ਕਿ ਦੋ ਤਰ੍ਹਾਂ ਦਾ ਜ਼ੁਕਾਮ ਹੈ। ਇੱਕ ਤਾਂ ਹੈਗਾ ਜਿਹੜਾ ਇੱਕਦਮ ਹੁੰਦਾ, ਉਹ ਇੱਕਦਮ ਹੋਣ ਵਾਲੇ ਜ਼ੁਕਾਮ ਆਮ ਤੌਰ ਤੇ ਵਾਇਰਲ ਹੁੰਦੇ ਆ। ਬੱਚਿਆਂ 'ਚ ਕਈ ਵਾਰੀ ਬੈਕਟੀਰੀਆ ਕਰਕੇ ਵੀ ਹੋ ਜਾਂਦਾ ਗਲਾ ਖਰਾਬ, ਲੇਕਿਨ ਉਹਦੇ ਜ਼ੁਕਾਮ ਘੱਟ ਲੱਗਦਾ, ਪਾਣੀ ਘੱਟ ਵਗਦਾ, ਉਹ 'ਚ ਗਲਾ ਜ਼ਿਆਦਾ ਖਰਾਬ ਹੁੰਦਾ।
ਜਿਹੜੀ ਟੌਂਸਲਸ ਨੇ ਜਾਂ ਜਿਹੜਾ ਗਲਾ ਬੈਕਟੀਰੀਆ ਕਰਕੇ ਖਰਾਬ ਹੁੰਦਾ, ਉਹਦੇ 'ਚ ਜ਼ੁਕਾਮ ਨਹੀਂ ਆਉਣਾ ਲੱਗਦਾ। ਉਹ ਬਿਨਾਂ ਜ਼ੁਕਾਮ ਦੇ ਅਗਰ ਗਲਾ ਖਰਾਬ ਹੈ ਤਾਂ ਉਹਦੀ ਸੰਭਾਵਨਾ ਇਹ ਹੁੰਦੀ ਹੈ ਕਿ ਇਹ ਬੈਕਟੀਰੀਆ ਕਰਕੇ ਵੀ ਹੋ ਸਕਦਾ। ਟੌਂਸਲਸ ਬੱਚਿਆਂ 'ਚ ਆਮ ਹੁੰਦੇ ਆ, ਵੱਡਿਆਂ 'ਚ ਵੀ ਹੋ ਜਾਂਦੇ, ਬੱਚਿਆਂ 'ਚ ਆਮ ਹੁੰਦੇ ਆ। ਉਹ ਜਿਹੜਾ ਜ਼ੁਕਾਮ ਵਾਲਾ ਜਿਹੜਾ ਹੈ, ਜਿਸ 'ਚ ਪਾਣੀ ਵਗਦਾ, ਛਿੱਕਾਂ ਆਉਂਦੀਆਂ ਨੇ ਤੇ ਉਹ ਖਰਖਰੀ ਜੀ ਜ਼ਿਆਦਾ ਹੁੰਦੀ ਹੈ ਗਲੇ 'ਚ, ਇਹ ਸਾਰਾ ਵਾਇਰਲ ਹੁੰਦੇ ਵਾਇਰਸਿਸ ਕਰਕੇ ਹੁੰਦਾ। ਜਿਹੜੀਆਂ ਸਾਹ ਪ੍ਰਣਾਲੀ ਦੀਆਂ ਵਾਇਰਸਿਸ ਨੇ ਉਹ ਕਰਦੀਆਂ ਨੇ। ਪਰ ਉਹਨਾਂ ਵਾਇਰਸਿਸ ਦੀ ਗਿਣਤੀ ਘੱਟੋ ਘੱਟ 100 ਦੇ ਨੇੜੇ ਵਾਇਰਸਿਸ ਨੇ, ਜਿਹਦੇ 'ਚੋਂ ਅੱਜ ਕੱਲ੍ਹ ਜਿਹੜਾ ਇੱਕ ਕਰੋਨਾ ਵਾਲੀ ਜਿਹੜੀ ਵਾਇਰਸ ਹੈ। ਤਾਂ ਇਹ ਜਿਹੜੀਆਂ ਵਾਇਰਸਿਸ ਨੇ ਇਕੱਲਾ ਜ਼ੁਕਾਮ ਨਹੀਂ ਕਰਦੀਆਂ, ਬਹੁਤੇ ਲੋਕਾਂ 'ਚ ਜ਼ੁਕਾਮ ਹੀ ਕਰਦੀਆਂ ਨੇ, ਬਹੁਤੇ ਜ਼ੁਕਾਮ ਹੀ ਕਰਦੀਆਂ ਨੇ। ਯਾਨੀ ਉਹਦਾ ਮੋਟਾ ਫਿਗਰ ਜਿਹੜੀ ਹੈ ਉਹ ਸਾਇੰਸ ਨੇ ਕੱਢੀ ਹੋਈ ਹੈ ਕਿ 80% ਜਿਹੜੇ ਲੋਕ ਨੇ, ਮੰਨ ਲਓ ਵਾਇਰਸ ਮਤਲਬ ਮੋਟੀ ਫਿਗਰ ਹੈ, ਇਹ ਹਰ ਸਾਲ ਟੂ ਸਾਲ ਬਦਲਦੀ ਰਹਿੰਦੀ ਹੈ, ਉਹਦੇ ਨੇੜੇ ਤੇ ਹੀ ਰਹਿੰਦੀ ਹੈ। ਕਿ ਮੰਨ ਲਓ 1000 ਬੰਦਾ ਕਿਸੇ ਪਿੰਡ 'ਚ, 1000 ਬੰਦੇ 'ਚੋਂ ਜਦੋਂ ਵਾਇਰਸ ਆਏਗੀ, ਮੌਸਮੀ ਹੁੰਦੀਆਂ ਨੇ ਵਾਇਰਸ, ਬਹੁਤ ਵਾਰੀ ਸਰਦੀਆਂ 'ਚ ਆਉਂਦੀਆਂ ਨੇ। ਜਦੋਂ ਸਰਦੀ ਸ਼ੁਰੂ ਹੋਣ ਲੱਗਦੀ ਸ਼ੁਰੂ ਹੋ ਜਾਂਦੀਆਂ ਨੇ, ਤੇ ਸਰਦੀ ਭਰ ਚੱਲਦੀਆਂ ਨੇ, ਤੇ ਜਦੋਂ ਗਰਮੀ ਆ ਜਾਂਦੀ ਤਾਂ ਫਿਰ ਵਾਇਰਸ ਥੋੜ੍ਹੀ ਕਮਜ਼ੋਰ ਹੋ ਜਾਂਦੀਆਂ ਨੇ। ਤੇ ਇਸ ਕਰਕੇ ਹੁੰਦਾ ਹੋ ਜਾਂਦੀਆਂ ਫਿਰ ਵੀ, ਲੇਕਿਨ ਬਹੁਤ ਘੱਟ ਹੁੰਦੀਆਂ ਨੇ। 1000 ਬੰਦੇ ਦੇ ਪਿੰਡ 'ਚੋਂ 100 ਤੋਂ ਲੈ ਕੇ 150 ਬੰਦਾ ਜਿਹੜਾ ਉਹਨੂੰ ਅਲਾਮਤਾਂ ਆਉਣਗੀਆਂ। 10% ਜਾਂ ਵੱਧ 15%, ਬਹੁਤ ਹੀ ਮਾਰੂ ਵਾਇਰਸ ਹੋਊਗੀ ਤਾਂ 20%, ਬਸ ਜਿਹੜਾ ਪੁਰਾਣਾ ਰਿਕਾਰਡ ਹੈ। ਇੱਕ ਤੇ ਇੱਥੇ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਵਾਇਰਸਿਸ ਨੇ, ਇਹਨੂੰ ਫਲਾਣੀ ਨਵੀਂ ਹੈ ਤੇ ਫਲਾਣੀ ਪੁਰਾਣੀ ਹੈ, ਐਸਾ ਜਿਹੜੀ ਸ਼ਬਦਾਵਲੀ ਕੋਵਿਡ ਨਵੀਂ ਵਾਇਰਸ ਹੈ। ਤਾਂ ਨਵੀਂ ਵਾਇਰਸ ਨਹੀਂ ਹੋ ਸਕਦੀ ਕੋਈ ਵੀ, ਕਿਉਂਕਿ ਕਰੋੜਾਂ ਸਾਲਾਂ ਤੋਂ, ਬਿਲੀਅਨਸ ਆਫ ਈਅਰਸ ਤੋਂ ਜਿਹੜੀ ਵਾਇਰਸਿਸ ਦੇ ਨਾਲ, ਵਾਇਰਸਿਸ ਜੋ ਜੀਵਨ ਪੈਦਾ ਹੋਇਆ, ਪੂਰੇ ਜੀਵਨ ਦਾ ਅਸੀਂ ਇੱਕ ਹਿੱਸਾ ਹਾਂ। ਤੇ ਇਸ ਕਰਕੇ ਉਹਨਾਂ ਵਾਇਰਸਿਸ ਨਾਲ ਅਸੀਂ, ਉਹਨਾਂ ਵਾਇਰਸਿਸ ਜੋ ਜੰਮੇ ਪਲੇ ਹਾਂ, ਉਹ ਵਾਇਰਸਿਸ ਸਾਡਾ ਹਿੱਸਾ ਨੇ। ਨੋਵਲ ਨਵੀਂ ਨਾਂ ਦੀ ਕੋਈ ਵਾਇਰਸ ਨਹੀਂ ਹੋ ਸਕਦੀ, ਕਿਉਂਕਿ ਕਰੋੜਾਂ ਸਾਲਾਂ ਤੋਂ ਇਹੀ ਚੱਲਦਾ ਆ ਰਿਹਾ। ਨਵੀਂ ਵਾਇਰਸ ਇੱਕੋ ਹੀ ਹੋ ਸਕਦੀ ਹੈ ਜੇ ਉਹਨੂੰ ਲੈਬੋਰਟਰੀ 'ਚ ਕਿਸੇ ਨੇ ਉਹਦੇ ਨਾਲ ਛੇੜਛਾੜ ਕੀਤੀ ਹੈ। ਤਾਂ ਜੇ ਲੈਬ 'ਚ ਕਰਕੇ ਉਹਦੇ ਨਾਲ ਕਿਸੇ ਵਿਗਿਆਨੀ, ਅੱਜ ਕੱਲ੍ਹ ਛੇੜਛਾੜ ਵਾਲੀ ਵਿਗਿਆਨ ਜਿਹੜਾ ਇਹਨਾਂ ਨੇ ਪੜ੍ਹ ਲਿਆ, ਉਹਨੂੰ ਸਮਝ ਆ ਗਈ ਕਿ ਵਾਇਰਸ ਨਾਲ ਛੇੜਛਾੜ ਕਰਕੇ ਤੁਸੀਂ ਵਾਇਰਸ ਨੂੰ ਕਮਜ਼ੋਰ ਵੀ ਕਰ ਸਕਦੇ ਹੋ ਤੇ ਵਾਇਰਸ ਨੂੰ ਹੋਰ ਖਤਰਨਾਕ ਵੀ ਕਰ ਸਕਦੇ ਹੋ। ਦੋਨੋਂ ਕੰਮ ਕਰ ਸਕਦੇ ਹੋ। ਵਾਇਰਸ ਨੂੰ ਕਮਜ਼ੋਰ ਕਰਕੇ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਟੀਕਾਕਰਨ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਵਾਇਰਸ ਨੂੰ ਸਟਰੋਂਗ ਕਰਕੇ ਇੱਕ ਵਾਰ ਵੈਪਨ, ਬਾਇਓ ਵੈਪਨ, ਕਿ ਉਹਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਕਿ ਜਿਹੜਾ ਕੰਟਰੀ ਸਾਡੀ ਦਾਦਾਗਿਰੀ ਨਹੀਂ ਮੰਨਦਾ, ਬਸ ਹੀ ਨਹੀਂ ਮੰਨਦਾ, ਉਹਨੂੰ ਸਜ਼ਾ ਦੇ ਤੌਰ ਤੇ ਵੀ ਅਸੀਂ ਕੋਈ ਬਿਮਾਰੀ ਦੇ ਸਕੀਏ। ਤਾਂ ਇਹ ਦੋਨੋਂ ਲੈਬੋਰਟਰੀ 'ਚ ਪੋਸੀਬਲ ਨੇ, ਸੰਭਵ ਨੇ। ਕਿ ਜੇ ਲੈਬ ਮੇਡ ਵਾਇਰਸ ਹੈ ਤਾਂ ਲੈਬ ਮੇਡ ਵਾਇਰਸ ਟੀਕਾ ਵੀ ਬਣ ਸਕਦਾ, ਉਹਦਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਤਾਂ ਦੂਜਾ ਕੰਮ ਹੈ ਕਿ ਉਹਨੂੰ ਸਟਰੋਂਗ ਕਰਕੇ ਤੇ ਇਹਨੂੰ ਇੰਨਾ ਮਾਰੂ ਕੀਤਾ ਜਾ ਸਕਦਾ ਵੀ ਕਿਸੇ ਪਾਰਟੀਕੂਲਰ ਕਮਿਊਨਿਟੀ ਨੂੰ, ਪਾਰਟੀਕੂਲਰ ਦੇਸ਼ ਨੂੰ ਨੁਕਸਾਨ ਕਰਨਾ ਹੋਵੇ। ਔਰ ਕੱਲਾ ਨੁਕਸਾਨ ਨਹੀਂ, ਉਹਦੇ ਅੰਦਰ ਇੱਦਾਂ ਦੀਆਂ ਵਾਇਰਸਿਸ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਕਾਮਯਾਬ ਹੋ ਗਏ ਆ ਕਿ ਤੁਸੀਂ ਮਰੋਗੇ ਨਹੀਂ। ਤੁਹਾਨੂੰ ਅਗਰ ਉਹ ਵਾਇਰਸ ਲੱਗ ਗਈ ਤਾਂ ਤੁਸੀਂ ਔਲ ਬੋਲੇ ਜਿਹੇ ਹੋ ਜਾਓਗੇ। ਤੁਸੀਂ ਦੇਖਣ ਨੂੰ ਠੀਕ ਠਾਕ ਲੱਗੋਗੇ, ਤੁਰੇ ਫਿਰਦੇ ਹੋ, ਕੰਮ ਆਪਣਾ ਮੋਟਾ ਕਰੀ ਜਾਂਦੇ ਹੋ, ਲੇਕਿਨ ਬਰੀਕੀ ਵਾਲੀ ਸਮਝ ਜਿਹੜੀ ਤੁਹਾਡੀ ਹੈ, ਬਰੀਕੀ ਵਾਲੀ ਜਿਹੜੀ ਮਨੁੱਖ ਦੀ ਜਿਹੜੀ ਪਹਿਚਾਣ ਹੈ ਕਿ ਉਹਦੇ ਅੰਦਰ ਇੱਕ ਸੋਝ ਹੈ, ਉਹ ਸੱਭਿਅਕ ਮਨੁੱਖ ਹੈ, ਉਹਦੇ 'ਚ ਕਲਾ ਹੈ, ਉਹਦੇ 'ਚ ਸੋਚਣ ਸ਼ਕਤੀ ਹੈ, ਉਹਦੇ 'ਚ ਪ੍ਰੇਮ ਹੈ, ਉਹਦੇ 'ਚ ਨਫ਼ਰਤ ਹੈ, ਉਹ ਜਿਹੜੀਆਂ ਸੂਖਸ਼ਮ ਦੀਆਂ ਜਿਹੜੀਆਂ ਮਨੁੱਖੀ ਗੁਣ ਨੇ ਉਹ ਖਤਮ ਹੋ ਜਾਣਗੇ। ਉਹ ਬੰਦਾ ਦੇਖਣ ਨੂੰ ਠੀਕ ਠਾਕ ਲੱਗੇਗਾ, ਖਾਂਦਾ ਪੀਂਦਾ ਕੰਮ ਮੋਟੇ ਕਰੀ ਜਾਂਦਾ, ਲੇਕਿਨ ਬਰੀਕੀ ਵਾਲਾ ਕੰਮ ਨਹੀਂ ਕਰ ਸਕਦਾ। ਮੈਥਮੈਟਿਕਸ ਨਹੀਂ ਪੜ੍ਹ ਸਕੇਗਾ, ਭਾਸ਼ਾ ਨਹੀਂ ਸਿੱਖ ਸਕੇਗਾ ਬਹੁਤ ਹੀ ਵਧੀਆ, ਕੋਈ ਜਿਹੜਾ ਸੋਚਣ ਵਾਲਾ ਇੰਟੈਲੈਕਚੁਅਲ ਕੰਮ ਹੈ, ਬੁੱਧੀ ਵਾਲਾ ਕੰਮ ਹੈ, ਉਹ ਵਧੀਆ ਨਹੀਂ ਕਰ ਸਕਦਾ। ਇਹੋ ਜਿਹੀਆਂ ਵਾਇਰਸਿਸ ਵੀ ਇਹਨਾਂ ਨੇ ਬਣਾ ਲਈਆਂ ਹੋਈਆਂ ਨੇ। ਇਸ ਕਿਸਮ ਦਾ ਵਰਤਾਰਾ ਜਿਹੜਾ ਉਹਦੇ 'ਚ, ਜਿਹੜੀ ਮੈਂ ਇਸ ਕਰਕੇ ਰੈਫਰੈਂਸ ਦਿੱਤੀ ਇਹਦੀ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਟੀਕਾਕਰਨ ਦਾ ਮਸਲਾ ਆ ਰਿਹਾ, ਉਹਦੇ 'ਚ ਇਹੋ ਜਿਹੇ ਖਤਰੇ ਵੀ ਨਾਲ ਖੜੇ ਨੇ, ਇਹੋ ਜਿਹੇ ਖਤਰੇ ਵੀ ਖੜੇ ਹੈ ਕਿ ਕੱਲ ਨੂੰ ਕੋਈ ਸਾਨੂੰ ਸਜ਼ਾ ਦੇਣ ਲਈ ਇਹੋ ਜਿਹੀ ਸ਼ਰਾਰਤ ਵੀ ਟੀਕਾਕਰਨ ਰਾਹੀਂ ਹੋ ਸਕਦੀ ਹੈ, ਔਰ ਹੋ ਚੁੱਕੀ ਹੈ ਆਲਰੇਡੀ। ਉਹਦੇ ਆਪਾਂ ਬਾਅਦ 'ਚ ਵੱਖਰੀ ਗੱਲ ਕਰਾਂਗੇ, ਜੋ ਟੀਕਾਕਰਨ ਦੀ ਗੱਲ ਕਰਾਂਗੇ, ਜੇ ਕਿਵੇਂ ਕਿਹੜੀ ਸ਼ਰਾਰਤ ਕਰ ਚੁੱਕੇ ਆ ਪਹਿਲਾਂ ਹੀ। ਉਹਦਾ ਇਹ ਨਹੀਂ ਕਿ ਆਪਾਂ ਉਹ ਥਿਓਰੈਟੀਕਲ ਗੱਲ ਕਰ ਰਹੇ ਹਾਂ, ਹਵਾ 'ਚ ਗੱਲ ਕਰ ਰਹੇ ਹਾਂ। ਆਲਰੇਡੀ ਇਤਿਹਾਸ ਹੈਗਾ ਕਿ ਇਹਦੇ 'ਚ ਸ਼ਰਾਰਤਾਂ ਹੋ ਚੁੱਕੀਆਂ ਨੇ। ਉਹਦੇ ਜਸਟ ਰੈਫਰੈਂਸ ਦਿੱਤਾ ਮੈਂ ਕਿ ਆਪਾਂ ਜਦੋਂ ਗੱਲ ਕਰਾਂਗੇ ਤਾਂ ਉਦੋਂ ਜੋੜ ਲਾਂਗੇ। ਤਾਂ ਉਹਦਾ ਆਪਾਂ ਜਿਹੜੀ ਮੇਨ ਗੱਲ ਕਰ ਰਹੇ ਸੀ ਕਿ 1000 ਬੰਦੇ 'ਚੋਂ 100, 150, ਹੱਦ 200 ਨੂੰ ਅਲਾਮਤਾਂ ਆਉਣਗੀਆਂ, ਬਾਕੀ 800, 850, 900 ਬੰਦਾ ਕੋਈ ਅਲਾਮਤ ਨਹੀਂ ਆਏਗੀ। ਲੇਕਿਨ ਵਾਇਰਸ ਸਭ ਦੇ ਅੰਦਰ ਜਾਏਗੀ, ਜਿਹੜੀ ਰੈਸਪੀਰੇਟਰੀ ਵਾਇਰਸ ਹੈ, ਕਿਉਂਕਿ ਰੈਸਪੀਰੇਟਰੀ ਵਾਇਰਸ ਨੇ, ਸਾਹ ਪ੍ਰਣਾਲੀ ਦੀ ਵਾਇਰਸ ਨੇ ਹਵਾ ਰਾਹੀਂ ਫੈਲਣਾ ਹੈ। ਔਰ ਹੁਣ ਤਾਂ ਇਹ ਆ ਗਿਆ 13 ਫੁੱਟ ਤੱਕ
ਸਪੋਜ਼ ਮੈਂ ਜਿੱਥੇ ਬੈਠਾ ਗੱਲਾਂ ਕਰ ਰਿਹਾ, ਮੇਰੇ ਮੇਰੇ ਜਿਹੜੀ ਮੇਰੇ ਮੂੰਹ ਚੋਂ ਉਹ ਛੋਟੀ ਛੋਟੀਆਂ ਕਣ ਨਿਕਲ ਰਹੇ ਆ ਹਵਾ ਦੇ ਤੇ ਪਾਣੀ ਦੇ, ਉਹਦੇ ਅੰਦਰ ਵਾਇਰਸ ਹੈ ਤੇ ਉਹ 13 ਫੁੱਟ ਤੱਕ ਮਾਰ ਕਰ ਸਕਦੀ ਹੈ, 13 ਫੁੱਟ ਤੱਕ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕੋਈ ਥੱਲੇ ਬੈਠ ਜਾਵੇ 13 ਫੁੱਟ ਤੱਕ ਹਵਾ 'ਚ ਤੈਰਦੀ ਰਹਿੰਦੀ ਆ। ਹਿਸਾਬ ਲਾ ਲਓ 13 ਫੁੱਟ ਤੋਂ ਕਿੰਨੇ ਕੁ ਦੂਰੀ ਤੇ ਰਹਿ ਸਕਦੇ ਆਪਾਂ, ਕਿੰਨੇ ਕੁ ਬੰਦੇ 13 ਫੁੱਟ ਤੋਂ ਦੂਰ ਰਹਿ ਸਕਦੇ। ਤਾਂ ਇਸ ਕਰਕੇ ਇਹ ਸੰਭਵ ਹੀ ਨਹੀਂ ਕਿ ਅਸੀਂ ਉਹਨਾਂ ਵਾਇਰਸ ਤੋਂ ਦੇ ਅੰਦਰ ਜਾਣ ਨੂੰ ਰੋਕ ਸਕੀਏ, ਅੰਦਰ ਜਾਣ ਨੂੰ ਰੋਕ ਸਕੀਏ, ਇਹ ਸੰਭਵ ਨਹੀਂ ਹੈ। ਤਾਂ ਵਾਇਰਸਿਸ ਕੀ ਹੁੰਦੀਆਂ ਨੇ ਕਿ ਜਦੋਂ ਮੰਨ ਲਓ 1000 ਬੰਦੇ ਦਾ ਪਿੰਡ ਹੈ, ਉਹਦੇ ਚ ਅੰਦਰ ਜਦੋਂ ਵਾਇਰਸ ਕੋਈ ਮੰਨ ਲਓ ਨਵੀਂ ਦਾ ਮਤਲਬ ਕੀ ਹੁੰਦਾ, ਨਵੀਂ ਦਾ ਮਤਲਬ ਹੁੰਦਾ ਕਿ ਕੁਝ ਵਾਇਰਸ ਇਹੋ ਜਿਹੀਆਂ ਨੇ ਜਿਹੜੀਆਂ ਕਿਸੇ ਐਨੀਮਲ ਤੋਂ ਆਉਂਦੀਆਂ ਨੇ, ਜਾਂ ਜਿਹੜੀਆਂ ਵਾਇਰਸ ਕਈ ਸਾਲ ਥੋੜ੍ਹੀਆਂ ਘੱਟ ਰਹਿੰਦੀਆਂ ਨੇ, ਫਿਰ ਕੁਝ ਸਾਲਾਂ ਬਾਅਦ ਉਹ ਜਦੋਂ 4-5 ਸਾਲਾਂ ਬਾਅਦ ਉਸ ਕਮਿਊਨਿਟੀ 'ਚ ਆਉਂਦੀਆਂ ਤੇ ਫਿਰ ਉਦੋਂ ਤੱਕ ਉਹਦੀ ਇਮਿਊਨਿਟੀ ਥੋੜ੍ਹੀ ਜਿਹੜੀ ਘੱਟ ਚੁੱਕੀ ਹੁੰਦੀ ਹੈ, ਫਿਰ ਥੋੜ੍ਹੀਆਂ ਜ਼ਿਆਦਾ ਫੈਲਦੀਆਂ ਨੇ। ਇਹ ਅਪ ਡਾਊਨ ਹੁੰਦਾ ਰਹਿੰਦਾ। ਸਪੋਜ਼ ਕਿ ਇੱਕ ਪਰਟੀਕੂਲਰ ਵਾਇਰਸ ਹੈ ਕੋਈ, ਉਹ ਪਿਛਲੇ 4-5 ਸਾਲ ਤੋਂ ਜ਼ਿਆਦਾ ਨਹੀਂ ਫੈਲੀ, ਤਾਂ 4-5 ਸਾਲ ਬਾਅਦ ਫਿਰ ਜ਼ਿਆਦਾ ਫੈਲੇਗੀ। ਕਿਉਂ? ਕਿਉਂਕਿ ਉਹਦੇ 'ਚ ਜਿਹੜੇ ਉਸ ਆਬਾਦੀ ਦੇ ਅੰਦਰ ਉਹ ਬੰਦਿਆਂ ਦੀ ਗਿਣਤੀ ਵੱਧ ਜਾਏਗੀ ਜਿਹੜੇ ਕਿ ਉਹਨੂੰ ਇਮਿਊਨ ਨਹੀਂ ਹੈਗੇ। ਤਾਂ ਜਦੋਂ ਉਹ ਹੋਏਗੀ ਤਾਂ ਫਿਰ ਦੁਬਾਰਾ ਹੋਏਗੀ। ਲੇਕਿਨ ਫਿਰ ਵੀ ਉਹਦੀ ਵੇਰੀਏਸ਼ਨ ਹੈ 10 ਤੋਂ ਲੈ ਕੇ 20% ਤੱਕ ਦੀ, 10-15-20% ਤੋਂ ਜ਼ਿਆਦਾ ਨਹੀਂ ਹੁੰਦੀ ਉਹਦੇ ਅੰਦਰ ਲਾਮਤ। ਬਾਕੀ 80% ਨੂੰ ਕੋਈ ਲਾਮਤ ਨਹੀਂ ਹੋਏਗੀ। ਹੁਣ ਜਿਹੜੇ 10% ਨੂੰ ਲਾਮਤ ਹੋਈ ਜਾਂ ਮੰਨ ਲਓ 20% ਨੂੰ ਲਾਮਤ ਹੋਈ, ਤਾਂ ਉਹਦੇ ਚੋਂ 19 ਬੰਦੇ ਜਿਹੜੇ ਨੇ ਉਹਨਾਂ 'ਚ ਲਾਮਤਾਂ ਹਲਕੀਆਂ ਫੁਲਕੀਆਂ ਜਾਂ ਦਰਮਿਆਨੀਆਂ ਹੋਣਗੀਆਂ, ਜਿਨ੍ਹਾਂ ਨੂੰ ਕਿਸੇ ਮੈਡੀਕਲ ਅਸਿਸਟੈਂਸ ਦੀ ਲੋੜ ਨਹੀਂ ਪਏਗੀ। ਉਹ ਕੋਈ ਘਰੇਲੂ ਟੋਟਕਾ ਵਰਤ ਕੇ ਕੋਈ ਗਰਾਰੇ ਕਰ ਲੇਗਾ, ਕੋਈ ਭਾਫ ਲੈ ਲੇਗਾ, ਕੋਈ ਕਾੜਾ ਪੀ ਲੇਗਾ, ਕੋਈ ਗਰਮ ਪਾਣੀ ਪੀ ਲੇਗਾ, ਕੋਈ ਖਾਣ ਪੀਣ ਬਦਲ ਲੇਗਾ, ਕੋਈ ਨਿੰਮ ਖਾ ਲੇਗਾ, ਕੋਈ ਕਲੋ ਖਾ ਲੇਗਾ, ਕੋਈ ਇੱਦਾਂ ਦਾ ਟੋਟਕਾ ਜਿਹੜਾ ਜੋ ਹਰ ਸਭਿਅਤਾ 'ਚ ਹਰ ਸਮਾਜ 'ਚ ਇੱਦਾਂ ਦੇ ਟੋਟਕੇ ਹੈਗੇ ਆ। ਇਕੱਲਾ ਸਾਡੇ ਨਹੀਂ ਹੈਗੇ, ਸਾਡਾ ਅਸੀਂ ਤਾਂ ਬਹੁਤ ਅਮੀਰ ਹਾਂ ਇਸ ਮਾਮਲੇ 'ਚ। ਅਸੀਂ ਤਾਂ ਖੁਸ਼ਕਿਸਮਤ ਹਾਂ ਕਿ ਸਾਡੀ ਸਭਿਅਤਾ ਜਿਹੜੀ ਸੀ ਇਸ ਮਾਮਲੇ 'ਚ ਬਹੁਤ ਹੀ ਰਿਚ ਰਹੀ ਆ। ਅਸੀਂ ਉਹ ਸਭਿਅਤਾ ਦੇ ਵਾਰਸ ਹਾਂ ਜਿਹਨੇ ਕਿ ਹਜ਼ਾਰਾਂ ਸਾਲਾਂ ਤੱਕ ਅਮੀਰੀ ਹੰਡਾਈ। ਉਹਨੇ ਐਵੇਂ ਨਹੀਂ ਵੇਦਾਂ ਦੀ ਰਚਨਾ ਹੋ ਗਈ। ਵੇਦਾਂ ਦੀ ਰਚਨਾ ਅਗਰ ਹੁੰਦੀ ਹੈ ਜਿਸ ਸਮਾਜ ਦੇ ਅੰਦਰ ਜਿਹੜੇ ਅਮੀਰ ਨੇ, ਉਸ ਤੋਂ ਬਾਅਦ ਫਿਰ ਵਿਦਾਂਤ ਜਿਹੜਾ ਹੈ ਬਣਦਾ ਹੈ, ਉਪਨਿਸ਼ਦ ਬਣਦੇ ਹੈ, ਫਿਰ ਗੁਰਬਾਣੀ ਆਉਂਦੀ ਹੈ। ਇਹ ਸਾਰੇ ਦਾ ਸਾਰਾ ਜਿਹੜਾ ਇਤਿਹਾਸ ਪਿਆ, ਸਾਰੇ ਸੱਭਿਆਚਾਰ ਪਈ, ਉਹ ਸਾਡੇ ਸੱਭਿਆਚਾਰਕ ਅਮੀਰੀ ਦੀ ਨਿਸ਼ਾਨੀਆਂ ਨੇ, ਜਿਹੜੀਆਂ ਕਿ ਜਿਹੜੀ ਧਰੋਹਰ ਸਾਨੂੰ ਦਿਖਦੀ ਹੈ ਹੁਣ। ਲੇਕਿਨ ਕੁਝ ਚੀਜ਼ਾਂ ਨੇ ਜਿਹੜੀਆਂ ਹੁਣ ਨਹੀਂ ਦੇਖ ਪਾ ਰਹੇ ਅਸੀਂ। ਉਹ ਸਾਰਾ ਕੁਝ ਹੈ ਵੀ ਸਾਡੇ ਕਾਰ ਵਿਹਾਰ ਕਿੱਦਾਂ ਦੇ ਸੀਗੇ, ਸਾਡੀਆਂ ਧਾਰਨਾਵਾਂ ਕਿੱਦਾਂ ਦੀਆਂ ਸੀਗੀਆਂ, ਸਾਡੇ ਰੀਤੀ ਰਿਵਾਜ ਕਿੱਦਾਂ ਦੇ ਸੀਗੇ, ਸਾਡੇ ਟੋਟਕੇ ਕਿੱਦਾਂ ਦੇ ਸੀ, ਸਾਡੇ ਦਵਾਈਆਂ ਕਿੱਦਾਂ ਦੀਆਂ ਸੀਗੀਆਂ, ਸਾਡੀ ਖੇਤੀ ਕਿੱਦਾਂ ਦੀ ਸੀ, ਸਾਡਾ ਹੋਰ ਚੀਜ਼ਾਂ ਬਣਾਉਣ ਦਾ ਕਲਾ ਕਿੰਨੀ ਸੀ ਸਾਡੇ ਕੋਲੇ। ਉਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਅਮੀਰ ਸੱਭਿਅਤਾ ਦੀ ਨਿਸ਼ਾਨੀ ਹੁੰਦੀ ਹੈ। ਤੇ ਸਾਡੀ ਸੱਭਿਅਤਾ ਦੁਨੀਆ ਚੋਂ ਬਹੁਤ ਅਮੀਰ ਸੱਭਿਅਤਾਵਾਂ ਚੋਂ ਵੀ ਅਮੀਰ ਸੀਗੀ। ਯਾਨੀ ਕਿ ਇਹਨੂੰ ਟੌਪ ਅਗਰ ਕਹਿ ਲਈਏ ਆਪਾਂ ਜੀ, ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਮਿਲਦੇ ਨੇ ਨਿਸ਼ਾਨੀਆਂ, ਕਿ ਸਾਡੀ ਸੱਭਿਅਤਾ ਜਿਹੜੀ ਸੀਗੀ ਇਹ ਦੁਨੀਆ ਦੀ ਸਭ ਤੋਂ ਅਮੀਰ ਸੱਭਿਅਤਾ ਸੀਗੀ ਜਿਹਦੇ ਅਸੀਂ ਵਾਰਿਸ ਹਾਂ। ਸੋ ਉਹਨੂੰ ਵੀ ਕਦੀ ਨਹੀਂ ਭੁੱਲਣਾ ਸੀ, ਕਦੀ ਨਹੀਂ ਭੁੱਲਣਾ। ਇਸ ਕਰਕੇ ਸਾਡੇ ਜਿਹੜੇ ਕੋਲ ਟੋਟਕੇ ਨੇ ਉਹ ਹਜ਼ਾਰਾਂ ਸਾਲ ਦੇ ਟੈਸਟਡ ਟੋਟਕੇ ਨੇ। ਜਦੋਂ ਕੋਈ ਟੋਟਕਾ ਤੁਹਾਨੂੰ ਦੱਸਦਾ ਤੇ ਇਹਦਾ ਮਤਲਬ ਨਹੀਂ ਟੋਟਕਾ ਉਸ ਬੰਦੇ ਦਾ, ਕੋਈ ਟੋਟਕਾ ਨਹੀਂ ਦਾ। ਟੋਟਕੇ ਦਾ ਮਤਲਬ ਹੁੰਦਾ ਜੋ ਹਜ਼ਾਰਾਂ ਸਾਲ ਤੋਂ ਸੈਂਕੜੇ ਸਾਲਾਂ ਤੋਂ ਚੱਲੇ ਆ ਰਹੇ, ਉਹ ਟੋਟਕਾ ਹੈ। ਉਸ ਟੋਟਕੇ ਨੂੰ ਗਾਂ ਤੁਸੀਂ ਥੋੜਾ ਬਹੁਤਾ ਆਪਣੀ ਅਕਲ ਨਾਲ ਵਰਤ ਕੇ, ਆਪਣਾ ਤਜਰਬਾ ਵਰਤ ਕੇ ਥੋੜਾ ਬਹੁਤਾ ਉਹਨੂੰ ਕੁਝ ਜੋੜ ਸਕਦੇ ਹੋ, ਮਾੜਾ ਮੋਟਾ ਜਾਂ ਘਟਾ ਸਕਦੇ ਹੋ। ਉਹ ਕਰਦੇ ਲੋਕ ਕਰਦੇ ਆ, ਜਾਂ ਤਰੀਕਾ ਬਦਲ ਸਕਦੇ ਹੋ ਲੈਣ ਦਾ। ਉਹ ਟੋਟਕੇ ਜਿਹੜੇ ਨੇ ਆਮ ਤੌਰ ਤੇ ਵਰਤ ਕੇ ਉਹਨੇ 20 ਚੋਂ 19 ਬੰਦੇ ਆ ਉਹ ਠੀਕ ਹੋ ਜਾਣਗੇ ਆਪਣੇ ਆਪ। ਕੋਈ ਦਵਾਈ ਦੀ ਲੋੜ ਨਹੀਂ ਉਹਨਾਂ ਨੂੰ, ਨਾ ਦਵਾਈ ਕੋਈ ਹੈ। ਵਾਇਰਸ ਦੀ ਦਵਾਈ ਅੱਜ ਤੱਕ ਕੋਈ ਢੰਗ ਸਿਰ ਦੀ ਨਹੀਂ ਬਣੀ। ਜਿੰਨੀਆਂ ਵਾਇਰਸ ਦੀਆਂ ਦਵਾਈਆਂ ਹੁਣ ਤੱਕ ਇਹਨਾਂ ਨੇ ਬਣਾਈਆਂ ਨੇ ਸਾਰੀਆਂ ਤੇ ਅੱਜ ਵੀ ਵੱਡਾ ਸਾਰਾ ਕੁਐਸਚਨ ਮਾਰਕ ਖੜਾ ਹੈ ਕਿ ਉਹ ਨੁਕਸਾਨ ਜ਼ਿਆਦਾ ਕਰਦੀਆਂ ਨੇ ਕਿ ਫਾਇਦਾ ਜ਼ਿਆਦਾ ਕਰਦੀਆਂ ਨੇ। ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਹੈ ਟੀਕਾਕਰਨ ਤੇ ਵੀ ਔਰ ਦਵਾਈਆਂ ਤੇ ਵੀ। ਇਹ ਵਿਗਿਆਨ ਕਹਿ ਰਿਹਾ ਕਿ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਵਾਇਰਸ ਦੀ ਦਵਾਈ ਬਣਾਉਣੀ ਬਹੁਤ ਔਖੀ। ਕਿਉਂ? ਕਿਉਂਕਿ ਵਾਇਰਸ ਸਾਡੇ ਸਰੀਰ ਦੇ DNA ਨੂੰ ਵਰਤ ਕੇ ਹੀ ਮਲਟੀਪਲਾਈ ਕਰਦੀਆਂ ਨੇ। ਉਹਦਾ ਬਾਹਰ ਤੋਂ ਦੀ ਔਕਾਤ ਹੀ ਨਹੀਂ ਹੋਈ। ਅਗਰ ਸਾਡੇ ਸਰੀਰ ਤੋਂ ਬਾਹਰ ਨੇ, ਸਾਡੇ ਸੈੱਲ ਤੋਂ ਬਾਹਰ ਨੇ, ਤਾਂ ਮੁਰਦਾ ਨੇ ਉਹ। ਉਹਦੇ ਨਾ ਕੋਈ ਦਵਾਈ ਅਸਰ ਕਰੇ, ਨਾ ਉਹ ਸਾਨੂੰ ਕੁਝ ਕਹਿ ਸਕਣ। ਜਦੋਂ ਸਰੀਰ ਦੇ ਅੰਦਰ ਵੜ ਜਾਂਦੀਆਂ ਨੇ, ਸਾਡੇ ਸਰੀਰ ਦੇ DNA ਦੇ ਨਾਲ ਰਲ ਜਾਂਦੀਆਂ ਨੇ, ਤਾਂ ਫਿਰ ਉਹਨੂੰ ਦਵਾਈ ਕੋਈ ਦੇ ਨਹੀਂ ਸਕਦੇ ਆਪਾਂ। ਕਿਉਂਕਿ ਤੁਹਾਡੇ ਤਾਂ DNA 'ਚ ਖੜੀਆਂ, ਤੁਹਾਡੇ ਸੈੱਲ 'ਚ ਬੜੀਆਂ ਹੋਈਆਂ ਨੇ। ਜਿਹੜੀ ਵੀ ਦਵਾਈ ਦਿਓਗੇ ਉਹ ਤੁਹਾਡਾ ਸੈੱਲ ਨੂੰ ਵੀ ਮਾਰੂਗੀ। ਇਸ ਕਰਕੇ ਵਾਇਰਸ ਦੀ ਦਵਾਈ ਬਣਾਉਣੀ ਬਹੁਤ ਔਖੀ ਹੈ। ਬੈਕਟੀਰੀਆ ਦੀ ਦਵਾਈ ਸੌਖੀ ਬਣ ਗਈ ਕਿਉਂਕਿ ਬੈਕਟੀਰੀਆ ਜਿਹੜੇ ਨੇ ਉਹ ਸੈੱਲ ਤੋਂ ਬਾਹਰ ਨੇ, ਉਹਨਾਂ ਦੀ ਔਕਾਤ ਜਿਹੜੀ ਹੈ ਉਹ ਆਜ਼ਾਦ ਹੈ। ਇਸ ਕਰਕੇ ਇਹ ਗੱਲ ਨੂੰ ਯਾਦ ਰੱਖੀਏ ਆਪਾਂ ਕਿ ਵਾਇਰਸ ਦੀ ਕੋਈ ਦਵਾਈ ਨਹੀਂ ਹੈ। ਜਿਹੜੇ 20 ਚੋਂ 19 ਬੰਦੇ ਨੇ ਉਹਨਾਂ ਨੇ
ਉਹ ਜਿਹੜੇ ਟੋਟਕੇ ਨੇ ਕੋਈ ਵਾਇਰਸ ਨੂੰ ਮਾਰਦੇ ਨਹੀਂ ਆ, ਉਹ ਤੁਹਾਡੀ ਜਿਹੜੀ ਤੁਹਾਡੇ ਸਾਹ ਪ੍ਰਣਾਲੀ ਨੂੰ ਸਾਫ਼ ਸੁਥਰਾ ਰੱਖਦੇ ਆ, ਤੁਹਾਡੀ ਇਮਿਊਨਿਟੀ ਨੂੰ ਵਧਾਉਂਦੇ ਆ, ਤਾਂ ਇਹੋ ਜਿਹੀਆਂ ਗੱਲਾਂ ਕਰਦੇ ਆ। ਇਹ ਨਹੀਂ ਕਿ ਕੋਈ ਵਾਇਰਸ ਨੂੰ ਮਾਰ ਦਿੰਦੇ ਹੋ, ਵਾਇਰਸ ਨੂੰ ਸਰੀਰ ਹੀ ਮਾਰਦਾ। ਜਿਹੜੀ ਸਰੀਰ ਦੀ ਇਮਿਊਨ ਪਾਵਰ ਹੈ ਉਹ ਮਾਰਦੀ ਹੈ, ਔਰ ਉਹਨੂੰ ਮਾਰ ਕੇ ਸਰੀਰ ਚੋਂ ਕੱਢ ਵੀ ਦਿੰਦੀ ਹੈ, ਮੁੜ ਕੇ ਸਰੀਰ ਚੋਂ ਬਾਹਰ ਕੱਢ ਦਿੰਦੀ ਹੈ, ਸਰੀਰ ਨੈਗੇਟਿਵ ਹੋ ਜਾਂਦਾ। ਤਾਂ ਇਸ ਕਰਕੇ ਉਹ ਜਿਹੜੀ ਇਮਿਊਨਿਟੀ ਹੈ ਉਹ ਜਿਹੜਾ ਉਹ 20 ਚੋਂ 1 ਬੰਦਾ ਹੈ ਉਹ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਔਰ ਉਹ ਆਮ ਤੌਰ ਤੇ ਉਹ ਬੰਦਾ ਹੁੰਦਾ ਹੈ ਜਿਹਦੇ 'ਚ ਕੋਈ ਨਾ ਕੋਈ ਕਾਰਨ ਹੁੰਦਾ ਹੈ। ਸਪੋਜ਼ ਇੱਕ ਬੰਦਾ ਬਹੁਤ ਜ਼ਿਆਦਾ ਠੰਡ ਨੂੰ ਐਕਸਪੋਜ਼ ਹੋ ਗਿਆ, ਉਹ ਜ਼ਿਆਦਾ ਮਾਰ 'ਚ ਆਏਗਾ। ਬੰਦਾ ਚਲਾ ਗਿਆ ਸਕੂਟਰ ਤੇ, ਮੋਟਰਸਾਈਕਲ ਤੇ, ਠੰਡੀ ਹਵਾ ਸੀਗੀ, ਲੰਬਾ ਸਫ਼ਰ ਕੀਤਾ ਉਹਨੇ, ਤਾਂ ਨੇਚਰਲੀ ਉਹ ਬੰਦੇ ਦੀ ਇਮਿਊਨਿਟੀ ਬਹੁਤ ਘੱਟ ਗਈ। ਸਪੋਜ਼ ਬੰਦਾ ਬਜ਼ੁਰਗ ਹੈ, ਉਹਦੀ ਇਮਿਊਨਿਟੀ ਘੱਟ ਹੋਏਗੀ, ਉਹਨੂੰ ਬਹੁਤ ਸਾਰੀਆਂ ਹੋਰ ਬਿਮਾਰੀਆਂ ਨੇ, ਉਹਦੀ ਇਮਿਊਨਿਟੀ ਘੱਟ ਹੋਏਗੀ। ਉਹ ਕਿਸੇ ਦੇ ਅੰਦਰ ਖੁਦ ਦਾ ਖੁਰਾਕ ਜਿਹੜੀ ਆ ਉਹ ਵਧੀਆ ਨਹੀਂ ਹੈ, ਖੁਰਾਕ ਉਹਦੀ ਮਾੜੀ ਹੈ, ਉਹਦੀ ਇਮਿਊਨਿਟੀ ਘੱਟ ਹੋਏਗੀ। ਬਈ ਉਹਦੇ ਕਿਸੇ ਇਹੋ ਜਿਹੇ ਵਾਤਾਵਰਨ 'ਚ ਰਿਹਾ ਜਿੱਥੇ ਕੈਮੀਕਲ ਗੰਦੇ ਨੇ, ਜ਼ਹਿਰ ਜ਼ਿਆਦਾ ਨੇ ਹਵਾ 'ਚ ਜਾਂ ਪਾਣੀ 'ਚ, ਉਹਦੀ ਇਮਿਊਨਿਟੀ ਘੱਟ ਹੋਈ। ਇਮਿਊਨਿਟੀ ਨੂੰ ਘਟਾਉਣ ਦੇ ਅਨੇਕਾਂ ਜਿਹੜੇ ਤਰੀਕੇ ਨੇ। ਜੇ ਉਸ ਚੀਜ਼ 'ਚ ਉਹ ਬੰਦਾ ਮਾਰਚ ਹੋਏਗਾ ਤਾਂ ਉਹਨੂੰ ਉਹ ਉਹ 20 ਚੋਂ 1 ਬੰਦਾ ਹੋਏਗਾ, ਉਹ ਹੋਏਗਾ। ਹੁਣ ਕਰੋਨਾ ਵਾਇਰਸ ਦਾ ਸਾਰੇ ਪਿਛਲੇ 3 ਮਹੀਨੇ ਦਾ ਰਿਕਾਰਡ ਹੈ, ਸਾਰੇ ਦਾ ਸਾਰਾ ਫਿੱਟ ਬੈਠਦਾ ਕਿ ਇੰਨੇ ਜੋ ਅੰਕੜੇ ਮੈਂ ਬੋਲੇ ਆ ਲਗਭਗ ਇਹਦੇ ਨੇੜੇ ਤੇੜੇ ਹੁਣ ਤੱਕ ਦਾ ਬਿਹੇਵੀਅਰ ਹੈ। ਉਹ ਕੀ ਕੀਤਾ ਇਹਨਾਂ ਨੇ ਕਿ ਪਾ ਕੇ ਉਹਦੇ ਅੰਕੜਿਆਂ ਦੀ ਖੇਡ ਕਰਕੇ ਤੇ ਮੀਡੀਆ ਨੂੰ ਨਾਲ ਲੈ ਕੇ ਤੇ ਪਲੈਨਿੰਗ ਕਰਕੇ ਕੋਈ ਸਮਥਿੰਗ ਉਹਦਾ ਕੀ ਮਨਸ਼ੇ ਨੇ, ਚਲੋ ਉਹਨੂੰ ਆਪਾਂ ਬਾਅਦ ਛੇੜਾਂਗੇ। ਤਾਂ ਉਹ ਇੱਕ ਸਾਰੀ ਖੇਡ ਖੇਡੀ ਗਈ ਹੈ ਤੇ ਉਹਦੇ ਅੰਦਰ ਕੋਈ ਵੀ ਸੱਚ ਨਹੀਂ ਹੈ। ਇਹਨੂੰ ਛੱਡ ਦਈਏ ਆਪਾਂ ਇੱਕ ਵਾਰੀ। ਤਾਂ ਆਪਾਂ ਆਈਏ ਵਾਪਸ ਕਿ ਆਪਾਂ ਸਾਹ ਪ੍ਰਣਾਲੀ ਦੀਆਂ ਜਿਹੜਾ ਦੂਸਰੀ ਗੱਲ ਆਪਾਂ ਇਹ ਹੋ ਗਈ ਅਕਿਊਟ ਜਿਹੜੇ ਇੱਕਦਮ ਲੱਗਣ ਵਾਲੇ ਜ਼ੁਕਾਮ ਨੇ, ਉਹ ਵਾਇਰਸ ਕਰਕੇ ਹੁੰਦੇ ਆ। ਤੇ ਵਾਇਰਸ ਦੇ ਵਿੱਚ ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਸਿਰਫ ਆਪਣੇ ਆਪ ਨੂੰ ਸਪੋਰਟ ਕਰਨਾ, ਆਰਾਮ ਕਰਨਾ, ਅੱਛਾ ਖਾਣਾ ਖਾਣਾ, ਸੋਲਿਡ ਫੂਡ ਬੰਦ ਕਰ ਦੇਣਾ, ਤੇ ਉਹ ਸਾਰਾ। ਉਸ ਤੋਂ ਬਾਅਦ ਆ ਗਿਆ ਆਪਾਂ ਜੀ ਦੂਜੇ ਪੁਰਾਣੇ ਜ਼ੁਕਾਮ ਤੇ। ਪੁਰਾਣੇ ਜ਼ੁਕਾਮ ਦਾ ਆਪਾਂ ਜੇ ਗੱਲ ਕੀਤੀ ਸੀ ਕਿ ਪੁਰਾਣੇ ਜ਼ੁਕਾਮ ਦਾ ਜਿਹੜਾ ਆਧਾਰ ਹੁੰਦਾ ਉਹ ਹੁੰਦੇ ਆ ਸਾਡੇ ਸਾਇਨਸਸ ਦੇ ਅੰਦਰ, ਜਿਹੜੇ ਕਿ ਸਾਇਨਸਸ ਹਵਾ ਨਾਲ ਭਰੇ ਹੋਏ ਆ। ਉਹਦੇ ਅੰਦਰ ਰੇਸ਼ਾ ਜਾਂ ਜਿਹੜਾ ਸਾਡਾ ਨੱਕ 'ਚੋਂ ਪਾਣੀ ਵਗਦਾ ਉਹ ਕਿਤੇ ਜਾ ਕੇ ਇਕੱਠਾ ਹੋ ਜਾਂਦਾ, ਕਿਉਂਕਿ ਉਹ ਬੰਦ ਨਹੀਂ ਚਾਰ ਸਵੇਰੇ। ਉਹਨੇ ਕੁਦਰਤ ਨੇ ਏਦਾਂ ਦੀ ਰਚਨਾ ਕੀਤੀ ਹੋਈ ਸਾਇਨਸਸ ਦੀ, ਤੇ ਉਹਦੇ ਨਿੱਕੀ ਜਿਹੀ ਮੋਰੀ ਹੈ ਜਿਹੜੀ ਨੱਕ ਨਾਲ ਆ ਕੇ ਜੁੜਦੀ ਹੈ ਜਾਂ ਗਲ ਨਾਲ ਜੁੜਦੀ ਹੈ, ਉਹ ਡਰੇਨ ਕਰਨ ਵਾਸਤੇ ਨਿੱਕੀ ਜਿਹੀ ਮੋਰੀ ਹੁੰਦੀ ਹਰ ਸਾਇਨਸ ਦੀ। ਲੇਕਿਨ ਵੱਡਾ ਸਾਰਾ ਉਹ ਖਾਲੀ ਥਾਂ ਹੈ। ਜਿੱਦਾਂ ਸੁਰਾਹੀ ਮੰਨ ਲਓ, ਦੇਖ ਪਾਣੀ ਵਾਲੀ ਸੁਰਾਹੀ ਹੈ, ਉਹ ਵੱਡੀ ਸਾਰੀ ਸੁਰਾਹੀ ਹੈ, 10 ਲੀਟਰ ਪਾਣੀ ਪੈਂਦਾ ਉਹਦੇ 'ਚ, ਲੇਕਿਨ ਮੋਰੀ ਉਹਦੀ ਛੋਟੀ ਜਿਹੀ, ਮੂੰਹ ਛੋਟਾ ਜਿਹਾ, ਏਦਾਂ ਦੇ ਸਾਇਨਸਸ ਉਹ ਬਣਾਈ ਕਾਹਦੇ ਵਾਸਤੇ ਕੁਦਰਤ ਨੇ? ਤੁਹਾਡੀ ਆਵਾਜ਼ ਨੂੰ ਇੱਕ ਸੁੰਦਰਤਾ ਦੇਣ ਲਈ, ਇੱਕ ਵਧੀਆ ਗੁਣ ਦੇਣ ਲਈ। ਜੋ ਮੈਂ ਬੋਲ ਰਿਹਾ ਤਾਂ ਜਿਹੜੇ ਮੇਰੇ ਸਾਇੰਸ ਅਗਰ ਨਾ ਹੋਣ ਤਾਂ ਮੇਰੀ ਇੱਦਾਂ ਦੀ ਆਵਾਜ਼ ਨਹੀਂ ਹੋਏਗੀ, ਬੜੀ ਅਜੀਬ ਜਿਹੀ ਆਵਾਜ਼ ਹੋਏਗੀ, ਉਹ ਜਿਹੜੀ ਕਿ ਬੜੀ ਫਨੀ ਲੱਗੇਗੀ, ਬੜੀ ਸੋਹਣੀ ਲੱਗੇਗੀ ਵੀ ਕਿੱਦਾਂ ਬੋਲ ਰਿਹਾ। ਜਦੋਂ ਤੁਸੀਂ ਦੇਖਿਆ ਹੋਣਾ ਬਹੁਤ ਲੋਕਾਂ ਜੋ ਨੱਕ ਬੰਦ ਹੁੰਦਾ ਬਹੁਤ ਜ਼ਿਆਦਾ, ਤਾਂ ਕਿੱਦਾਂ ਦੀ ਆਵਾਜ਼ ਨਿਕਲਦੀ ਹੈ, ਉਸ ਤੋਂ ਵੀ ਭੈੜੀ ਹੋਏਗੀ। ਉਹ ਫਿਰ ਵੀ ਅੱਧ ਜਦ ਕੰਮ ਕਰ ਰਹੇ ਹੁੰਦੇ ਸਾਇਨਸ, ਉਹ ਅੱਧ ਜਦ ਖੁੱਲੇ ਹੁੰਦੇ ਆ, ਜਦ ਬੰਦ ਹੁੰਦੇ ਆ। ਤਾਂ ਜੇ ਸਾਇਨਸ ਹੋਣ ਹੀ ਨਾ ਮੰਨ ਲਓ ਤਾਂ ਸਾਡੀ ਆਵਾਜ਼ ਬੜੀ ਅਜੀਬ ਹੋਏਗੀ। ਤਾਂ ਸਾਡੀ ਆਵਾਜ਼ ਨੂੰ ਗੁਣ ਦੇਣ ਲਈ ਦੇਖੋ ਕੁਦਰਤ ਨੇ ਕਿੰਨੀ ਸੋਹਣੀ ਆਵਾਜ਼ ਦਿੱਤੀ ਸਾਨੂੰ ਕਿ ਅਸੀਂ ਗਾ ਸਕਦੇ ਹਾਂ, ਅਸੀਂ ਪਾਠ ਕਰ ਸਕਦੇ ਹਾਂ, ਕਿੰਨਾ ਸੋਹਣਾ ਲੱਗਦਾ ਜਦੋਂ ਅਸੀਂ ਮਤਲਬ ਗਾਉਂਦੇ ਹਾਂ ਜਾਂ ਬੋਲਦੇ ਹਾਂ। ਜਾਂ ਤਾਂ ਉਹ ਜਿਹੜਾ ਹੈ ਉਹ ਗੁਣ ਦੇਣ ਲਈ ਸਾਇਨਸਸ ਨੇ। ਉਹ ਸਾਇਨਸਸ ਦਾ ਜਿਹੜਾ ਕੁਦਰਤ ਦੀ ਰਚਨਾ ਹੈ, ਉਹਦੇ ਅੰਦਰ ਜਿਹੜੀ ਉਹਦੀ ਮੋਰੀ ਹੈ, ਜਿਹੜਾ ਉਹਦੇ ਵਿੱਚ ਕੋਈ ਪਾਣੀ ਇਕੱਠਾ ਹੋ ਗਿਆ ਜਾਂ ਕੋਈ ਨਹਾਉਣ ਲੱਗਿਆ ਪਾਣੀ ਵੜ ਗਿਆ, ਜਾਂ ਕੋਈ ਰੇਸ਼ਾ ਲੱਗ ਗਿਆ, ਜ਼ੁਕਾਮ ਲੱਗ ਗਿਆ, ਉੱਥੇ ਪਾਣੀ ਵੜ ਗਿਆ, ਜਾਂ ਉੱਥੇ ਇਨਫੈਕਸ਼ਨ ਹੋ ਗਈ, ਉਸ ਤੋਂ ਬਾਅਦ ਬੈਕਟੀਰੀਆ ਆ ਜਾਂਦੇ। ਜਦੋਂ ਕਿਸੇ ਵੀ ਥਾਂ ਤੇ ਸੋਜਿਸ਼ ਹੁੰਦੀ ਹੈ ਤਾਂ ਉਸ ਥਾਂ ਜਿਹੜੀ ਹੈ ਉਹਦੇ ਅੰਦਰ ਜਿਹੜੇ ਬਾਅਦ ਚ ਬੈਕਟੀਰੀਆ ਜਿਹਦੇ ਨਾਲ ਕਿ ਬਹੁਤ ਗਾੜਾ ਜਿਹਾ ਰੇਸ਼ਾ ਬਣਦਾ। ਜਿਹੜਾ ਗਾੜਾ ਰੇਸ਼ਾ ਜਦੋਂ ਬਣ ਗਿਆ, ਇਹਦਾ ਮਤਲਬ ਹੁਣ ਵਾਇਰਸ ਦਾ ਇਹ ਕੰਮ ਨਹੀਂ ਹੈ, ਇਹ ਬੈਕਟੀਰੀਆ ਦਾ ਕੰਮ ਹੈ। ਕੋਈ ਗਾੜਾ ਰੇਸ਼ਾ ਬਣਦਾ ਤਾਂ ਮਤਲਬ ਹੁਣ ਬੈਕਟੀਰੀਆ ਆ ਗਏ। ਤਾਂ ਉਹਦੇ ਅੰਦਰ ਫਿਰ ਜਦੋਂ ਬੈਕਟੀਰੀਆ ਆ ਜਾਂਦੇ, ਫਿਰ ਗਾੜੀ ਜਿਹੀ ਰੇਸ਼ਾ ਬਣ ਜਾਂਦਾ, ਤੇ ਫਿਰ ਉਹ ਬਹੁਤ ਕਈ ਦਿਨ ਤੱਕ ਸੂ ਕਰਕੇ ਕੱਢਣਾ ਪੈਂਦਾ। ਉਹ ਕਈ ਦਿਨ ਕਿਉਂ ਲੱਗਦੇ ਆ? ਕਿਉਂਕਿ ਮੋਰੀ ਭੀੜੀ ਆ ਸਾਇਨਸਸ ਦੀ। ਉਹ ਜਦੋਂ ਜਿੰਨੀ ਵੀ ਅਸੀਂ ਮਰਜ਼ੀ ਕੋਸ਼ਿਸ਼ ਕਰਦੇ ਹਾਂ, ਥੋੜਾ ਬਹੁਤਾ ਨਿਕਲਦਾ, ਥੋੜਾ ਜਿਹਾ ਫਿਰ ਵਿੱਚ ਰਹਿ ਜਾਂਦਾ, ਥੋੜਾ ਨਿਕਲਦਾ, ਥੋੜਾ ਵਿੱਚ ਰਹਿ ਜਾਂਦਾ, ਜਾਂ ਵਿੱਚ ਰਹਿ ਜਾਂਦਾ ਫਿਰ ਹੋਰ ਬਣ ਜਾਂਦਾ। ਉਹ ਰੇਸ਼ਾ ਨਵਾਂ ਬਣਦਾ ਰਹਿੰਦਾ, ਅਸੀਂ ਕੱਢਦੇ ਹਾਂ ਫਿਰ ਬਣ ਜਾਂਦਾ। ਫਿਰ ਉਹਦੇ 'ਚ ਕੀ ਕਰਨਾ ਪੈਂਦਾ? ਪਹਿਲਾਂ ਡਰੇਨ ਕਰਨੇ ਪੈਂਦੇ ਆ ਸਾਇਨਸਸ ਨੂੰ, ਤੇ ਫਿਰ ਨਵਾਂ ਬਣਨਾ ਵੀ ਰੁਕਣਾ ਪੈਂਦਾ। ਦੋ ਕੰਮ ਕਰਨੇ ਪੈਣਗੇ ਜੇ ਪੁਰਾਣੇ ਜ਼ੁਕਾਮ ਨੂੰ ਟ੍ਰੀਟ ਕਰਨਾ। ਤਾਂ ਨਵਾਂ ਬਣੇ ਨਾ ਤੇ ਪੁਰਾਣਾ ਨਿਕਲ ਜਾਵੇ। ਤਾਂ ਪੁਰਾਣੇ ਜੇ ਨਿਕਲਣ ਦਾ ਰਸਤਾ ਵੀ ਭੀੜਾ ਹੈ, ਉਹਨੂੰ ਖੋਲ੍ਹਣਾ ਪਏਗਾ, ਤੇ ਨਵਾਂ ਬਣੇ ਨਾ ਉਹਦੇ ਲਈ ਕੁਛ ਨਾ ਕੁਛ ਸਾਧਨ ਕਰਨੇ ਪੈਣਗੇ। ਉਹ ਜਿਹੜੇ ਸਾਧਨਾਂ ਦੀ ਗੱਲ ਵੀ ਆਪਾਂ ਕੀਤੀ ਸੀਗੀ ਕਿ ਕਿਵੇਂ ਆਪਾਂ ਪੁਰਾਣੇ ਜ਼ੁਕਾਮ ਦਾ ਇਲਾਜ ਕਰ ਸਕਦੇ ਹਾਂ। ਹੁਣ ਅੱਗੇ ਚੱਲੀਏ ਆਪਾਂ ਕਿ ਇਹ ਹੋ ਗਈ ਉੱਪਰ ਨੱਕ ਗਲ ਦੇ ਲੈਵਲ ਤੇ। ਨੱਕ ਗਲ ਦੇ ਲੈਵਲ ਤੇ ਆਪਾਂ ਟੌਂਸਲ ਦੀ ਗੱਲ ਵੀ ਕੀਤੀ ਸੀਗੀ। ਇਹ ਕੁਦਰਤ ਨੇ
ਨੱਕ ਤੇ ਮੂੰਹ ਤੋਂ ਬਾਅਦ 2 ਸਿਪਾਹੀ ਖੜੇ ਕੀਤੇ ਆ ਬਹੁਤ ਕਮਾਲ ਦੇ, ਵੱਡੇ ਸਿਪਾਹੀ, ਸਟਰੋਂਗ, ਮਜ਼ਬੂਤ, ਭਲਵਾਨ। ਇਹ ਜਿਹੋ ਜਿਹਾ ਇਮਿਊਨ ਸਿਸਟਮ ਅੰਦਰ ਹੈ, ਸਾਡੇ ਅੰਦਰ ਬਹੁਤ ਬਿਖਰਿਆ ਹੋਇਆ, ਜਿਹਨੂੰ ਕਹਿੰਦੇ ਨਿੱਕੇ 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 ਹਰ ਥਾਂ ਤੇ ਉੱਤਰ ਹੈਗੀ ਹੈ, ਬਹੁਤ ਜ਼ਿਆਦਾ ਗਿਣਤੀ 'ਚ, ਲੇਕਿਨ ਨਿੱਕੇ ਨਿੱਕੇ ਨੇ। ਇਹ ਕੀ ਨੇ? ਇਹ ਵੱਡੇ ਪਹਿਲਵਾਨ ਖੜੇ ਕੀਤੇ, ਬਾਡੀਗਾਰਡ ਤੇ ਇਹਨੇ ਗੇਟ ਦੇ ਉੱਪਰ। ਉਹ ਗੇਟ ਕਿਹਦਾ? ਹਵਾ ਦਾ ਵੀ ਗੇਟ ਉਹੀ ਹੈ ਤੇ ਭੋਜਨ ਦਾ ਵੀ ਗੇਟ ਉਹੀ ਹੈ। ਭੋਜਨ ਪ੍ਰਣਾਲੀ ਦਾ ਗੇਟ ਵੀ ਉਹੀ ਹੈ ਤੇ ਹਵਾ ਦਾ ਵੀ ਗੇਟ, ਸਾਂਝਾ ਗੇਟ ਹੈ। ਉਸ ਸਾਂਝੇ ਗੇਟ ਤੇ ਕੁਦਰਤ ਨੇ ਦੋਨੋਂ ਪਾਸੇ ਗਲਦੇ ਇੱਥੇ ਕਰਕੇ 2 ਵੱਡੇ ਫੌਜੀ ਇਕੱਠੇ ਕਰਤੇ। ਉਹਨਾਂ ਨੂੰ ਬਹੁਤ ਵੱਡੀ ਪਾਵਰ ਦਿੱਤੀ ਹੋਈ ਹੈ ਕਿ ਤੁਸੀਂ ਜੇ ਕੋਈ ਗੜਬੜ ਵਾਲੀ ਚੀਜ਼ ਜਾਂਦੀ ਹੈ ਤਾਂ ਤੁਸੀਂ ਕੀ ਕਰਨਾ ਹੈ? ਇੱਕ ਤਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ ਉੱਥੇ, ਜੇ ਨਹੀਂ ਰੋਕਣਾ ਤਾਂ ਉਹਨੂੰ ਉਹਦਾ ਸੁਨੇਹਾ ਅੱਗੇ ਪਹੁੰਚਾਉਣਾ। ਉਹਦੇ ਅੰਦਰ ਸੈੱਲ ਨੇ ਜਿਹੜੇ ਉਹਨੂੰ ਸੁੰਘਦੇ ਆ, ਉਹਨੂੰ ਜਾਣਦੇ ਆ ਵੀ ਕਿੰਨਾ ਮਾੜੀ ਚੀਜ਼ ਹੈ, ਫਿਰ ਉਹਦਾ ਸੁਨੇਹਾ ਲੈ ਕੇ ਜਾਂਦੇ ਅੰਦਰ ਵੀ ਕੋਈ ਖਤਰਨਾਕ ਚੀਜ਼ ਆ ਰਹੀ ਹੈ, ਬਚੋ। ਤੋਂ ਕਮਾਲ ਦੇ ਸਿਪਾਹੀ ਨੇ ਉਹ। ਔਰ ਅਸੀਂ ਕੀ ਕਰਦੇ ਹਾਂ, ਸਾਡੇ ਜਿਹੜੇ ਸੋ ਕਾਲਡ ENT ਸਪੈਸ਼ਲਿਸਟ ਨੇ, ਜੋ ਉਹਨਾਂ ਕੋਲ ਕੋਈ ਬੱਚਾ ਆਉਂਦਾ ਹੈ ਜਿਹਦੇ ਟੌਂਸਲ ਵੱਡੇ ਨੇ ਤੇ ਉਹਦੀ ਅਲਾਮਤਾਂ ਆ ਰਹੀਆਂ, ਤੇ ਪਹਿਲਾ ਕੰਮ ਇਹ ਕਰਦੇ ਕਿ ਟੌਂਸਲ ਕੱਢ ਦਿੰਦੇ, ਵਿਚ ਇਜ਼ ਕ੍ਰਿਮੀਨਲ। ਟੌਂਸਲ ਕੱਢਣੇ ਬਹੁਤ ਹੀ ਮੁਜਰਮਾਨਾ ਕੰਮ ਹੈ। ਟੌਂਸਲ ਬਿਲਕੁਲ ਵੀ ਨਹੀਂ ਕਢਾਉਣੇ। ਇਹ ਸੁਨੇਹਾ ਘਰ ਘਰ ਦੇਣ ਦੀ ਲੋੜ ਹੈ ਕਿ ਕਿਸੇ ਬੱਚੇ ਦੇ, ਕਿਸੇ ਬੰਦੇ ਦੇ ਟੌਂਸਲ ਵੱਜ ਜਾਣ, ਮੈਂ ਗਰੰਟੀ ਦਿੰਦਾ ਤੁਹਾਨੂੰ, ਮੇਰੇ ਨਾਲ ਤਾਲਮੇਲ ਲਗਾ ਦਿਓ, ਕਿਸੇ ਬੱਚੇ ਨੂੰ ਟੌਂਸਲ ਕਢਾਉਣ ਦੀ ਲੋੜ ਨਹੀਂ ਪਈ। ਮੈਂ ਆਪਣੇ 50 ਸਾਲ 45 ਸਾਲ ਦੇ ਕੈਰੀਅਰ 'ਚ ਕਿਸੇ ਬੱਚੇ ਦੇ ਟੌਂਸਲ ਨਹੀਂ ਨਿਕਲਣ ਦਿੱਤੇ, ਕਿਉਂਕਿ ਮੇਰੇ ਆਪਣੇ ਟੌਂਸਲ ਨਿਕਲ ਗਏ ਸੀਗਾ। ਮੈਂ ਉਹਦਾ ਖਾਮਿਆਜਾ ਜਿਹੜਾ ਅੱਜ ਤੱਕ ਭੁਗਤਦਾ, ਤੇ ਮੈਨੂੰ ਇਸ ਗੱਲ ਤੇ ਬੜੀ ਖੁੰਦਕ ਹੈ ਕਿ ਟੌਂਸਲ ਨਹੀਂ ਕਿਸੇ ਦੇ ਨਿਕਲਣੇ ਚਾਹੀਦੇ। ਟੌਂਸਲ ਦਾ ਜੇ ਤੁਸੀਂ ਤੁਹਾਡੇ ਨਿਕਲ ਗਏ, ਉਸ ਘਾਟ ਨੂੰ ਤੁਸੀਂ ਸਾਰੀ ਉਮਰ ਮਰਨ ਤੱਕ ਭੁਗਤੋਗੇ, ਮਰਨ ਤੱਕ। ਤੁਹਾਡਾ ਸਰੀਰ ਜ਼ਿਆਦਾ ਵਲਨਰੇਬਲ ਹੋ ਜਾਏਗਾ। ਮਾੜੀ ਗੱਲ ਤੇ ਤੁਹਾਨੂੰ ਜ਼ੁਕਾਮ ਲੱਗਣਾ ਸ਼ੁਰੂ ਹੋ ਜਾਏਗਾ, ਮਾੜੀ ਗੱਲ ਤੇ ਛਿੱਕਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ, ਮਾੜੀ ਗੱਲ ਤੇ ਤੁਸੀਂ ਜਿਹੜੇ ਬਿਮਾਰ ਹੋਵੋਗੇ। ਔਰ ਉਹਦਾ ਜਿਹੜਾ ਹੋਰ ਤੁਹਾਡੀ ਆਵਾਜ਼ ਖਰਾਬ ਹੋ ਜਾਏਗੀ, ਕਿਉਂਕਿ ਉਹਦੀ ਪੂਰਤੀ ਕਰਨ ਲਈ, ਟੌਂਸਲ ਦੀ ਪੂਰਤੀ ਕਰਨ ਲਈ ਕੁਦਰਤ ਨੇ ਉਹਦੇ ਗਲੇ ਦੇ ਆਲੇ ਦੁਆਲੇ ਨਿੱਕੇ ਫੌਜੀ ਖੜਾਉਂਦੇ। ਫਿਰ ਵੱਡੇ ਫੌਜੀ ਤਾਂ ਮਾਰਤੇ ਤੁਸੀਂ, ਵੱਡੇ ਤਾਂ ਹੋਰ ਬਣ ਨਹੀਂ ਸਕਦੇ। ਫਿਰ ਉਹ ਨਿੱਕੇ ਫੌਜੀ ਖੜਾਉਂਦੇ ਆ, ਕਈ ਸਾਰੇ 50 60 100। ਉਹ ਜੇ ਫੌਜੀ ਜੋ ਖੜਦੇ ਆ ਤਾਂ ਉਹ ਤੁਹਾਡੇ ਗਲੇ ਨੂੰ, ਹੋਰ ਨੂੰ, ਜਿਹੜੀ ਤੁਹਾਡਾ ਵਾਇਸ ਬਾਕਸ ਹੈ ਜਿੱਥੋਂ ਆਵਾਜ਼ ਪੈਦਾ ਹੁੰਦੀ, ਉਹਨੂੰ ਡਿਸਟਰਬ ਕਰਦੇ ਆ। ਔਰ ਬਹੁਤ ਲੋਕਾਂ ਦੀ ਆਵਾਜ਼ ਖਰਾਬ ਹੋ ਜਾਂਦੀ ਬਹੁਤ ਜ਼ਿਆਦਾ। ਉਹਦਾ ਜੇ ਕੋਈ ਵੀ ਇੱਕ ਉੱਥੇ ਗਿਲਟੀ ਉਹਦੇ ਉੱਪਰ ਬਣ ਗਈ, ਵਾਇਸ ਬਾਕਸ ਦੇ ਉੱਪਰ, ਤਾਂ ਤੁਸੀਂ ਆਵਾਜ਼ ਬਿਲਕੁਲ ਹੀ ਰਹਿ ਜਾਂਦੀ ਹੈ। ਬਹੁਤ ਸਾਰੇ ਲੋਕ ਦੇਖੇ, ਉਹਨਾਂ ਦੀ ਆਵਾਜ਼ ਬਿਲਕੁਲ ਬਹਿ ਜਾਂਦੀ ਹੈ। ਉਹ ਜਿਹੜਾ ਵਰਤਾਰਾ ਹੈ, ਉਹਨੂੰ ਰੋਕਣ ਦਾ ਇੱਕੋ ਤਰੀਕਾ ਕਿ ਟੌਂਸਲ ਨਹੀਂ ਕੱਢਣੇ। ਵੱਡਾ ਸਾਰਾ ਰੈੱਡ ਕਰਾਸ ਕਿ ਕਿਸੇ ਵੀ ਬੱਚੇ ਦੇ, ਕਿਸੇ ਵੀ ਬੰਦੇ ਦੇ ਟੌਂਸਲ ਨਹੀਂ ਕੱਢਣੇ। ਟੌਂਸਲ ਵੱਡੇ ਹੋਣਾ ਰੂਟ ਕਾਜ਼ ਨਹੀਂ ਹੈ। ਰੂਟ ਕਾਜ਼ ਨਹੀਂ ਹੈ। ਉਹ ਕਾਹਦੀ ਨਿਸ਼ਾਨੀ ਹੈ ਕਿ ਸਾਡੇ ਸਾਇਨਸਸ ਦੇ ਅੰਦਰ ਰੇਸ਼ਾ ਇਕੱਠਾ ਹੁੰਦਾ, ਉਹ ਰੇਸ਼ਾ ਪਿੱਛੇ ਗਿਰਦਾ। ਉਹ ਫੌਜੀ ਜਿਹੜੇ ਨੇ ਉਹਨੂੰ ਪਛਾਣਦੇ ਆ ਕਿ ਰੇਸ਼ਾ ਮਾੜੀ ਚੀਜ਼ ਹੈ, ਅੰਦਰ ਫੇਫੜਿਆਂ 'ਚ ਨਹੀਂ ਜਾਣ ਦੇਣਾ ਮੈਂ, ਤੇ ਉਹਨੂੰ ਪਹਿਲਾਂ ਹੀ ਵੱਡੇ ਸਾਰੇ ਹੋਰ ਵੱਡੇ ਹੋ ਜਾਂਦੇ ਤਾਂ ਕਿ ਉਹਨੂੰ ਡੀਲ ਕਰ ਸਕਣ। ਹੋਰ ਪਹਿਲਵਾਨ ਵੱਡੇ ਹੋ ਜਾਂਦੇ ਆ। ਜਿਵੇਂ ਤੁਹਾਡੇ ਸਾਇਨਸ 'ਚ ਰੇਸ਼ਾ ਜੰਮੇਗਾ, ਉਹ ਸਾਇਨਸ ਦਾ ਰੇਸ਼ਾ ਜੋ ਨਿਕਲ ਕੇ ਪਿੱਛੇ ਗਿਰਦਾ, ਜਦੋਂ ਸੌਂਦੇ ਆ, ਸਾਡੀ ਪੋਜੀਸ਼ਨ, ਮੰਨ ਲਓ ਅਸੀਂ ਸੁੱਤੇ ਆ, ਦਿਨ ਜਦੋਂ ਫਿਰ ਰਹੇ ਆਪਾਂ ਇੱਕ ਪੋਜੀਸ਼ਨ 'ਚ ਫਿਰ ਰਹੇ ਆ, ਰੈਕਟ 'ਚ, ਜਦੋਂ ਆਪਾਂ ਲੇਟ ਗਏ ਪੋਜੀਸ਼ਨ ਬਦਲ ਗਈ ਨਾ। ਜਦੋਂ ਪੋਜੀਸ਼ਨ ਬਦਲੇਗੀ, ਜੇ ਤੁਹਾਡੇ ਸਾਇਨਸ 'ਚ ਰੇਸ਼ਾ ਤਾਂ ਪਿੱਛੇ ਗਿਰੇਗਾ। ਆਪਾਂ ਕੋਈ ਨਹੀਂ, ਗਲ 'ਚ ਰੇਸ਼ਾ ਗਿਰਦਾ। ਗਲ 'ਚ ਰੇਸ਼ਾ ਗਿਰਨ ਦਾ ਮਤਲਬ ਕੀ ਹੈ ਕਿ ਉਹਨਾਂ ਸਾਇਨਸ 'ਚ ਜਦੋਂ ਪੋਜੀਸ਼ਨ ਬਦਲੀ, ਆਪਾਂ ਸੁੱਤੇ, ਕਦੀ ਸਿੱਧੇ ਲੇਟ ਜਾਂਦੇ ਆ, ਕਦੀ ਸੱਜੇ ਲੇਟ ਗਏ, ਕਦੀ ਖੱਬੇ ਲੇਟ ਗਏ, ਤੇ ਜਦੋਂ ਪੋਜੀਸ਼ਨ ਬਦਲਦੀ ਹੈ ਤੇ ਜਿਹੜਾ ਰੇਸ਼ਾ ਸਾਇਨਸ 'ਚ ਇਕੱਠਾ ਹੋਇਆ ਹੋਇਆ, ਉਹ ਨਾ ਮੋਰੀਆਂ ਰਾਹੀਂ ਬਾਹਰ ਆ ਕੇ ਗਲ 'ਚ ਗਿਰਦਾ। ਤੇ ਸੁੱਤੇ ਤੁਸੀਂ ਥੁੱਕਣ ਵੀ ਨਹੀਂ ਜਾ ਸਕਦੇ, ਤੁਹਾਨੂੰ ਅੱਗੇ ਲਗਾਉਣਾ ਹੁੰਦਾ। ਉਹ ਜਦੋਂ ਅੱਗੇ ਲੰਘਦਾ ਰੇਸ਼ਾ, ਤਾਂ ਉਹ ਜਿਹੜੇ ਫੌਜੀ ਨੇ, ਉਹਨਾਂ ਨੇ ਉਹਨੂੰ ਪਛਾਣਨਾ ਹੁੰਦਾ, ਉਹਦੇ ਉੱਪਰ ਕੋਈ ਨੂੰ ਕਾਰਵਾਈਆਂ ਕਰਨੀਆਂ ਹੁੰਦੀਆਂ ਨੇ, ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ, ਉਹਦਾ ਸੁਨੇਹਾ ਦੇਣਾ ਹੈ। ਕਈ ਉਹਨੂੰ ਕੰਮ ਲੱਗੇ ਹੋਏ, ਜੇ ਕੁਦਰਤ ਨੇ ਲਾਇਆ, ਉਹਦੇ ਵਾਸਤੇ ਫਿਰ ਉਹ ਵੱਡੇ ਹੋ ਜਾਂਦੇ ਆ। ਅਸੀਂ ਕਹਿੰਦੇ ਟੌਂਸਲ ਵੱਡੇ ਹੋ ਗਏ। ਟੌਂਸਲ ਵੱਡੇ ਹੋਣਗੇ ਤਾਂ ਬੱਚੇ ਨੂੰ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਨੇ। ਬੱਚੇ ਮੂੰਹ ਰਾਹੀਂ ਸਾਹ ਲੈਣਾ ਪੈਂਦਾ, ਉਹਨਾਂ ਨੂੰ ਸਾਹ ਆਉਂਦਾ ਨਹੀਂ ਹੈ, ਜ਼ੁਕਾਮ ਲੱਗਿਆ ਰਹਿੰਦਾ ਹਰ ਵੇਲੇ। ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਟੌਂਸਲ ਕਰਕੇ ਹੁੰਦੀਆਂ ਨੇ। ਸੋ ਤਾਂ ਟੌਂਸਲ ਦੀ ਗੱਲ ਹੋ ਗਈ। ਹੁਣ ਟੌਂਸਲ ਤੋਂ ਅੱਗੇ ਚੱਲੀਏ। ਟੌਂਸਲ ਤੋਂ ਅੱਗੇ ਆਪਾਂ ਸਾਹ ਪ੍ਰਣਾਲੀ ਦੇ ਅੰਦਰ ਵੜ ਗਈ। ਉਹਦੇ ਅੰਦਰ ਇੱਕ ਪਾਈਪ ਹੈ, ਜਿਹੜੀ ਇੱਥੋਂ ਸ਼ੁਰੂ ਹੁੰਦੀ ਹੈ, ਉੱਥੋਂ ਗਲ ਤੋਂ ਸ਼ੁਰੂ ਹੋ ਕੇ ਉਹ ਛਾਤੀ ਦੇ ਅੱਧ ਜੇ ਤੱਕ ਜਾਂਦੀ ਹੈ, ਅੱਧ ਤੱਕ, ਛਾਤੀ ਦੇ ਕੇਂਦਰ ਤੱਕ ਇੱਕੋ ਹੀ ਪਾਈਪ ਹੈ ਵੱਡੀ। ਉਹਨੂੰ ਕਹਿੰਦੇ ਵਿੰਡ ਪਾਈਪ, ਯਾਨੀ ਕਿ ਉਹਦੇ ਰਾਹੀਂ ਸਾਹ ਦੀ ਜਿਹੜੀ ਹਵਾ ਹੈ ਅੰਦਰ ਜਾਣੀ ਹੈ। ਉਹਨੂੰ ਟ੍ਰੇਕੀਆ ਕਹਿੰਦੇ, ਟ੍ਰੇਕੀਆ। ਕਈ ਵਾਰੀ ਅਗਰ ਇਨਫੈਕਸ਼ਨ ਬਹੁਤ ਜ਼ਿਆਦਾ ਗਲਾ ਨਾ ਰੋਕ ਸਕੇ ਉਹਨੂੰ, ਤਾਂ ਉਹ ਉਸ ਪਾਈਪ ਦੀ ਵੀ ਸੋਜਿਸ਼ ਆ ਜਾਂਦੀ ਹੈ, ਉਹਦੇ ਅੰਦਰ ਵੀ ਉਹ ਮਾਰ ਪੈਣੀ ਸ਼ੁਰੂ ਹੋ ਜਾਂਦੀ ਹੈ। ਔਰ ਫਿਰ ਤੁਸੀਂ ਦੇਖੋਗੇ ਖਾਂਸੀ ਬਹੁਤ ਜ਼ਿਆਦਾ ਜ਼ੋਰ ਲੱਗ ਕੇ ਆਉਂਦੀ ਹੈ, ਉੱਥੂ ਜਾ ਕੇ ਜਦੋਂ ਖਾਂਸੀ ਉਹਦੀ, ਮੂੰਹ ਲਾਲ ਰੱਤਾ ਹੋ ਜਾਂਦਾ ਹੈ,
ਤੇ ਮਤਲਬ ਬਾਰ-ਬਾਰ ਇੰਨੀ ਖਾਂਸੀ ਆਉਂਦੀ ਹੈ ਕਿ ਇੱਕਦਮ ਜਦੋਂ ਥੋੜੀ ਜਿਹੀ ਬਲਗਮ ਨਿਕਲਦੀ ਫਿਰ ਸਾਹ ਆਉਂਦਾ। ਉਹ ਕੀ ਕਰ ਰਿਹਾ ਕੋਸ਼ਿਸ਼, ਕੁਦਰਤ ਕੀ ਕਰ ਰਹੀ ਹੈ, ਉਹਦੀ ਜਿਹੜੀ ਬਹੁਤ ਹੱਥੂ ਵਾਲੀ ਖਾਂਸੀ ਕਰਕੇ ਕੁਦਰਤ ਕੀ ਕਰ ਰਹੀ ਹੈ ਕਿ ਉਹ ਤੁਹਾਡੀ ਵਿੰਡ ਪਾਈਪ ਜਿਹੜੀ ਹੈ ਉਹਦੇ ਅੰਦਰ ਇਨਫੈਕਸ਼ਨ ਹੋ ਗਈ। ਹੁਣ ਵਿੰਡ ਪਾਈਪ ਦੀ ਇਨਫੈਕਸ਼ਨ ਨੂੰ ਰੋਕਣ ਵਾਸਤੇ ਕਿ ਉਹ ਫੇਫੜਿਆਂ ਤੱਕ ਨਾ ਪਹੁੰਚੇ, ਹਰ ਲੈਵਲ ਤੇ ਕੁਦਰਤ ਆਪਣਾ ਕੰਮ ਕਰ ਰਹੀ ਹੈ ਕਿ ਵਿੰਡ ਪਾਈਪ ਤੱਕ ਤਾਂ ਆ ਗਈ, ਚਲੋ ਹੁਣ ਇਹਨੂੰ ਗਾਂਹ ਨਹੀਂ ਜਾਣ ਦੇਣਾ, ਕਿਉਂਕਿ ਫੇਫੜਿਆਂ ਦੇ ਹਰ ਪੱਧਰ ਤੇ ਜਿੰਨੀ ਡੂੰਘੀ ਜਾਈ ਜਾਏਗੀ ਇਨਫੈਕਸ਼ਨ ਓਨੀ ਸਾਡੇ ਮਰਨ ਦੇ ਚਾਂਸਸ ਵੱਧ ਜਾਣਗੇ। ਅਖੀਰਲਾ ਹੁੰਦਾ ਨਮੋਨੀਆ। ਜਦੋਂ ਉਹ ਬਲੂਨ ਤੱਕ, ਉਹ ਗੁਬਾਰਿਆਂ ਤੱਕ ਵੀ ਪਹੁੰਚ ਗਈ, ਉਹਨੂੰ ਆਪਾਂ ਕਹਿੰਦੇ ਆ ਹੁਣ ਨਮੋਨੀਆ ਹੋ ਗਿਆ। ਜਦੋਂ ਉਹ ਖਤਰਨਾਕ ਹੈ, ਫਿਰ ਉਹ ਭੱਜਣਾ ਪੈ ਜਾਂਦੀ ਹੈ, ਫਿਰ ਉਹ ਲਾਈਫ ਸੇਵਿੰਗ ਸਿਚੁਏਸ਼ਨ ਹੈ, ਉੱਥੇ ਆਪਾਂ ਬੰਦਾ ਮਰ ਸਕਦਾ, ਨਮੋਨੀਆ ਨਾਲ ਬੰਦਾ ਮਰ ਸਕਦਾ, ਕਿਉਂਕਿ ਉਹਦੀ ਇਨਫੈਕਸ਼ਨ ਹੈ ਹੁਣ ਉਹ ਖੀਰ ਜਿੱਥੇ ਆਪਾਂ ਬਲੂਨ ਸੁੱਕਿਆ ਸੀ ਵੀ ਖੀਰ ਤੇ ਪਹੁੰਚ ਗਈ, ਸਾਰੀਆਂ ਬ੍ਰਾਂਚਾਂ ਲੰਘਦੀ ਸਿਰੇ ਤੇ ਪਹੁੰਚ ਗਈ, ਤੇ ਹੁਣ ਉਹਨੂੰ ਸੜੀ ਲੜਾਈ ਫਿਰ ਵੀ ਨਹੀਂ ਛੱਡ ਰਿਹਾ, ਪਰ ਫਿਰ ਹੁਣ ਉਹਦੀ ਜਿਹੜੀ ਮਰਨ ਦੀ ਸੰਭਾਵਨਾ ਹੈ, ਉਹ ਬਿਮਾਰੀ ਦੇ ਵਧਣ ਦੀ ਸੰਭਾਵਨਾ ਹੈ, ਤੇ ਉਹ ਜ਼ਿੰਦਗੀ ਨੂੰ ਖਤਰਾ ਬਣਨ ਦੀ ਸੰਭਾਵਨਾ ਉਹ ਬਣ ਗਈ। ਤੋ ਜਦੋਂ ਜਿਹੜੀ ਉਹ ਖਾਂਸੀ ਆਉਂਦੀ ਹੈ ਬਹੁਤ ਜ਼ੋਰ ਲੱਗ ਕੇ, ਜਿਹਨੂੰ ਆਪਾਂ ਰੋਕ ਦਿੰਦੇ ਕਈ ਵਾਰੀ ਖਾਂਸੀ, ਉਹਦੇ ਚ ਇੱਥੇ ਉਹ ਵੀ ਗੱਲ ਕਰ ਲਈ ਆਪਾਂ ਕਿ ਜਿਹੜੀ ਆਪਾਂ ਖਾਂਸੀ ਦਬਾਉਣ ਵਾਲੀਆਂ ਦਵਾਈਆਂ ਲੈਂਦੇ ਆ ਉਹ ਵੀ ਬਹੁਤ ਖਤਰਨਾਕ ਵਰਤਾਰਾ ਹੈ। ਖਾਂਸੀ ਬਾਹਰ ਕੱਢਣ ਵਾਲੀ ਦਵਾਈ ਲਈ ਜਾ ਸਕਦੀ ਹੈ, ਪਤਲਾ ਕਰਨ ਵਾਲੀ। ਖਾਂਸੀ ਦੀਆਂ ਦੋ ਤਰ੍ਹਾਂ ਦੀਆਂ ਦਵਾਈਆਂ ਨੇ, ਇੱਕ ਹੈਗੀਆਂ ਖਾਂਸੀ ਨੂੰ ਦਬਾਉਣ ਵਾਲੀਆਂ, ਇੱਕ ਹੈਗੀਆਂ ਖਾਂਸੀ ਨੂੰ ਪਤਲਾ ਕਰਕੇ ਬਾਹਰ ਕੱਢਣ ਵਾਲੀਆਂ। ਸੋ ਦੋਨਾਂ 'ਚ ਫਰਕ ਹੈ। ਖਾਂਸੀ ਨੂੰ ਦਬਾਉਣ ਵਾਲੀਆਂ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ, ਔਰ ਬੱਚਿਆਂ 'ਚ ਖਾਸ ਕਰਕੇ ਅਸੀਂ ਬਹੁਤ ਹੀ ਮਨਾ ਕਰਦੇ ਹਾਂ ਕਿ ਬੱਚੇ ਨੂੰ ਖਾਂਸੀ ਦਬਾਉਣ ਵਾਲੀ ਦਵਾਈ ਦੇਣ ਦਾ ਮਤਲਬ ਹੈ ਕਿ ਤੁਸੀਂ ਬੱਚੇ ਨਾਲ ਦੁਸ਼ਮਣੀ ਕਰ ਰਹੇ ਹੋ। ਕਿਉਂ? ਕਿਉਂਕਿ ਬੱਚੇ ਨੂੰ ਖੰਘਣਾ ਤਾਂ ਆਉਂਦਾ ਨਹੀਂ ਚੰਗੀ ਤਰ੍ਹਾਂ, ਵੱਡਾ ਤਾਂ ਜਾਣ ਬੁੱਝ ਕੇ ਵੀ ਖੰਘ ਲਏਗਾ, ਜਿਹਨੂੰ ਲੱਗੇਗਾ ਕਿ ਮੇਰੇ ਅੰਦਰ ਬਲਗਮ ਬਣ ਰਹੀ ਹੈ ਤਾਂ ਜਾਣ ਕੇ ਵੀ ਖੰਘ ਲਏਗਾ, ਲੇਕਿਨ ਬੱਚੇ ਨੂੰ ਤਾਂ ਨਹੀਂ ਖੰਘਣਾ ਜ਼ਿਆਦਾ। ਸੋ ਬੱਚੇ ਕਰਕੇ ਜੇ ਤੁਸੀਂ ਉਹਦੀ ਜਿੰਨੀ ਥੋੜੀ ਬਹੁਤੀ ਖਾਂਸੀ ਹੈਗੀ, ਜੇ ਤੁਸੀਂ ਦਵਾਈ ਦੇ ਕੇ ਦਬਾਤੀ ਤਾਂ ਬੱਚਿਆਂ ਦਾ ਨਮੂਨੀਆ ਹੋਏਗਾ। ਸੋ ਔਰ ਦਵਾਈ ਬਹੁਤ ਦਬਾਉਣ ਵਾਲੀ ਦਵਾਈ ਦਿੰਦੇ ਆ, ਜਿੰਨੀਆਂ ਅਲਾਮਤਾਂ ਨੂੰ ਦਬਾਉਣ ਵਾਲੀਆਂ ਦਵਾਈਆਂ ਨੇ ਉਹਦੇ 'ਚ ਖਾਂਸੀ ਨੂੰ ਦਬਾਉਣ ਵਾਲੀ ਦਵਾਈ ਦਾ ਇੱਕ ਮੁੱਖ ਰੋਲ ਹੈ। ਦਿੰਦੇ ਕਿਉਂ ਨੇ ਡਾਕਟਰ? ਬਹੁਤ ਹੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਡਾਕਟਰ ਦਿੰਦੇ ਆ, ਉਹਨਾਂ ਨੂੰ ਪੜ੍ਹਾਇਆ ਇੱਦਾਂ ਜਾਂਦਾ ਕਿ ਕੋਈ ਨਾ ਕੋਈ ਦਵਾਈ ਦੇਣੀ ਉਹਨਾਂ ਨੇ, ਦੇਣਗੇ, ਲੇਕਿਨ ਉਹਦੇ 'ਚ ਇੱਕ ਜਿਹੜੀ ਮਾਨਸਿਕ ਗਹਿਰੀ, ਇੱਕ ਜਿਹਨੂੰ ਕਹਿੰਦੇ ਆ ਦੁਸ਼ਟ ਮਾਨਸਿਕਤਾ ਕਿ ਮੇਰੀ ਦਵਾਈ ਦਿੱਤੀ ਹੋਈ ਜੇ ਮਰੀਜ਼ ਨੂੰ ਆਰਾਮ ਨਾ ਆਇਆ ਤਾਂ ਮੇਰੀ ਇੱਕ ਈਗੋ ਹੈ, ਬਜਾਏ ਮਰੀਜ਼ ਨੂੰ ਸਮਝਾਉਣ ਦੇ ਕਿ ਖਾਂਸੀ ਨਹੀਂ ਦਬਾਉਣੀ, ਖਾਂਸੀ ਦਬਾਉਣ ਨਾਲ ਨੁਕਸਾਨ ਹੋ ਸਕਦਾ, ਉਹਨੂੰ ਦਵਾ ਦੇਣਗੇ ਤੇ ਮਰੀਜ਼ ਬੱਲੇ ਕਰਦਾ। ਇੱਕ ਵਾਰੀ ਬੁਖਾਰ ਉਤਾਰਤਾ, ਖਾਂਸੀ ਦਬਾਤੀ, ਛਿੱਕਾਂ ਦਬਾਤੀਆਂ, ਮਰੀਜ਼ ਤਾਂ ਇੱਕ ਵਾਰੀ ਤਾਂ ਕਹਿੰਦਾ ਹਾਂ ਮਤਲਬ ਹੋਆ। ਤੁਸੀਂ ਪਾਓਗੇ ਕਿ ਸਾਡੇ ਪਿੰਡਾਂ ਜਿਹੜੇ ਖਾਸ ਕਰਕੇ ਬੈਠੇ ਆ RMP ਟਾਈਪ ਦੇ ਡਾਕਟਰ, ਉਹ ਜਦੋਂ ਮਰੀਜ਼ ਜਾਏਗਾ 3-4 ਟੀਕੇ ਮਿਲਾ ਕੇ ਲਾਉਂਦੇ ਆ, ਇੱਕ ਐਂਟੀਬਾਇਓਟਿਕ ਲਾਉਣਗੇ, ਇੱਕ ਸਟੀਰੋਇਡ ਲਾਉਣਗੇ, ਇੱਕ ਐਂਟੀਹਿਸਟਾਮਿਨਿਕ ਲਾ ਦੇਣਗੇ। ਉਹ ਕਿਉਂ? ਕਿਉਂਕਿ ਕੋਈ ਵੀ ਲਾਮਤ ਹੈ ਸਭ ਦਬ ਜਾਣਗੇ, ਬੁਖਾਰ ਵੀ ਗਿਆ, ਛਿੱਕਾਂ ਵੀ ਬੰਦ, ਖਾਂਸੀ ਵੀ ਬੰਦ, ਸਭ ਕੁਝ ਬੰਦ, ਔਰ ਮਰੀਜ਼ ਬੱਲੇ ਡਾਕਟਰ ਸਾਹਿਬ ਬੜੇ ਮਹਾਨ ਨੇ, ਸਾਰਾ ਕੁਝ ਠੀਕ ਹੋ ਗਿਆ। ਤਾਂ ਉਹਦੇ ਨਾਲ ਹੋਏਗਾ ਕੀ? ਉਹ ਬਿਮਾਰੀ ਜਿਹੜੀ ਹੈ ਵੱਧ ਮਾਰ ਕਰੇਗੀ, ਬਿਮਾਰੀ ਪੁਰਾਣੀ ਹੋ ਜਾਏਗੀ, ਜਾਂ ਬਿਮਾਰੀ ਜਿਹੜੀ ਹੈ ਉਹ ਲੰਬੀ ਹੋ ਜਾਏਗੀ ਬਹੁਤ ਜ਼ਿਆਦਾ। ਇਸ ਕਰਕੇ ਖਾਂਸੀ ਨੂੰ ਦਬਾਉਣ ਵਾਲੀ ਦਵਾਈਆਂ ਨਹੀਂ ਦੇਣੀਆਂ, ਖਾਸ ਕਰਕੇ ਬੱਚਿਆਂ 'ਚ ਬਿਲਕੁਲ ਨਹੀਂ ਦੇਣੀਆਂ। ਤਾਂ ਖਾਂਸੀ ਜਦੋਂ ਆਉਂਦੀ ਹੈ, ਬਹੁਤ ਜ਼ੋਰ ਲੱਗ ਕੇ ਖਾਂਸੀ ਆ ਰਹੀ ਹੈ, ਤਾਂ ਉਹਨੂੰ ਜੀ ਆਇਆਂ ਕਹੋ, ਕਿਉਂਕਿ ਉਹ ਇਹਦਾ ਮਤਲਬ ਹੈ ਕਿ ਤੁਹਾਡੀ ਇਨਫੈਕਸ਼ਨ ਗਲ ਤੱਕ ਨਹੀਂ ਰਹੀ। ਜੇ ਗਲ ਤੱਕ ਵਾਲੀ ਖਾਂਸੀ ਹੈ ਉਹ ਵੱਖਰੀ ਹੁੰਦੀ ਹੈ। ਉਹ ਸਾਰੇ ਜਿਹੜੇ ਨੇ ਇਹ ਜਿਹੜੇ ਦੋਸਤ ਸਮਝਦੇ ਹੋਣਗੇ, ਕਿਉਂਕਿ ਖਾਂਸੀ ਆਪਾਂ ਸਾਰਿਆਂ ਨੂੰ ਲੱਗਦੀ ਹੈ। ਗਲ ਵਾਲੀ ਖਾਂਸੀ ਜਿਹੜੀ ਆ ਉਹ ਉੱਪਰਲੀ ਖਾਂਸੀ ਹੁੰਦੀ ਹੈ, ਲੇਕਿਨ ਜਿਹੜੀ ਜੇ ਇਨਫੈਕਸ਼ਨ ਥੱਲੇ ਚਲੀ ਗਈ ਤਾਂ ਜਿਹੜੀ ਉਹ ਖਾਂਸੀ ਹੈ ਬਹੁਤ ਗਹਿਰੀ ਹੁੰਦੀ ਹੈ, ਬਹੁਤ ਜ਼ੋਰ ਲੱਗਦਾ, ਪੂਰੇ ਛਾਤੀ ਦੇ ਪੱਠੇ ਜਿਹੜੇ ਨੇ, ਜਿਹਨੂੰ ਕਹਿੰਦੇ ਛਾਤੀ ਇਕੱਠੀ ਹੋ ਜਾਂਦੀ ਹੈ ਖੰਘਣ ਲੱਗਿਆ। ਉਹ ਕਿਉਂ ਹੋ ਰਹੀ ਹੈ? ਕਿਉਂਕਿ ਉਹ ਇਨਫੈਕਸ਼ਨ ਗਲ ਤੋਂ ਅੱਗੇ ਤੁਰ ਗਈ। ਹੁਣ ਉਹ ਵਿੰਡ ਪਾਈਪ ਚਲੀ ਗਈ, ਜਾਂ ਵਿੰਡ ਪਾਈਪ ਦੇ ਜਿਹੜੀ 2 ਬ੍ਰਾਂਚਾਂ ਵੱਡੀਆਂ ਉੱਥੋਂ ਤੱਕ ਚਲੀ ਗਈ। ਉੱਥੋਂ ਫਿਰ ਕਿਉਂਕਿ ਕੁਦਰਤ ਨੂੰ ਫਿਰ ਬਾਹਰ ਕੱਢਣ ਲਈ ਜ਼ੋਰ ਬਹੁਤ ਲਾਉਣਾ ਪੈਂਦਾ, ਤਾਂ ਪੂਰੀ ਪਹਿਲਾਂ ਵੱਡਾ ਸਾਰਾ ਸਾਹ ਆਏਗਾ, ਫਿਰ ਜ਼ੋਰ ਦੀ ਖਾਂਸੀ ਆਏਗੀ, ਕਿਉਂਕਿ ਉਸ ਹਵਾ ਦੇ ਨਾਲ ਜ਼ੋਰ ਨਾਲ ਬਾਹਰ ਨਿਕਲ ਜਾਵੇ। ਹੁਣ ਇੱਥੇ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਹੀ ਖਾਂਸੀ ਦਬਾਵਾਂਗੇ, ਜਾਂ ਜਿਸ ਬੰਦੇ ਨੂੰ ਖਾਂਸੀ ਘੱਟ ਆਏਗੀ, ਜਾਂ ਜਿਹੜਾ ਬੰਦਾ ਕਮਜ਼ੋਰ ਹੈ, ਖਾਂਸੀ ਨਹੀਂ ਕਰ ਸਕਦਾ, ਜਾਂ ਬੱਚਾ ਜਾਂ ਬਜ਼ੁਰਗ ਹੈ, 2 ਬੰਦੇ ਹੁੰਦੇ ਆ ਜਿਨ੍ਹਾਂ ਦੇ ਪੱਠੇ ਕਮਜ਼ੋਰ ਹੋ ਜਾਂਦੇ ਆ, ਕਿਉਂਕਿ ਖਾਂਸੀ ਕਰਨ ਲਈ ਤੇ ਛਿੱਕ ਮਾਰਨ ਲਈ 2 ਚੀਜ਼ਾਂ ਨੇ। ਖਾਂਸੀ ਕਰਨ ਲਈ ਤੇ ਛਿੱਕ ਮਾਰਨ ਲਈ ਤੁਹਾਡੇ ਪੱਠੇ ਬਹੁਤ ਮਜ਼ਬੂਤ ਚਾਹੀਦੇ ਆ। ਜਦੋਂ ਜ਼ੋਰ ਦੀ ਖਾਂਸੀ ਕਰਨੀ ਹੈ ਤਾਂ ਜ਼ੋਰ ਦੀ ਛਿੱਕ ਮਾਰਨੀ ਹੈ,
ਤਾਂ ਪੱਠੇ ਮਜ਼ਬੂਤ ਚਾਹੀਦੇ ਆ। ਤੁਸੀਂ ਪਾਓਗੇ ਜਿਹੜੇ ਕਮਜ਼ੋਰ ਜਿਹੇ ਬੰਦੇ ਆ, ਨਾ ਤਾਂ ਉਹਦੀ ਖਾਂਸੀ ਜ਼ੋਰ ਵਾਲੀ ਹੁੰਦੀ ਹੈ ਤੇ ਨਾ ਉਹਦੀ ਛਿੱਕ ਜ਼ੋਰ ਵਾਲੀ ਹੁੰਦੀ ਹੈ। ਛਿੱਕ ਵੀ ਸੁੱਤਾਈ ਜਿਹੀ ਹੋਏਗੀ ਤੇ ਖਾਂਸੀ ਵੀ ਸਤਾਈ ਜਿਹੀ ਹੋਏਗੀ। ਉਹਦਾ ਕੀ ਹੋਏਗਾ ਕਿ ਉਹ ਬੰਦੇ ਜ਼ਿਆਦਾ ਵਲਨਰੇਬਲ ਹੋਣਗੇ ਨਮੂਨੀਆ ਹੋਣ ਦੇ। ਤੋ ਇਸ ਕਰਕੇ ਆਪਣੇ ਸਾਹ ਦੇ ਪੱਠਿਆਂ ਨੂੰ ਮਜ਼ਬੂਤ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਹ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਸਾਹ ਦੇ ਪੱਠਿਆਂ ਨੂੰ ਮਜ਼ਬੂਤ ਰੱਖਣਾ ਵੀ ਜ਼ਰੂਰੀ ਹੈ। ਸਾਹ ਦੇ ਪੱਠਿਆਂ ਨੂੰ ਮਜ਼ਬੂਤ ਰੱਖਣ ਵਾਸਤੇ ਕੀ ਚਾਹੀਦਾ? ਜ਼ੋਰ ਦੀ ਹੱਸਣਾ। ਖੋਲੇ ਹਾ ਕਰਕੇ ਹੱਸਦੇ ਆ ਤਾਂ ਉਹਦੇ ਨਾਲ ਸਾਹ ਦੇ ਪੱਠੇ ਸਾਡੇ ਬਹੁਤ ਮਜ਼ਬੂਤ ਹੁੰਦੇ ਆ। ਸਿਮਿਲਰਲੀ ਪ੍ਰਾਣਾਯਾਮ ਜਿਹੜੇ ਨੇ ਉਹ ਸਾਹ ਦੇ ਪੱਠੇ ਮਜ਼ਬੂਤ ਕਰਦੇ ਆ। ਸਿਮਿਲਰਲੀ ਜਦੋਂ ਅਸੀਂ ਦੌੜਦੇ ਆ ਜਾਂ ਕੋਈ ਭਾਰੀ ਕੰਮ ਕਰਦੇ ਆ, ਸਾਹ ਜ਼ੋਰ ਦੀ ਲੈਣਾ ਪੈਂਦਾ, ਸਾਹ ਚੜ੍ਹਦਾ, ਉਦੋਂ ਸਾਹ ਦੇ ਪੱਠੇ ਕਮਜ਼ੋਰ ਮਜ਼ਬੂਤ ਹੁੰਦੇ ਆ। ਤਾਂ ਕੋਈ ਵੀ ਕੰਮ ਕਰਨਾ ਸਖਤ ਜਿਹਦੇ ਨਾਲ ਸਾਨੂੰ ਜ਼ੋਰ ਦੀ ਸਾਹ ਲੈਣਾ ਪਵੇ, ਉੱਚੀ ਹੱਸਣਾ। ਉਹ ਪੁਰਾਣੇ ਬੰਦੇ ਦੇਖੋ, ਤੁਸੀਂ ਯਾਦ ਕਰਕੇ ਦੇਖੋ, ਬਜ਼ੁਰਗਾਂ ਨੂੰ ਪੁੱਛੋ ਪੁਰਾਣੇ ਬੰਦੇ ਹੱਸਦੇ ਕਿੰਨਾ ਹੁੰਦੇ ਸੀਗੇ, ਜਾਂ ਬੱਚਾ ਕਿੰਨਾ ਹੱਸਦਾ। ਤੁਸੀਂ ਹੁਣ ਵੀ ਦੇਖ ਲਓ, ਬੱਚਾ ਦਿਨ 'ਚ ਸੈਂਕੜੇ ਵਾਰੀ ਹੱਸਦਾ। ਅਸੀਂ ਕਿੰਨੀ ਕੁ ਵਾਰੀ ਹੱਸਦੇ ਹਾਂ ਜਿਹੜੇ ਵੱਡੇ ਆ? ਸਾਡਾ ਅਹਿਮ, ਸਾਡੀ ਘਮੰਡ, ਸਾਡੀ ਜਿਹੜੀ ਦੂਜਿਆਂ ਨਾਲ ਸਾਡਾ ਲੈਣ ਦੇਣ ਇੱਦਾਂ ਦਾ ਬਣਿਆ ਹੋਇਆ ਕਿ ਅਸੀਂ ਹੱਸਦੇ ਹੀ ਨਹੀਂ, ਗੰਭੀਰ ਹੀ ਰਹਿੰਦੇ ਸਾਰਾ ਦਿਨ। ਉਹ ਜਿਹੜਾ ਵਰਤਾਰਾ ਹੈ, ਖੁੱਲ੍ਹ ਕੇ ਹੱਸਣਾ, ਖੁੱਲ੍ਹ ਕੇ ਖਾਂਸੀ ਕਰਨੀ, ਖੁੱਲ੍ਹ ਕੇ ਛਿੱਕ ਮਾਰਨੀ, ਖੁੱਲ੍ਹ ਕੇ ਜਿਹਨੂੰ ਕਹਿੰਦੇ ਆ ਜਾਂ ਕੰਮ ਕਰਨਾ ਜ਼ੋਰ ਵਾਲਾ, ਤਾਂ ਕਿ ਸਾਹ ਚੜ੍ਹੇ, ਜ਼ੋਰ ਦੀ ਸਾਹ ਚੜ੍ਹੇ ਉਹਦੇ ਨਾਲ। ਤਾਂ ਸਾਰੇ ਕੰਮ ਜਿਹੜੇ ਨੇ ਇਹਦੇ ਨਾਲ, ਜਿੱਥੇ ਸਾਹ ਪ੍ਰਣਾਲੀ ਦੀ ਸਫਾਈ ਹੁੰਦੀ ਹੈ, ਉੱਥੇ ਸਾਹ ਪ੍ਰਣਾਲੀ ਦੇ ਪੱਠੇ ਵੀ ਮਜ਼ਬੂਤ ਹੁੰਦੇ ਆ। ਇਹ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ। ਤਾਂ ਹੁਣ ਆਪਾਂ ਚੱਲੀਏ ਅੱਗੇ ਕਿ ਜਿਹੜਾ ਇਹਦੇ ਅੰਦਰ ਨਮੂਨੀਆ ਤੱਕ ਨਾ ਆਪਾਂ ਜਿੱਥੋਂ ਆਪਾਂ ਡਰਦੇ ਹਾਂ ਆਪਾਂ। ਸਭ ਤੋਂ ਜ਼ਿਆਦਾ ਜਿਹੜਾ ਇਹਦਾ ਫੇਫੜਿਆਂ ਦਾ ਜਿਹੜੀ ਬਿਮਾਰੀ, ਜਿਹੜੀ ਫੌਰੀ ਹੋਣ ਵਾਲੇ ਜ਼ੁਕਾਮ ਦਾ ਅਗਲਾ ਹਿੱਸਾ ਹੈ, ਕੰਪਲੀਕੇਸ਼ਨ ਹੈ ਉਹਦੀ, ਉਹ ਹੈ ਇੱਕਦਮ ਨਮੂਨੀਆ ਹੋ ਜਾਂਦਾ। ਉਹ ਨਮੂਨੀਆ ਜਿਹੜਾ ਉਹ ਮਾਰੂ ਹੁੰਦਾ। ਤੇ ਜਿਹੜੇ ਬੰਦੇ ਹੁਣ ਡੈਥਸ ਹੋ ਰਹੀਆਂ ਉਹ ਜ਼ਿਆਦਾਤਰ ਨਮੂਨੀਆ ਨਾਲ ਹੁੰਦੀਆਂ ਨੇ, ਜਾਂ ਨਮੂਨੀਆ ਤੋਂ ਬਾਅਦ ਫਿਰ ਜਦੋਂ ਨਮੂਨੀਆ ਫੇਫੜੇ ਵੀ ਤੋਂ ਵੀ ਗੱਲ ਲੰਘ ਜਾਂਦੀ ਹੈ ਤਾਂ ਫਿਰ ਬਾਕੀ ਸਾਰੇ ਸਿਸਟਮ, ਜਦੋਂ ਬਹੁਤ ਜ਼ਿਆਦਾ ਗੰਭੀਰ ਹੋ ਜਾਂਦਾ ਬੰਦਾ, ਫਿਰ ਸਾਰੇ ਸਿਸਟਮ ਇਨਵੋਲਵ ਹੋ ਜਾਂਦੇ ਆ। ਫਿਰ ਹਾਰਟ ਵੀ ਇਨਵੋਲਵ ਹੋ ਜਾਂਦਾ, ਗੁਰਦੇ ਵੀ ਇਨਵੋਲਵ ਹੋ ਜਾਂਦੇ ਆ, ਫਿਰ ਸਾਰੇ ਸਿਸਟਮ, ਉਹਨੂੰ ਕਹਿੰਦੇ ਮਲਟੀ ਆਰਗਨ ਫੇਲਿਅਰ। ਉਹ ਟਰਮੀਨਲ ਹੁੰਦਾ ਹੈ ਮੌਤ ਤੋਂ ਪਹਿਲਾਂ, ਕਈ ਵਾਰੀ ਸਾਰੇ ਸਿਸਟਮ ਇਨਵੋਲਵ ਹੋਣੇ ਸ਼ੁਰੂ ਹੋ ਜਾਂਦੇ ਆ। ਇਸ ਕਰਕੇ ਉਹਦਾ ਵਰਤਾਰਾ ਹੈ, ਉਸ ਤੋਂ ਬਚਣ ਵਾਸਤੇ ਸਾਨੂੰ ਆਪਣੀ ਸਭ ਤੋਂ ਵਧੀਆ ਵਰਤਾਰਾ ਕੀ ਹੈ ਕਿ ਆਪਣੀ ਜਿਹੜੀ ਸ਼ੁਰੂਆਤੀ ਅਲਾਮਤਾਂ ਨੇ ਉੱਥੇ ਹੀ ਅਸੀਂ ਇਹੋ ਜਿਹੇ ਮੇਜਰ ਲੈ ਲਈਏ ਕਿ ਸਾਨੂੰ ਉਹ ਨੌਬਤ ਨਾ ਆਵੇ। ਜਿਹੜੇ ਉਹ ਮੇਜਰ ਕੀ ਲੈਣੇ ਆ, ਉਹ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਖਾਣ ਪੀਣ ਠੀਕ ਕਰਨਾ ਤੇ ਕੁਝ ਦੇਸੀ ਟੋਟਕੇ ਵਰਤਣੇ ਆ, ਭਾਫ ਲੈਣੀ ਹੈ, ਗਰਾਰੇ ਕਰਨੇ ਆ, ਸਾਰਾ ਕੁਛ ਉਹਦੇ 'ਚ ਹੀ ਸਾਰਾ ਕੁਛ ਹੈ। ਤੇ ਜੇ ਅਸੀਂ ਉਹ ਲੈ ਲਾਂਗੇ ਤਾਂ ਨਮੂਨੀਆ ਵਾਲੀ ਨੌਬਤ ਜਿਹੜੀ ਹੈ ਨਹੀਂ ਆਏਗੀ। ਈਵਨ ਬਜ਼ੁਰਗਾਂ ਨੂੰ ਵੀ ਨਹੀਂ ਆਏਗੀ, ਕਿਸੇ ਨੂੰ ਨਹੀਂ ਆਏਗੀ। ਪਰ ਉਹ ਅਲਾਮਤਾਂ ਜਿਹੜੀਆਂ ਨੇ ਉਹ ਪਹਿਲੇ ਦਿਨ ਤੋਂ ਸ਼ੁਰੂ ਕਰਨੀਆਂ ਪੈਣਗੀਆਂ। ਜਿੱਦਣ ਅਲਾਮਤ ਆਈ, ਜਿੱਦਣ ਗਲੇ 'ਚ ਕੁਰਕਰੀ ਖਰਕਰੀ ਜੇ ਸ਼ੁਰੂ ਹੋਈ, ਜਿੱਦਣ ਮਾੜਾ ਜਿਹਾ ਜ਼ੁਕਾਮ ਜੁਕਾਮ ਜਿਹਾ ਲੱਗਿਆ, ਉਦੋਂ ਤੋਂ ਹੀ ਸ਼ੁਰੂ ਕਰਨੀਆਂ ਪੈਣਗੀਆਂ। ਤੇ ਜੇ ਕਰ ਦਾਂਗੇ ਆਪਾਂ ਤਾਂ ਫਿਰ ਉਹ ਜਿਹੜਾ ਵਾਇਰਲ ਨਮੂਨੀਆ, ਵਾਇਰਸ ਕਰਕੇ ਨਮੂਨੀਆ ਹੁੰਦਾ, ਉਸ ਤੋਂ ਬਾਅਦ ਬੈਕਟੀਰੀਆ ਵੀ ਆ ਜਾਂਦੇ। ਫਿਰ ਜਦੋਂ ਇੱਕ ਵਾਰੀ ਵਾਇਰਸ ਆ ਜਾਂਦੀਆਂ ਨੇ ਤਾਂ ਉਹ ਤਾਂ ਕਿਉਂਕਿ ਉਹਦੇ ਅੰਦਰ ਸਾਰਾ ਸੋਜਿਸ਼ ਹੋ ਜਾਂਦੀ ਹੈ, ਤਾਂ ਜਿਹੜੀ ਸੁੱਜਣ ਵਾਲੀ ਜਿੱਦਾਂ ਜ਼ਖਮ ਹੋ ਜਾਂਦਾ ਬਾਹਰ, ਮਤਲਬ ਆਪਣੇ ਜ਼ਖਮ ਦਾ ਨਾਲ ਜਿਹੜਾ ਪੱਕ ਜਾਂਦਾ ਨਾ, ਆਪਾਂ ਕਹਿੰਦੇ ਜ਼ਖਮ ਪੱਕੇ ਨਾ, ਆਪਾਂ ਕੋਈ ਦਵਾਈ ਖਾ ਲਈਏ, ਤਾਂ ਉਹਦੇ ਅੰਦਰ ਜਦੋਂ ਜ਼ਖਮ ਹੋ ਜਾਏਗਾ ਵਾਇਰਸ ਕਰਕੇ, ਤਾਂ ਉਹਦੇ ਉੱਪਰ ਵੀ ਫਿਰ ਬੈਕਟੀਰੀਆ ਆ ਜਾਂਦੇ। ਤਾਂ ਉਹਦੇ ਅੰਦਰ ਫਿਰ ਜਿਹੜੀ ਬਹੁਤ ਬਲਗਮ, ਜਿਹੜੀ ਸੰਘਣੀ ਬਣਨੀ ਸ਼ੁਰੂ ਹੋ ਜਾਂਦੀ ਹੈ, ਉਹ ਬੈਕਟੀਰੀਆ ਕਰਕੇ ਬਣਦੀ ਹੈ। ਉਹ ਇਹ ਨਮੂਨੀਆ ਜਿਹੜਾ ਉਹਦੀ ਕੰਪਲੀਕੇਸ਼ਨ ਹੈ। ਵਾਇਰਲ ਫੀਵਰ ਦੀ ਕੰਪਲੀਕੇਸ਼ਨ ਨਹੀਂ ਹੁੰਦੀ ਹੈ। ਜੇ ਵਾਇਰਲ ਫੀਵਰ ਤੋਂ ਬਿਨਾਂ ਵੀ ਬੈਕਟੀਰੀਆ ਕਰਕੇ ਵੀ ਛੋਟੇ ਬੱਚਿਆਂ 'ਚ ਨਮੂਨੀਆ ਹੁੰਦਾ, ਵੱਡਿਆਂ 'ਚ ਆਮ ਤੌਰ 'ਤੇ ਨਮੂਨੀਆ ਨਹੀਂ ਹੁੰਦਾ। ਵੱਡਿਆਂ 'ਚ ਨਮੂਨੀਆ ਜਦੋਂ ਵੀ ਹੋਏਗਾ ਤਾਂ ਵਾਇਰਸ ਉਹਦੇ ਕਿਤੇ ਨਾ ਕਿਤੇ ਵਾਇਰਲ ਪਹਿਲਾਂ ਹੋਏਗਾ, ਵਾਇਰਲ ਤੋਂ ਬਾਅਦ ਨਮੂਨੀਆ ਹੋਏਗਾ, ਜਾਂ ਬਹੁਤ ਕੋਈ ਕਮਜ਼ੋਰ ਬੰਦਾ ਉਹਨੂੰ ਹੋ ਸਕਦਾ। ਲੇਕਿਨ ਆਮ ਤੌਰ 'ਤੇ ਹੈਲਦੀ ਬੰਦੇ ਦਾ ਸਿਸਟਮ ਇੰਨਾ ਕਿ ਸਟਰੋਂਗ ਹੋ ਚੁੱਕਿਆ ਹੁੰਦਾ ਕਿ ਉਹਨੂੰ ਜਲਦੀ ਬਿਨਾਂ ਵਾਇਰਲ ਤੋਂ ਨਮੂਨੀਆ ਨਹੀਂ ਹੁੰਦਾ। ਉਹਦੇ 'ਚ ਇਹ ਹੋ ਗਈ ਤੁਹਾਡੀ ਨਮੂਨੀਆ ਦੀ ਗੱਲ। ਤੇ ਉਸ ਤੋਂ ਬਾਅਦ ਦੂਜੀ ਜਿਹੜੀ ਬਿਮਾਰੀ ਹੈ ਉਹ ਹੈਗੀ ਹੈ ਅਸਥਮਾ। ਆਮ ਜਿਹੜਾ ਉਹਦੀ ਆਪਾਂ ਗੱਲ ਥੋੜ੍ਹੀ ਜਿਹੀ ਵਿਸਥਾਰ 'ਚ ਕਰ ਲੈਂਦੇ ਹਾਂ। ਜਿਹਨੂੰ ਆਪਾਂ ਦਮਾ ਕਹਿੰਦੇ, ਦਮਾ ਬੜਾ ਕਾਮਨ ਹੈ ਪੰਜਾਬ ਦੇ ਅੰਦਰ। ਕੁਝ ਬਿਮਾਰੀਆਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਨੇ, ਉਹਦੇ 'ਚੋਂ ਦਮਾ ਵੀ ਇੱਕ ਹੈ। ਪੱਥਰੀਆਂ ਬਹੁਤ ਜ਼ਿਆਦਾ ਨੇ, ਗੁਰਦੇ ਦੀਆਂ ਪੱਥਰੀਆਂ ਬਹੁਤ ਜ਼ਿਆਦਾ ਨੇ, ਪਿੱਤੇ ਦੀਆਂ ਪੱਥਰੀਆਂ ਬਹੁਤ ਜ਼ਿਆਦਾ ਨੇ, ਉਹ 'ਚ ਦਮਾ ਵੀ ਹੈ। ਇੱਕ ਦੌਰਿਆਂ ਦੀ ਕੁਝ ਸਮੱਸਿਆਵਾਂ ਨੇ ਪੰਜਾਬ 'ਚ, ਬਾਕੀ ਕੰਟਰੀ ਨਾਲੋਂ ਵੀ ਜ਼ਿਆਦਾ ਨੇ। ਦਮਾ ਵੀ ਇੱਕ ਸਮੱਸਿਆ ਜਿਹੜਾ ਕਿ ਕਾਫੀ ਜ਼ਿਆਦਾ। ਦਮਾ ਕਿਉਂ ਹੁੰਦਾ, ਉਹਦੀ ਜੜ ਕਿੱਥੇ ਹੈ? ਬਹੁਤੀ ਵਿਗਿਆਨ ਨੇ ਇਹਨੂੰ ਬਹੁਤ ਗਹਿਰਾਈ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਸਮਝ ਆਈ ਵੀ ਨਹੀਂ ਵਿਗਿਆਨ ਨੂੰ ਕਿ ਦਮਾ ਚੀਜ਼ ਕੀ ਹੈ।
ਆਪਾਂ ਮੋਟੀ ਗੱਲਾਂ ਕਰ ਲੈਂਦੇ ਆ ਕਿ ਦਮੇ ਦਾ ਮਤਲਬ ਹੈ ਕਿ ਸਾਡੇ ਸਰੀਰ ਜਿਹੜੇ ਸਾਡੇ ਸਾਹ ਪ੍ਰਣਾਲੀ ਦੀਆਂ ਜਿਹੜੀਆਂ ਨਾੜਾਂ ਨੇ, ਜਿਹੜੇ ਆਪਾਂ ਕਿਹਾ ਸੋਚਿਆ ਸੀ ਵੀ ਉਲਟੇ ਦਰਖਤ ਦੀਆਂ ਟਹਿਣੀਆਂ, ਵੱਡੀ ਫਿਰ ਛੋਟੀ, ਫਿਰ ਛੋਟੀ, ਫਿਰ ਛੋਟੀ, ਫਿਰ ਛੋਟੀ, ਉਹ ਜਿਹੜੇ ਸਾਹ ਰਸਤੇ ਜਿਹੜੀਆਂ ਪਾਈਪਾਂ ਨੇ ਛੋਟੀਆਂ, ਮਤਲਬ ਸੈਂਕੜੇ ਹਜ਼ਾਰਾਂ ਪਾਈਪਾਂ ਨੇ, ਉਹਦੇ ਅੰਦਰ ਸੋਜਿਸ਼ ਹੋਣਾ, ਤੇ ਉਹਦੇ ਅੰਦਰ ਜਦੋਂ ਸੋਜਿਸ਼ ਹੁੰਦੀ ਹੈ ਤਾਂ ਉਹ ਪੀੜੀਆਂ ਹੋ ਜਾਂਦੀਆਂ ਨੇ, ਨੂੰ ਸਪਾਜ਼ਮ ਕਹਿੰਦੇ ਆ ਅਸੀਂ, ਸਪਾਜ਼ਮ। ਫਿਰ ਜਦੋਂ ਪੀੜੀਆਂ ਹੋ ਜਾਂਦੀਆਂ ਨੇ ਤਾਂ ਜਦੋਂ ਸਾਹ ਲੈਂਦੇ ਆ ਉਦੋਂ ਤਾਂ ਛਾਤੀ ਜਿਹੜੀ ਹੈ ਉਹ ਜ਼ੋਰ ਨਾਲ ਖੁੱਲ ਜਾਂਦੀ ਹੈ, ਘੱਟ ਤਕਲੀਫ ਨਹੀਂ ਲੱਗਦੀ। ਜਦੋਂ ਸਾਹ ਬਾਹਰ ਕੱਢਣਾ ਹੁੰਦਾ ਉਹਦੇ ਚ ਕਿਉਂਕਿ ਜ਼ੋਰ ਨਹੀਂ ਲੱਗਦਾ, ਉਹ ਆਪਣੇ ਆਪ ਬਣੇ ਤਾਂ ਉਹਦੇ ਅੰਦਰ ਫਿਰ ਸਾਹ ਬਾਹਰ ਕੱਢਣ ਚ ਬਹੁਤ ਦਿੱਕਤ ਹੋਈ। ਤੁਸੀਂ ਦੇਖੋਗੇ ਦਮਾ ਵਾਲਿਆਂ ਦਾ ਉਲਟਾ ਕੰਮ ਹੁੰਦਾ, ਸਾਹ ਅੰਦਰ ਲੈਣ ਚ ਉਨੀ ਦਿੱਕਤ ਨਹੀਂ ਹੁੰਦੀ, ਇਸ ਕਰਕੇ ਸਾਹ ਬਾਹਰ ਕੱਢਣ ਚ ਬਹੁਤ ਦਿੱਕਤ ਹੁੰਦੀ ਹੈ। ਤਾਂ ਉਹਨੂੰ ਆਪਾਂ ਦਮਾ ਜਿਹੜੀ ਕਹਿ ਦਿੰਦੇ ਹਾਂ। ਦਮੇ ਦੇ ਅੰਦਰ ਫਿਰ ਅੰਗਰੇਜ਼ੀ ਦਵਾਈਆਂ ਇਲਾਜ ਕਰਦੇ ਆ, ਦਵਾਈਆਂ ਦਿੰਦੇ ਆ। ਉਹ ਜਿਹੜਾ ਅੱਜ ਕੱਲ੍ਹ ਨੈਬੂਲੇਸ਼ਨ ਮਸ਼ੀਨ ਆ ਗਈ ਨੈਬੂਲੇਸ਼ਨ ਦੀ, ਉਹ ਦਿੰਦੇ ਆ, ਪਰ ਟੀਕੇ ਟੁਕੇ ਲਾਉਂਦੇ ਹੁੰਦੇ ਸੀ ਪਹਿਲਾਂ ਪੁਰਾਣੇ ਜ਼ਮਾਨੇ 'ਚ, ਆਕਸੀਜਨ ਦਿੰਦੇ ਸੀ, ਜੋ ਵੀ ਸੀਗਾ। ਤਾਂ ਦਮਾ ਜਿਹੜਾ ਹੈ ਉਹਦੇ ਅੰਦਰ ਜਿਹੜਾ ਹੁਣ ਦਮਾ, ਪਹਿਲੀ ਗੱਲ ਤਾਂ ਆਪਾਂ ਦੇਖੀਏ ਹੁੰਦਾ ਕਿਉਂ ਹੈ। ਦਮੇ ਦੇ ਅੰਦਰ ਦੋ ਕੰਪੋਨੈਂਟ ਨੇ, ਉਹਦੇ ਦੋ ਹਿੱਸੇ ਨੇ। ਇੱਕ ਤਾਂ ਹੈ ਕਿ ਕੋਈ ਨਾ ਕੋਈ ਸੂਖਸ਼ਮ ਜੀਵ, ਬਿਮਾਰੀ ਕਰਨ ਵਾਲਾ, ਅੰਦਰਲੀ ਝਿੱਲੀ ਨੂੰ, ਸਾਹ ਪ੍ਰਣਾਲੀ ਦੀ ਅੰਦਰਲੀ ਝਿੱਲੀ ਨੂੰ, ਉਹਨਾਂ ਜਿਹੜੀਆਂ ਪਾਈਪਾਂ ਨੇ ਉਹਦੀ ਅੰਦਰਲੀ ਝਿੱਲੀ ਨੂੰ ਸੋਜਿਸ਼ ਕਰਦਾ। ਦੂਜਾ ਕੀ ਹੈ, ਉਹਦੇ ਚ ਐਲਰਜੀ ਦਾ ਕੰਪੋਨੈਂਟ ਹੈ। ਹੁਣ ਐਲਰਜੀ ਜਿਹੜੀ ਹੈ ਇਹਨੂੰ ਆਪਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇੱਥੇ, ਜੇ ਆਪਾਂ ਦਮੇ ਨੂੰ ਸਮਝਣਾ ਤਾਂ ਜਾਂ ਕਿਸੇ ਵੀ ਐਲਰਜੀ ਨੂੰ ਸਮਝਣਾ ਬਹੁਤ ਜ਼ਰੂਰੀ ਕਿ ਐਲਰਜੀ ਹੁੰਦੀ ਕੀ ਹੈ। ਮੇਰੇ ਖਿਆਲ ਆਪਾਂ ਐਲਰਜੀ ਦੀ ਗੱਲ ਅੱਜ ਸਮਝ ਲੈਂਦੇ ਹਾਂ, ਬਾਕੀ ਸ਼ਾਇਦ ਥੋੜੀ ਬਹੁਤੀ ਗੱਲ ਰਹਿ ਜਾਏਗੀ ਤਾਂ ਫਿਰ ਅੱਗੇ ਕੱਲ ਨੂੰ ਵੀ ਕਰ ਸਕਦੇ ਹਾਂ। ਐਲਰਜੀ ਨੂੰ ਆਪਾਂ ਬਹੁਤ ਧਿਆਨ ਨਾਲ ਸਮਝੀਏ ਕਿ ਐਲਰਜੀ ਕੀ ਚੀਜ਼ ਹੈ। ਬਹੁਤ ਆਮ ਸ਼ਬਦ ਹੈ ਅੱਜ ਕੱਲ੍ਹ, ਮਤਲਬ ਕਿਸੇ ਬਜ਼ੁਰਗ ਮਾਤਾ ਨੂੰ ਵੀ ਪੁੱਛੋ, ਉਹ ਵੀ ਕਹੂਗੀ ਮੈਨੂੰ ਜੀ ਐਲਰਜੀ ਹੈ। ਐਲਰਜੀ ਚਮੜੀ 'ਚ ਵੀ ਹੋ ਸਕਦੀ ਹੈ, ਐਲਰਜੀ ਖਾਣੇ ਤੋਂ ਵੀ ਹੋ ਸਕਦੀ ਹੈ, ਐਲਰਜੀ ਸਾਹ ਪ੍ਰਣਾਲੀ ਦੀ ਵੀ ਹੋ ਸਕਦੀ ਹੈ, ਛਿੱਕਾਂ ਵੀ ਲੱਗ ਸਕਦੀ। ਸੋ ਆਮ ਕਹਿੰਦੇ ਮੈਨੂੰ ਜੀ ਧੂੜ ਤੋਂ ਐਲਰਜੀ ਹੈ, ਮੈਨੂੰ ਫਲਾਣੇ ਤੋਂ ਐਲਰਜੀ ਹੈ। ਤਾਂ ਐਲਰਜੀ ਸ਼ਬਦ ਆਮ ਭਾਸ਼ਾ 'ਚ ਆ ਚੁੱਕਿਆ। ਐਲਰਜੀ ਦਾ ਕੀ ਮਤਲਬ ਹੈ? ਵੈਸੇ ਤਾਂ ਸਾਡਾ ਜਿਹੜਾ ਟੀਚਰ, ਜਦੋਂ ਮੈਂ ਪੜ੍ਹਦਾ ਸੀ MBBS, ਸਾਡਾ ਟੀਚਰ ਕਹਿੰਦਾ ਸੀ ਐਲਰਜੀ ਮੀਨਸ ਅੱਲਾ ਦੀ ਮਰਜ਼ੀ। ਬੜਾ ਉਹਦਾ ਸੈੱਟ ਡਾਇਲੋਗ ਹੁੰਦਾ ਸੀਗਾ। ਕਹਿੰਦਾ ਉਹਦਾ ਮਤਲਬ ਇਹ ਸੀ ਵੀ ਕੁਝ ਨਹੀਂ ਪਤਾ, ਇਹਦਾ ਕੁਝ ਨਹੀਂ ਪਤਾ ਨਹੀਂ ਕਿਉਂ ਆਉਂਦੀ ਹੈ। ਪਰ ਇਹ 'ਚ ਮੋਟੀ ਗੱਲ ਜਿਹੜੀ ਸਮਝ ਆ ਗਈ ਹੈ ਵਿਗਿਆਨ ਨੂੰ, ਉਹ ਇਹ ਹੈ ਕਿ ਐਲਰਜੀ ਦਾ ਮਤਲਬ ਹੁੰਦਾ ਹੈ ਐਲਰਜੀ ਪ੍ਰੋਟੀਨਸ ਨਾਲ ਜੁੜੀ ਹੋਈ ਹੈ, ਪ੍ਰੋਟੀਨਸ ਨਾਲ ਜੁੜੀ ਹੋਈ ਹੈ। ਜਦੋਂ ਵੀ ਸਾਡੇ ਸਰੀਰ 'ਚ ਉੱਥੇ ਖੜ ਕੇ ਫਿਰ ਮੇਰੇ ਮੈਂ ਜੁੱਤੇ ਛੋਟ ਲੈ ਕੇ ਜਾਂਦੇ ਉਹ ਨਹੀਂ ਕਿਹਾ ਫਿਰ ਉਹਨਾਂ ਵੀ ਲੈ ਜਾ ਨਹੀਂ ਪਤਾ। ਬਹੁਤ ਜਦੋਂ ਐਲਰਜੀ ਦਾ ਮਤਲਬ ਹੈ ਪ੍ਰੋਟੀਨਸ। ਪ੍ਰੋਟੀਨਸ ਦਾ ਇੱਕ ਫੰਡਾ ਸਮਝਣਾ ਬਹੁਤ ਜ਼ਰੂਰੀ ਹੈ। ਪ੍ਰੋਟੀਨਸ ਕੀ ਨੇ? ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪ੍ਰੋਟੀਨਸ ਬਿਲਡਿੰਗ ਬਲਾਕ ਨੇ ਸਾਡੇ ਸਰੀਰ ਦਾ ਢਾਂਚਾ ਜਿਹੜਾ ਬਣਦਾ ਉਹਦੇ ਚ ਨੰਬਰ 1 ਜਿਹੜਾ ਪ੍ਰੋਟੀਨ ਹੈ, ਨੰਬਰ 2 ਫੈਟ ਹੈ, ਬਾਕੀ ਛੋਟੇ ਬਹੁਤ ਸਾਰੀ ਚੀਜ਼ਾਂ ਨੇ। ਲੇਕਿਨ ਮਾਤਰਾ ਵਾਈਜ਼ ਸਭ ਤੋਂ ਵੱਡਾ ਹਿੱਸਾ ਜਿਹੜਾ ਹੁੰਦਾ ਹੈ ਸਾਡੇ ਸਰੀਰ ਦੀ ਰਚਨਾ ਦਾ, ਸਾਡੇ ਸਰੀਰ ਦਾ ਢਾਂਚਾ ਬਣਾਉਣ ਦਾ, ਉਹ ਪ੍ਰੋਟੀਨਸ ਦਾ ਹੁੰਦਾ। ਹੁਣ ਪ੍ਰੋਟੀਨ ਆਉਂਦੇ ਕਿੱਥੋਂ ਹੈ? ਖਾਣੇ ਤੋਂ ਆਉਂਦੇ ਆ। ਮਾਂ ਦੇ ਪੇਟ 'ਚ ਮਾਂ ਤੋਂ ਆਉਂਦੇ ਆ, ਮਾਂ ਦੇ ਪੇਟ 'ਚੋਂ ਬਾਹਰ ਨਿਕਲਣ ਤੋਂ ਬਾਅਦ ਖਾਣੇ ਤੋਂ ਆਉਂਦੇ ਆ। ਹੁਣ ਖਾਣੇ ਦੀ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਖਾਣੇ 'ਚੋਂ ਆਏ ਪ੍ਰੋਟੀਨ ਸਾਡਾ ਸਰੀਰ ਨਹੀਂ ਵਰਤ ਸਕਦਾ। ਸਾਡੇ ਆਪਣੇ ਪ੍ਰੋਟੀਨ ਜਿਹੜੇ ਨੇ, ਪ੍ਰੋਟੀਨਸ ਦੇ ਪ੍ਰਤੀ, ਕਿਉਂਕਿ ਢਾਂਚੇ ਦਾ ਹਿੱਸਾ ਹੈ, ਤਾਂ ਪ੍ਰੋਟੀਨ ਸਾਡੇ ਆਪਣੇ ਹੀ ਸਾਡਾ ਢਾਂਚਾ ਬਣ ਸਕਦੇ ਆ। ਸਾਡੇ ਖਾਣੇ 'ਚੋਂ ਆਏ ਹੋਏ ਪ੍ਰੋਟੀਨ ਸਾਡੇ ਢਾਂਚੇ ਦਾ ਹਿੱਸਾ ਨਹੀਂ ਬਣ ਸਕਦੇ। ਚਾਹੇ ਉਹ ਪੌਦਿਆਂ ਤੋਂ ਆਇਆ ਹੋਇਆ ਖਾਣਾ ਹੈ, ਚਾਹੇ ਉਹ ਜਾਨਵਰਾਂ ਤੋਂ ਆਇਆ ਹੋਇਆ ਖਾਣਾ, ਚਾਹੇ ਮੁਰਗਾ ਖਾ ਲਓ, ਚਾਹੇ ਅੰਡਾ ਖਾ ਲਓ, ਚਾਹੇ ਦੁੱਧ ਪੀ ਲਓ, ਚਾਹੇ ਪੌਦਿਆਂ ਦਾ ਖਾ ਲਓ, ਉਹ ਕੋਈ ਪ੍ਰੋਟੀਨ ਸਾਡੇ ਸਰੀਰ ਦਾ ਹਿੱਸਾ ਨਹੀਂ ਬਣ ਸਕਦਾ। ਕੁਦਰਤ ਦੇ ਉੱਤੇ ਇਹ ਬੰਦਸ਼ ਲਾ ਰੱਖੀ ਹੈ। ਕਿਉਂ? ਕਿਉਂਕਿ ਸਾਡੇ ਸਰੀਰ ਦੇ ਅੰਦਰ ਲੰਬਾ ਸਮਾਂ ਉਹਨੇ ਟਿਕਣਾ ਹੈ, ਤੇ ਜੇ ਏਦਾਂ ਸਰੀਰ ਜੋੜਨ ਲੱਗੇ ਭਾਂਤ ਦੇ ਪ੍ਰੋਟੀਨਾਂ ਨੂੰ, ਤਾਂ ਉਹ ਇੱਕ ਦੂਜੇ ਤੇ ਅਟੈਕ ਕਰੀ ਜਾਣਗੇ। ਤਾਂ ਉਹਦੇ 'ਚ ਕੀ ਕਰਦੇ ਕਿ ਖਾਣੇ ਦੇ ਪ੍ਰੋਟੀਨ ਨੂੰ ਪਹਿਲਾਂ ਤੋੜਨਾ ਪੈਂਦਾ ਭੋਜਨ ਹਜਮ ਕਰਨ ਲੱਗਿਆ। ਪ੍ਰੋਟੀਨ ਨੂੰ ਆਪਾਂ ਏਦਾਂ ਸਮਝੀਏ ਕਿ ਮਾਲਾ ਹੈ, ਮਣਕਿਆਂ ਦੀ ਮਾਲਾ ਹੈ। ਇੱਕ ਪ੍ਰੋਟੀਨ 'ਚ ਮੰਨ ਲਓ ਸੈਂਕੜੇ ਮਣਕੇ ਹੈ, ਉਹਨਾਂ ਦੀ ਇੱਕ ਮਾਲਾ ਹੈ ਪ੍ਰੋਟੀਨ। ਉਹ ਅਸੀਂ ਪੌਦਿਆਂ 'ਚੋਂ ਖਾ ਰਹੇ ਹਾਂ ਜਾਂ ਅੰਡੇ 'ਚੋਂ ਖਾ ਰਹੇ ਹਾਂ। ਉਹ ਮਾਲਾ ਜਿਹੜੀ ਹੈ, ਉਹਦਾ ਕੱਲਾ ਮਣਕਾ ਪਹਿਲਾਂ ਅਲੱਗ ਹੋਏਗਾ। ਮਣਕੇ ਸਾਰੇ ਪ੍ਰੋਟੀਨਾਂ ਦੇ ਇੱਕੋ ਹੀ ਨੇ, ਚਾਹੇ ਉਹ ਪੌਦਿਆਂ ਦਾ ਪ੍ਰੋਟੀਨ ਹੈ, ਚਾਹੇ ਉਹ ਸੂਖਸ਼ਮ ਜੀਵਾਂ ਦਾ ਪ੍ਰੋਟੀਨ ਹੈ, ਚਾਹੇ ਉਹ ਸਾਡਾ ਪ੍ਰੋਟੀਨ ਹੈ ਜਾਂ ਮੁਰਗੇ ਦਾ ਪ੍ਰੋਟੀਨ ਹੈ।
ਉਹ ਮਣਕੇ ਉਹੀ ਨੇ, ਲੇਕਿਨ ਉਹਦਾ ਜਿਹੜਾ ਅਰੇਂਜਮੈਂਟ ਹੈ ਉਹ ਅਲੱਗ-ਅਲੱਗ ਹੈ। ਜਿਵੇਂ ਮਾਲਾ 'ਚ ਆਪਾਂ ਹਰਾ ਮਣਕਾ ਕਿਤੇ ਲਾ ਦਈਏ, ਗੁਲਾਬੀ ਕਿਤੇ ਲਾ ਦਈਏ, ਜਾਮਣੀ ਕਿਤੇ ਲਾ ਦਈਏ, ਚਿੱਟਾ ਕਿਤੇ ਲਾ ਦਈਏ, ਫਿਰ ਉਦੋਂ ਉਲਟ ਕਰ ਦਈਏ। ਤਾਂ ਇਦਾਂ ਕਰਕੇ ਕੁਦਰਤ ਨੇ ਅੱਡ-ਅੱਡ ਪ੍ਰਜਾਤੀਆਂ ਦੇ ਪ੍ਰੋਟੀਨ ਬਣਾਏ ਹੋਏ ਆ, ਲੇਕਿਨ ਮਣਕੇ ਉਹੀ ਨੇ ਸਾਰੇ ਜੀਵਨ ਦੇ। ਮਣਕੇ ਉਹੀ ਮੇਰੇ ਖਿਆਲ 'ਚ ਟੋਟਲ ਗਿਣਤੀ ਸਾਰੀ 25-30 ਅਮਾਈਨੋ ਐਸਿਡ ਕਹਿੰਦੇ ਅਸੀਂ 25-30 ਅਮਾਈਨੋ ਐਸਿਡ ਨੇ, ਵਿੱਚੋਂ 12-14 ਜਿਹੜੇ ਐਸੈਂਸ਼ੀਅਲ ਕਹਿੰਦੇ ਉਹਨਾਂ ਨੂੰ ਫੂਡ 'ਚੋਂ ਲੈਣੇ ਪੈਂਦੇ, 12-14 ਸਰੀਰ ਆਪ ਬਣਾ ਲੈਂਦਾ, ਕੁਛ ਸਾਡੇ ਸੂਖਸ਼ਮ ਜੀਵ ਬਣਾ ਲੈਂਦੇ ਆ। ਤਾਂ ਉਹ ਜਿਹੜੇ ਮਣਕੇ ਨੇ, ਇਹਨਾਂ ਨੂੰ ਅੰਗਰੇਜ਼ੀ ਦੀ ਭਾਸ਼ਾ 'ਚ, ਟੈਕਨੀਕਲ ਭਾਸ਼ਾ 'ਚ ਅਮਾਈਨੋ ਐਸਿਡ ਕਿਹਾ ਜਾਂਦਾ। ਅਮਾਈਨੋ ਐਸਿਡ ਉਹਨਾਂ ਤੋਂ ਪ੍ਰੋਟੀਨ ਬਣਦੇ ਆ, ਲੇਕਿਨ ਪ੍ਰੋਟੀਨ ਐਜ਼ ਸੱਚ ਕੋਈ ਵੀ ਸਾਡਾ ਸਰੀਰ ਨਹੀਂ ਯੂਜ਼ ਕਰ ਸਕਦਾ। ਉਹਨੂੰ ਪਹਿਲਾਂ ਅਮਾਈਨੋ ਐਸਿਡ ਤੋੜਨਾ ਪੈਂਦਾ। ਕਿੱਥੇ ਟੁੱਟਦੇ ਆ? ਅੰਤੜੀਆਂ 'ਚ ਹੀ। ਸਾਡੀਆਂ ਅੰਤੜੀਆਂ ਅਗਰ ਪੂਰੀਆਂ ਐਫੀਸ਼ੀਐਂਟ ਹੋਣਗੀਆਂ, ਪੂਰੀਆਂ ਜਿਹਨੂੰ ਕਹਿੰਦੇ ਆ ਸਿਹਤਮੰਦ ਹੋਣਗੀਆਂ, ਤਾਂ ਉਹ ਹਰ ਪ੍ਰੋਟੀਨ ਦੀ ਮਾਲਾ ਦਾ ਕੱਲਾ ਮਣਕਾ ਅਲੱਗ-ਅਲੱਗ ਕਰ ਦੇਣਗੇ। ਉਹ ਮਣਕੇ ਫਿਰ ਖੂਨ 'ਚ ਜਾਣਗੇ, ਉਹ ਮਣਕਿਆਂ ਤੋਂ ਸਾਡਾ ਸਰੀਰ ਆਪਣਾ ਪ੍ਰੋਟੀਨ ਬਣਾਏਗਾ। ਕੋਈ ਬਾਹਰੀ ਪ੍ਰੋਟੀਨ ਨਹੀਂ ਲੈਂਦਾ, ਜਵਾਬ ਦਿੰਦਾ ਬਿਲਕੁਲ। ਜੇ ਗਲਤੀ ਨਾਲ ਕੋਈ ਪ੍ਰੋਟੀਨ, ਕੋਈ ਮਾਲਾ ਅੰਦਰ ਚਲੀ ਗਈ ਜਾਂ ਮਾਲਾ ਦਾ ਇੱਕ ਗੁੱਛਾ ਵੀ, ਤਾਂ ਨਾਲ ਦੀ ਨਾਲ ਰਿਐਕਸ਼ਨ ਹੁੰਦਾ, ਨਾਲ ਦੀ ਨਾਲ ਰਿਐਕਸ਼ਨ ਹੁੰਦਾ। ਸੋ ਕੋਈ ਵੀ ਸਰੀਰ ਦੇ ਅੰਦਰ ਕੋਈ ਵੀ ਫੋਰਨ ਪ੍ਰੋਟੀਨ, ਯਾਨੀ ਕਿ ਬਾਹਰਲਾ ਪ੍ਰੋਟੀਨ ਅਗਰ ਐਂਟਰ ਕਰ ਜਾਵੇ ਖੂਨ 'ਚ, ਤਾਂ ਨਾਲ ਦੀ ਨਾਲ ਉਹਦਾ ਰਿਐਕਸ਼ਨ ਹੁੰਦਾ। ਸੋ ਉਹ ਰਿਐਕਸ਼ਨ ਨੂੰ ਕੀ ਆਪਾਂ ਕਹਿੰਦੇ ਆ? ਐਲਰਜੀ। ਅਕਿਊਟ ਹੁੰਦਾ ਹੈ, ਫੌਰੀ ਐਲਰਜੀ ਦੇ ਕੀ ਅਲਾਮਤਾਂ ਨੇ? ਛਿੱਕਾਂ ਲੱਗੀਆਂ, ਖਾਰਿਸ਼ ਹੋਣ ਲੱਗ ਗਈ, ਸਾਹ ਪ੍ਰਣਾਲੀ ਬੰਦ ਹੋ ਗਈ, ਉਲਟੀ ਲੱਗ ਗਈ, ਟੱਟੀਆਂ ਲੱਗ ਗਈਆਂ, ਜਾਂ ਬਹੁਤ ਐਲਰਜੀ ਹੋਈ ਤਾਂ ਬੰਦਾ ਮਰ ਜਾਂਦਾ ਪੂਰੀ। ਅਗਰ ਇਹੋ ਜਿਹਾ ਕੋਈ ਪ੍ਰੋਟੀਨ ਹੋਵੇ ਜਿਹੜਾ ਸਾਰੀ ਬਾਡੀ ਦੇ ਉੱਪਰ ਅਸਰ ਕਰ ਰਿਹਾ, ਤਾਂ ਬੰਦਾ ਮਰ ਜਾਂਦਾ ਨਾਲ ਦੀ ਨਾਲ। ਜਿਹੜਾ ਕਿ ਆਪਾਂ ਆਮ ਦੇਖਿਆ ਬੰਦੇ ਮਰਦੇ ਆ, ਭਰਿੰਡ ਲੜਨ ਤੋਂ ਬੰਦੇ ਮਰਦੇ ਆ, ਮੱਖੀ ਲੜਨ ਤੋਂ ਬੰਦੇ ਮਰਦੇ ਆ। ਬਹੁਤ ਸਾਰੇ ਬੰਦੇ ਜਿਹੜੇ ਨੇ ਕਈ ਵਾਰੀ ਕਿਸੇ ਫੂਡ ਤੋਂ ਮੈਂ ਅੰਡਾ ਨਹੀਂ ਖਾ ਸਕਦਾ, ਅੰਡੇ ਤੋਂ ਐਲਰਜੀ ਮੈਨੂੰ, ਜੇ ਮੈਂ ਤਾਂ ਗਲਤੀ ਨਾਲ ਅੰਡਾ ਖਾ ਲਿਆ ਤਾਂ ਮੈਂ ਮਰ ਸਕਦਾ। ਤਾਂ ਇਦਾਂ ਹੀ ਇਹੋ ਜਿਹੀਆਂ ਐਲਰਜੀਜ਼ ਨੇ, ਜਿਹੜਾ ਕਿ ਬੰਦਾ ਖਾ ਲਵੇ ਗਲਤੀ ਨਾਲ, ਤਾਂ ਉਹ ਬੰਦਾ ਵਿਦਨ ਮਿੰਟਸ ਮਰ ਜਾਏਗਾ, ਵਿਦਨ ਮਿੰਟਸ। ਤਾਂ ਇਹਦਾ ਮਤਲਬ ਹੈ ਕਿ ਪ੍ਰੋਟੀਨ ਜਦੋਂ ਵੀ ਅੰਦਰ ਜਾਣਗੇ ਖੂਨ 'ਚ, ਤਾਂ ਉਹ ਕੱਲਾ ਮਣਕਾ ਹੋ ਕੇ ਜਾਣਗੇ। ਜੇ ਉਹ ਪੂਰੀ ਮਾਲਾ ਚਲੀ ਗਈ, ਪੂਰੀ ਮਾਲਾ ਤਾਂ ਲੰਘਣ ਨਹੀਂ ਦਿੰਦਾ ਸਰੀਰ, ਉਹ ਗੁੱਛੇ ਜਦੋਂ ਬਣਦੇ ਆ, ਜਦੋਂ ਮਾਲਾ ਟੁੱਟਦੀ ਹੈ ਤਾਂ ਪਹਿਲਾਂ ਗੁੱਛਿਆਂ 'ਚ ਟੁੱਟਦੀ ਹੈ। ਮੰਨ ਲਓ 100 ਮਣਕਿਆਂ ਦੀ ਦਾ ਪ੍ਰੋਟੀਨ ਹੈ, ਤਾਂ ਪਹਿਲਾਂ ਉਹ ਸਰੀਰ ਤੋੜ ਲੈਂਦਾ 10-10, 12-12 ਮਣਕਿਆਂ ਦਾ ਗੁੱਛਾ, ਫਿਰ ਉਹਦਾ ਗੁੱਛੇ ਨੂੰ ਫਿਰ ਅੱਗੇ ਤੋੜਦਾ। ਉਹ ਤੋੜਨ ਦਾ ਤਰੀਕਾ ਇੱਦਾਂ ਦਾ। ਉਹ ਗੁੱਛੇ ਕਈ ਵਾਰੀ ਜੇ ਸਾਡੀਆਂ ਅੰਤੜੀਆਂ ਤੰਦਰੁਸਤ ਨਾ ਹੋਣ, ਤਾਂ ਫਿਰ ਉਹ ਗੁੱਛਾ ਚਲਾ ਜਾਂਦਾ, ਜਾਂ ਸਾਹ ਪ੍ਰਣਾਲੀ ਰਾਹੀਂ ਵੀ ਚਲਾ ਜਾਂਦਾ। ਜੇ ਹਵਾ 'ਚ ਮੰਨ ਲਓ ਕੋਈ ਇੱਦਾਂ ਦਾ ਪ੍ਰੋਟੀਨ ਜਾ ਰਿਹਾ, ਤਾਂ ਸਾਹ ਪ੍ਰਣਾਲੀ 'ਚ ਵੀ ਚਲਾ ਜਾਏਗਾ। ਉੱਥੇ ਵੀ ਰੋਕਣਾ ਪੈਂਦਾ ਸਰੀਰ ਨੂੰ, ਉੱਥੇ ਵੀ ਰੋਕਣ ਦਾ ਮੈਕੈਨਿਜ਼ਮ ਚਾਹੀਦਾ। ਤਾਂ ਇਹ ਜਿਹੜੀ ਐਲਰਜੀ ਹੈ, ਐਲਰਜੀ ਦਾ ਮਤਲਬ ਇਹ ਅਲਾਮਤਾਂ: ਛਿੱਕਣ ਲੱਗੀਆਂ ਬਹੁਤ ਜ਼ਿਆਦਾ, ਸਾਹ ਰੁਕ ਗਿਆ, ਸਾਹ ਨਹੀਂ ਆ ਰਿਹਾ, ਤੁਹਾਡਾ ਟੱਟੀਆਂ ਲੱਗ ਗਈਆਂ, ਉਲਟੀਆਂ ਲੱਗੀਆਂ, ਖਾਰਿਸ਼ ਹੋ ਗਈ, ਧੱਫੜ ਹੋ ਗਏ, ਇਹ ਸਾਰੇ ਐਲਰਜੀ ਦੀਆਂ ਅਲਾਮਤਾਂ ਨੇ। ਇਹ ਹੈਗੀ ਅਕਿਊਟ ਐਲਰਜੀ, ਯਾਨੀ ਕਿ ਇੱਕਦਮ ਅਲਾਮਤਾਂ ਆਈਆਂ, ਮਿੰਟਾਂ 'ਚ ਹੀ ਆਈਆਂ, ਘੰਟਿਆਂ ਤੱਕ ਰਹੀਆਂ ਤੇ ਘੰਟਿਆਂ ਬਾਅਦ ਗਾਇਬ ਹੋ ਗਈਆਂ। ਉਹ ਫਿਰ ਗਾਇਬ ਹੋ ਜਾਂਦਾ। ਮਤਲਬ ਧੱਫੜੀ ਹੁੰਦੀ ਹੈ ਤਾਂ ਧੱਫੜੀ ਹੋਈ, ਭੱਜਣਾ ਪੈ ਗਿਆ ਇੱਕ ਵਾਰੀ, ਮੁੜ ਕੇ ਗਾਇਬ। ਛਿੱਕਾਂ ਲੱਗੀਆਂ, ਤੁਸੀਂ ਉਸ ਥਾਂ ਤੋਂ ਮਾਈਨਸ ਹੋ ਜਾਓ, ਮਤਲਬ ਮਿੱਟੀ ਦੀ ਐਲਰਜੀ ਹੈ ਤਾਂ ਮਾਈਨਸ ਹੋ ਜਾਓ, ਤਾਂ ਉਹ ਛਿੱਕਾਂ ਬੰਦ ਹੋ ਗਈਆਂ। ਤਾਂ ਇਹ ਹੈਗੀ ਅਕਿਊਟ ਐਲਰਜੀ। ਇੱਕ ਹੁੰਦੀ ਕ੍ਰੋਨਿਕ ਐਲਰਜੀ। ਕ੍ਰੋਨਿਕ ਐਲਰਜੀ ਨੂੰ ਕਹਿੰਦੇ ਆਟੋ ਇਮਿਊਨ ਡਿਸਆਰਡਰਸ, ਯਾਨੀ ਕਿ ਉਹ ਇੱਕਦਮ ਭੱਜਣਾ ਨਹੀਂ ਪੈਂਦੀਆਂ, ਲੇਕਿਨ ਉਹ ਜਿਹੜੇ ਪ੍ਰੋਟੀਨਸ ਅੰਦਰ ਗੁੱਛੇ ਚਲੇ ਗਏ, ਉਹ ਜਾ ਕੇ ਤੁਹਾਨੂੰ ਬਹੁਤ ਹੌਲੀ ਨੁਕਸਾਨ ਕਰਦੇ ਰਹਿੰਦੇ ਆ। ਉਹਨਾਂ ਨੂੰ ਕਹਿੰਦੇ ਆਟੋ ਇਮਿਊਨ ਡਿਸਆਰਡਰਸ। ਔਰ ਬਹੁਤ ਸਾਰੇ ਅੱਜ ਇੰਨੇ ਵੱਧ ਗਏ ਹੋਏ ਆਟੋ ਇਮਿਊਨ ਡਿਸਆਰਡਰ, ਕਿ ਆਟੋ ਇਮਿਊਨ ਡਿਸਆਰਡਰ ਦਾ ਬੰਦਾ ਜਿਹੜਾ ਕਿਉਰ ਹੁੰਦਾ ਹੀ ਨਹੀਂ ਹੈ। ਮਤਲਬ ਉਹਦੇ ਅੰਦਰ ਵੱਡੀਆਂ ਸਟਰੋਂਗ ਦਵਾਈਆਂ, ਸਟੀਰੋਇਡ ਦੇ, ਹੋਰ ਦੇ, ਤੁਸੀਂ ਬਹੁਤ ਸਾਰੇ ਮਲਟੀਪਲ ਸਕਲੈਰੋਸਿਸ ਹੈ, SLE ਹੈ, ਵੱਡੀਆਂ ਵੀ ਈਵਨ ਸ਼ੂਗਰ ਨੂੰ, ਡਾਇਬਟੀਜ਼ ਨੂੰ ਵੀ ਬਹੁਤ ਲੋਕ ਕਹਿੰਦੇ ਵੀ ਆਟੋ ਇਮਿਊਨ ਡਿਸਆਰਡਰ ਹੈ। ਆਟੋ ਇਮਿਊਨ ਡਿਸਆਰਡਰ ਕੀ ਹੈ? ਕਿ ਉਹ ਗੁੱਛੇ ਜਾ ਰਹੇ ਤੁਹਾਡੇ ਅੰਦਰ ਪ੍ਰੋਟੀਨ ਦੇ, ਤੇ ਹੌਲੀ ਤੁਹਾਡੇ ਅੰਗਾਂ ਨੂੰ ਡੈਮੇਜ ਕਰ ਰਹੇ ਆ। ਤਾਂ ਇਹ ਹੋ ਗਈ ਐਲਰਜੀ ਦੀ ਜਿਹੜੀ ਸਮਝ ਹੈ। ਤਾਂ ਮੇਰੇ ਖਿਆਲ ਜਿੰਨੇ ਕਿ ਬਹੁਤ ਐਸਾ ਇਹਦੇ ਐਲਰਜੀ ਨੂੰ ਸਮਝਣ ਲਈ। ਤਾਂ ਉਹ ਜਿਹੜੀ, ਸੋ ਇਹਦਾ ਮਤਲਬ ਕੀ ਹੋਇਆ ਕਿ ਸਾਡਾ ਜਿਹੜਾ ਦੋ ਐਂਟਰੀਆਂ ਨੇ, ਸਾਡੀਆਂ 3 ਐਂਟਰੀਆਂ ਨੇ ਰਾਦਰ। ਇੱਕ ਐਂਟਰੀ ਖਾਣੇ ਦੀ ਹੈ, ਕਿ ਖਾਣਾ ਅਸੀਂ ਖਾ ਰਹੇ ਹਾਂ। ਖਾਣੇ 'ਚ ਜੇ ਸਾਡੀਆਂ ਅੰਤੜੀਆਂ ਅੰਦਰ ਤੰਦਰੁਸਤ ਨਾ ਹੋਈਆਂ, ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਗਿਆ। ਤੁਸੀਂ ਜਿਹੜਾ ਆਂਗੇ ਨਾ ਮੇਰਾ ਪੇਟ ਖਰਾਬ ਹੈ, ਤੇ ਆਯੁਰਵੇਦ ਕਹਿੰਦਾ ਪੇਟ ਖਰਾਬ ਜਿਹੜਾ ਉਹ ਜੜ ਹੈ, ਮਾਂ ਹੈ, ਸਭ ਬਿਮਾਰੀਆਂ ਦੀ ਮਾਂ ਹੈ। ਉਹ ਕਿਉਂ ਕਹਿੰਦਾ?
ਉਹਦੇ 'ਚ ਇਹੀ ਕਹਿੰਦਾ ਕਿ ਜੇ ਅੰਤੜੀਆਂ ਦੀ ਅੰਦਰਲੀ ਝਿੱਲੀ ਤੁਹਾਡੀ ਅਗਰ ਠੀਕ ਨਹੀਂ ਹੈਗੀ ਤੇ ਉਹਨੇ ਜੇ ਅਗਰ ਗੁੱਛੇ ਲੈ ਲਏ ਅੰਦਰ ਪ੍ਰੋਟੀਨ ਦੇ ਤਾਂ ਤੁਸੀਂ ਬਿਮਾਰ ਹੋਵੋਗੇ। ਇਸੇ ਤਰ੍ਹਾਂ ਸਾਹ ਪ੍ਰਣਾਲੀ 'ਚੋਂ ਹੈ, ਜੇ ਤੁਹਾਡੀ ਸਾਹ ਪ੍ਰਣਾਲੀ ਪੂਰੀ ਕੰਡੇ ਤੇ ਨਾ ਹੋਈ ਤੇ ਉਹ ਨਾ ਜਿਹੜੇ ਬਾਹਰੋਂ ਪ੍ਰੋਟੀਨ ਜਾਣ ਦੀ ਕੋਸ਼ਿਸ਼ ਕਰ ਰਹੇ ਹੈ ਉਹ ਤੁਹਾਡੇ ਅੰਦਰ ਤੱਕ ਪਹੁੰਚ ਗਏ ਤੇ ਖੂਨ 'ਚ ਚਲੇ ਗਏ ਤਾਂ ਫਿਰ ਵੀ ਬਿਮਾਰ ਹੋਵੋਗੇ ਤੁਸੀਂ। ਇਸ ਤਰ੍ਹਾਂ ਚਮੜੀ ਤੋਂ ਵੀ ਬਹੁਤ ਸਾਰੀਆਂ ਤੁਸੀਂ ਦੇਖੋਗੇ ਕਿ ਐਲਰਜੀਆਂ ਜਿਹੜੀਆਂ ਨੇ ਚਮੜੀ ਦੇ ਚੀਜ਼ਾਂ ਨਾਲ ਵੀ ਹੈਗੀਆਂ ਨੇ। ਕਿਸੇ ਚੀਜ਼ ਨੂੰ ਟੱਚ ਕਰੋ ਐਲਰਜੀ ਹੋ ਜਾਂਦੀ ਹੈ। ਸੋ ਇਹ ਜਿਹੜਾ ਹੈ ਵਰਤਾਰਾ ਐਲਰਜੀਆਂ ਦਾ, ਇਹ ਕਿਤੇ ਨਾ ਕਿਤੇ ਤੁਹਾਨੂੰ ਇਹਦਾ ਮਤਲਬ ਕੀ ਹੈ, ਜਿਹੜੀ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਲਗਾਤਾਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਤੁਹਾਡੇ ਸਰੀਰ ਨੂੰ ਮਿਹਨਤ ਕਰਨੀ ਪੈਂਦੀ ਹੈ। ਲਗਾਤਾਰ ਕੁਛ ਨਾ ਕੁਛ ਕਰਨਾ ਪੈਂਦਾ। ਤੁਹਾਡੀ ਚਮੜੀ ਦੀ ਕੁਝ ਚੀਜ਼ ਟੱਚ ਕਰ ਗਈ, ਕੁਛ ਉੱਥੇ ਕਰਨਾ ਪਏਗਾ। ਤੁਹਾਡੇ ਅੰਦਰ ਸਾਹ ਹਵਾ 'ਚ ਕੁਛ ਚਲਾ ਗਿਆ, ਉੱਥੇ ਭੱਜਣਾ ਪੈ ਜਾਣਗੇ ਸਰੀਰ ਨੂੰ। ਜੇ ਤੁਸੀਂ ਖਾਣੇ 'ਚ ਤੁਸੀਂ ਇੱਦਾਂ ਦਾ ਕੁਝ ਆ ਰਿਹਾ ਤਾਂ ਜੇ ਖਾਣੇ 'ਚ ਗੁੱਛੇ ਪ੍ਰੋਟੀਨਾਂ 'ਚ ਲੱਗੇ ਤਾਂ ਇਹਦਾ ਮਤਲਬ ਲਗਾਤਾਰ ਆਪਾਂ ਨੂੰ ਕੁਛ ਨਾ ਕੁਛ ਕਰਨਾ ਪਏਗਾ, ਤਾਂ ਆਪਾਂ ਐਲਰਜੀਆਂ ਤੋਂ ਬਚਾਂਗੇ। ਅੱਜ ਦੇ ਯੁੱਗ ਦੇ ਵਿੱਚ ਐਲਰਜੀਆਂ ਕਿਉਂ ਵੱਧ ਰਹੀਆਂ ਬਹੁਤ ਜ਼ਿਆਦਾ? ਕਿਉਂਕਿ ਇੱਕ ਤਾਂ ਸਾਡਾ ਸਰੀਰ ਜਿਹੜਾ ਉਹ ਕਮਜ਼ੋਰ ਹੋ ਰਿਹਾ, ਉਹਦੇ ਅੰਦਰ ਜਿਹੜੀ ਆ ਉਹ ਚੀਜ਼ਾਂ ਨੂੰ ਜਿਹਨੂੰ ਕਹਿੰਦੇ ਆ ਡੀਲ ਕਰਨ ਦੀ, ਉਹਨੂੰ ਜਿਹਨੂੰ ਕਹਿੰਦੇ ਆ ਜ਼ਹਿਰ ਨੂੰ ਡੀਟੌਕਸੀਫਾਈ ਕਰਨ ਦੀ ਜਾਂ ਜ਼ਹਿਰ ਨੂੰ ਤੋੜਨ ਦੀ ਜਾਂ ਪ੍ਰੋਟੀਨ ਨੂੰ ਤੋੜਨ ਦੀ ਸਮਰੱਥਾ ਘਟ ਰਹੀ ਹੈ। ਦੂਜੀ ਗੱਲ, ਸਾਡੇ ਆਲੇ ਦੁਆਲੇ ਕੈਮੀਕਲ ਦਾ ਵਰਤਾਰਾ ਬਹੁਤ ਜ਼ਿਆਦਾ ਹੈ। ਉਹ ਕੈਮੀਕਲ ਜਦੋਂ ਕਿਸੇ ਪ੍ਰੋਟੀਨ ਨਾਲ ਰਲ ਜਾਂਦੇ ਨੇ ਜਾ ਕੇ ਉਹ ਪ੍ਰੋਟੀਨ ਦੀ ਨੇਚਰ ਬਦਲ ਜਾਂਦੇ ਆ, ਉਹ ਫਿਰ ਐਲਰਜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਕੈਮੀਕਲ ਆਪਣੇ ਆਪ ਐਲਰਜੀ ਕਰੇ ਨਾ ਕਰੇ, ਆਪਣੇ ਆਪ ਵੀ ਕਰ ਸਕਦਾ ਉਹ, ਲੇਕਿਨ ਉਹ ਕਿਸੇ ਨਾ ਕਿਸੇ ਪ੍ਰੋਟੀਨ ਨਾਲ ਜਾ ਕੇ ਅਟੈਚ ਹੋ ਜਾਂਦਾ। ਉਹ ਪ੍ਰੋਟੀਨ ਨੂੰ ਜਿਹੜਾ ਸਾਡਾ ਸਰੀਰ ਹੈ ਉਹ ਫਿਰ ਉਹਨੂੰ ਉਹਦਾ ਗੁੱਸਾ ਕਰਦਾ ਵੀ ਇਹ ਪ੍ਰੋਟੀਨ ਖਤਰਨਾਕ ਹੈ, ਇਹਨੂੰ ਨਹੀਂ ਮੈਂ ਨੇੜੇ ਲਾਉਣ ਦੇਣਾ। ਉਹ ਐਲਰਜੀ ਜਿੱਥੇ ਮਾਰੂ ਹੈ ਉੱਥੇ ਕੀ ਆ, ਉਹ ਤੁਹਾਨੂੰ ਬਚਾਉਣ ਵਾਸਤੇ ਹੈ। ਐਲਰਜੀ ਵੀ ਸਾਡਾ ਡਿਫੈਂਸ ਮੈਕੈਨਿਜ਼ਮ ਹੈ। ਜੇ ਐਲਰਜੀ ਨਾ ਹੋਵੇ ਤਾਂ ਚੁੱਪ ਚੁੱਪ ਮਰ ਜਾਈਏ ਫਿਰ ਤਾਂ। ਜੇ ਸਾਨੂੰ ਛਿੱਕਾਂ ਲੱਗ ਰਹੀਆਂ ਨੇ, ਸਾਨੂੰ ਸਰੀਰ ਇਸ਼ਾਰਾ ਕਰ ਰਿਹਾ ਕਿ ਭਾਈ ਸਾਹਿਬ ਇਸ ਚੀਜ਼ ਤੋਂ ਬਚੋ, ਇਹ ਚੀਜ਼ ਤੁਹਾਡੇ ਲਈ ਅੱਛੀ ਨਹੀਂ ਹੈ। ਜੇ ਕਿਸੇ ਖਾਣੇ ਤੋਂ ਮੈਨੂੰ ਪੇਟ ਦਰਦ ਹੋ ਰਿਹਾ, ਮੈਨੂੰ ਉਲਟੀਆਂ ਲੱਗ ਰਹੀਆਂ ਨੇ, ਮੈਨੂੰ ਟੱਟੀਆਂ ਲੱਗ ਰਹੀਆਂ ਨੇ, ਜਾਂ ਪੇਟ ਦੁਖਣ ਲੱਗ ਗਿਆ ਖਾਣਾ ਖਾ ਕੇ, ਉਹ ਕੋਈ ਇਹਦਾ ਮਤਲਬ ਸਰੀਰ ਸਾਨੂੰ ਬਚਾਉਣ ਲਈ ਇਸ਼ਾਰਾ ਵੀ ਕਰ ਰਿਹਾ ਔਰ ਉਹਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਿਹਾ। ਇਸ ਤਰ੍ਹਾਂ ਚਮੜੀ 'ਚ ਹੈ। ਤੋ ਜੋ ਐਲਰਜੀ ਵੀ ਇੱਕ ਕਿਸਮ ਦਾ ਡਿਫੈਂਸ ਹੈ, ਲੇਕਿਨ ਤਰੀਕਾ ਡਿਫਰੈਂਟ ਹੈ, ਦਾ ਤਰੀਕਾ ਵੱਖਰਾ ਹੈ। ਤੋ ਇਹ ਜਿਹੜੀ ਐਲਰਜੀ ਹੈ ਕਿਤੇ ਕਿਤੇ ਅਸਥਮਾ ਦੇ ਅੰਦਰ, ਇਹ ਐਲਰਜੀਆਂ ਵੀ ਆਪਣਾ ਰੋਲ ਪਲੇ ਕਰਦੀਆਂ ਨੇ। ਤੁਸੀਂ ਪਾਓਗੇ ਕਿ ਦੇਖੋ ਅਸਥਮਾ ਵਾਲੇ ਬੰਦੇ ਜਿਹੜੇ ਨੇ, ਜਦੋਂ ਵੀ ਆ ਧੂੜ ਮਿੱਟੀ ਆਏਗੀ ਉਹਦੇ ਜ਼ਿਆਦਾ ਹੋ ਜਾਣੀ ਹੈ, ਕਿਉਂਕਿ ਉਹਦੇ ਅੰਦਰ ਵੀ ਭਾਂਤ ਦੇ ਪ੍ਰੋਟੀਨਸ ਹੁੰਦੇ ਆ। ਜਿਹੜੇ ਫੱਕ ਹੈ ਉਹਦੇ ਅੰਦਰ, ਕਿਉਂਕਿ ਹਵਾ ਦੇ ਅੰਦਰ ਬਹੁਤ ਕੁਛ ਹੈ ਨਾ। ਹਵਾ ਦੇ ਅੰਦਰ ਜਿਹੜੇ ਪੌਦਿਆਂ ਦਾ ਰਹਿੰਦ ਖੂੰਹਦ ਹੈ, ਫੁੱਲਾਂ ਦਾ ਫੁੱਲਣ ਨੇ, ਤੁਹਾਡੀ ਜਦੋਂ ਆਪਾਂ ਫਸਲਾਂ ਦੀ ਕਟਾਈ ਕਰਦੇ ਹਾਂ ਉਹਦੀ ਰਹਿੰਦ ਖੂੰਹਦ, ਸਾਰੀ ਹਵਾ ਜਿਹੜੇ ਛੋਟੇ ਕਣ ਨੇ ਉਹਦੇ ਹਵਾ ਚਲੇ ਜਾਂਦੇ। ਤੇ ਇਸੇ ਤਰ੍ਹਾਂ ਜਿਹੜਾ ਆਹ ਨੇ ਕਾਰਾਂ ਚੋਂ ਨਿਕਲਣ ਵਾਲਾ ਧੂਆਂ ਦਾ, ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਹਵਾ ਚਲਾ ਜਾਂਦਾ। ਤਾਂ ਇਹ ਜਿਹੜਾ ਵਰਤਾਰਾ ਐਲਰਜੀ ਦਾ ਦਮੇ ਦੇ ਅੰਦਰ ਉਹ ਐਲਰਜੀ ਦਾ ਵਰਤਾਰਾ ਵੀ ਹੈ। ਤਾਂ ਦੋਨੋਂ ਚੀਜ਼ਾਂ ਹੋ ਗਈਆਂ। ਜੇ ਤੁਹਾਡੇ ਸਾਹ ਦੇ ਅੰਦਰ ਜੇ ਕੋਈ ਕਰੋਨਿਕ, ਮੰਨ ਲਓ ਤੁਹਾਡੇ ਸਾਈਨਸਸ ਦੇ ਅੰਦਰ ਰੇਸ਼ਾ ਜੰਮਿਆ ਹੋਇਆ, ਹੋ ਸਕਦਾ ਤੁਹਾਡੇ ਅੰਦਰ ਜਾ ਕੇ ਉਹ ਐਲਰਜੀ ਵੀ ਕਰ ਰਿਹਾ ਹੋਵੇ। ਦੋਨੋਂ ਗੱਲਾਂ ਇਕੱਠੀਆਂ ਹੋ ਜਾਂਦੀਆਂ ਕਈ ਵਾਰੀ। ਤੁਹਾਨੂੰ ਆਪਣੀ ਇਨਫੈਕਸ਼ਨ ਤੋਂ, ਆਪਣੇ ਸਾਈਨਸਸ ਦੀ ਇਨਫੈਕਸ਼ਨ ਤੋਂ ਵੀ ਐਲਰਜੀ ਹੋ ਸਕਦੀ ਹੈ, ਕਿਉਂਕਿ ਉਹ ਵੀ ਪ੍ਰੋਟੀਨ ਨੇ, ਉਹ ਵੀ ਤਾਂ ਪ੍ਰੋਟੀਨ ਨੇ, ਉਹ ਬੈਕਟੀਰੀਆ ਦੇ ਪ੍ਰੋਟੀਨ ਨੇ। ਉਹਦੇ ਅੰਦਰ ਵੀ ਧੂੜ ਮਿੱਟੀ ਰਲੀ ਹੋਈ ਹੈ, ਉਹਦੇ ਪ੍ਰੋਟੀਨ ਵੀ ਆ ਗਏ। ਤਾਂ ਇਸ ਕਰਕੇ ਐਲਰਜੀ ਵੀ ਨਾਲ ਹੈ ਉਹਦੇ ਦਮੇ ਦੇ ਅੰਦਰ। ਤਾਂ ਇਸ ਕਰਕੇ ਉਹਦੇ ਨਾਲ ਕੀ ਹੁਣ ਉਹ ਐਲਰਜੀ, ਹੁਣ ਆਪਾਂ ਆਈਏ ਦਮੇ ਤੋਂ ਬਚਾਓ ਦੇ ਕੀ ਤਰੀਕੇ ਹੈ। ਇੱਕ ਤਾਂ ਆਪਾਂ ਜਿਹੜਾ ਭੋਜਨ 'ਚ ਕਹਿੰਦੇ ਆ ਕਿ ਐਨੀਮਲ ਫੂਡ ਨਾ ਖਾਓ। ਆਪਾਂ ਕਹਿੰਦੇ ਨਾ ਵੀ ਕੋਈ ਵੀ ਜਾਨਵਰਾਂ ਤੋਂ ਆਇਆ ਖਾਣਾ ਨਾ ਖਾਓ, ਤੇ ਦੁੱਧ ਖਾਸ ਕਰਕੇ ਨਾ ਪੀਓ। ਤੁਸੀਂ ਦੇਖਿਓ, ਜਿੰਨੇ ਪੁਰਾਣੇ ਜ਼ੁਕਾਮ ਵਾਲੇ ਬੰਦੇ ਆ, ਐਲਰਜੀਆਂ ਵਾਲੇ ਬੰਦੇ ਆ, ਪੇਟ ਖਰਾਬ ਕਰਨ ਵਾਲੇ ਬੰਦੇ ਆ, ਜਾਂ ਦਮੇ ਵਾਲੇ ਬੰਦੇ ਆ, ਦੁੱਧ ਬੰਦ ਕਰ ਦਿਓ ਉਹਦਾ, ਕਿਉਂਕਿ ਦੁੱਧ ਅਸੀਂ ਸਭ ਤੋਂ ਜ਼ਿਆਦਾ ਪ੍ਰੋਟੀਨ ਲੈ ਰਹੇ ਹਾਂ, ਜਿਹੜਾ ਜਾ ਕੇ ਸਾਡੇ ਸਰੀਰ 'ਚ ਖੂਨ 'ਚ ਹਜਮ ਹੋਣ ਤੋਂ ਪਹਿਲਾਂ ਹੀ ਵੜ ਜਾਂਦਾ। ਤਾਂ ਉਸ ਕਰਕੇ ਜਿਹੜਾ ਉਹ ਸਾਰੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ। ਤਾਂ ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਉਹ ਡਾਈਟ, ਕਿਉਂਕਿ ਐਨੀਮਲ ਖਾਣੇ ਦੇ ਅੰਦਰ ਪ੍ਰੋਟੀਨ ਬਹੁਤ ਜ਼ਿਆਦਾ ਨੇ। ਤਾਂ ਪ੍ਰੋਟੀਨ ਜਿਹੜੇ ਨੇ ਜਦੋਂ ਸਰੀਰ 'ਚ ਜਾਂਦੇ ਆ, ਤੇ ਸਾਡੀ ਅੰਤੜੀਆਂ ਅੱਗੇ ਠੀਕ ਨਹੀਂ ਹੈ, ਅੰਤੜੀਆਂ ਅੱਗੇ ਅੱਜ ਕੱਲ੍ਹ ਹੈਲਦੀ ਨਹੀਂ, ਕਿਉਂਕਿ ਅੰਤੜੀਆਂ ਦੇ ਅੰਦਰ ਹੋਰ ਜ਼ਹਿਰ ਬਹੁਤ ਨੇ। ਉਹ ਅੰਤੜੀਆਂ ਗੁੱਛੇ ਲੈ ਲੈਂਦੀਆਂ ਅੰਦਰ, ਉਹ ਜਦੋਂ ਗੁੱਛੇ ਲੈ ਲੈਂਦੀਆਂ ਨੇ ਤਾਂ ਉਹ ਤੋਂ ਐਲਰਜੀ ਹੁੰਦੀ ਹੈ ਫਿਰ। ਤੇ ਉਹਦੇ ਨਾਲ ਫਿਰ ਸਾਰਾ ਦਾ ਸਾਰਾ ਜਿਹੜਾ ਸਾਡਾ ਮਿਲਦਾ, ਉਹਦੀ ਆਪਾਂ ਪ੍ਰੀਵੈਂਸ਼ਨ 'ਚ ਕੀ ਕਰਦੇ ਹਾਂ, ਫਿਰ ਆਪਾਂ ਕਹਿੰਦੇ ਵੀ ਹਵਾ ਸ਼ੁੱਧ ਹੋਣੀ ਚਾਹੀਦੀ ਹੈ, ਤਾਂ ਕਿ ਉਹਦੇ 'ਚ ਕੋਈ ਬਹੁਤਾ ਜਿੰਨੀਆਂ ਸ਼ੁੱਧੀਆਂ ਹੋਣਗੀਆਂ ਉਨੀਆਂ ਐਲਰਜੀਆਂ ਜ਼ਿਆਦਾ ਹੋਣਗੀਆਂ। ਤਾਂ ਹਵਾ ਸ਼ੁੱਧ ਹੋਣੀ ਚਾਹੀਦੀ ਹੈ। ਫਿਰ ਆਪਾਂ ਕਹਿੰਦੇ ਕਿ ਐਨੀਮਲ ਪ੍ਰੋਟੀਨ ਨਾ ਲਓ। ਐਨੀਮਲ ਪ੍ਰੋਟੀਨ ਲਵਾਂਗੇ ਆਪਾਂ ਤਾਂ ਉਹ ਜਿਹੜਾ ਹੈ ਐਲਰਜੀਆਂ ਜ਼ਿਆਦਾ ਹੋਣਗੀਆਂ, ਆਟੋਇਮਿਊਨ ਡਿਸਆਰਡਰ ਜ਼ਿਆਦਾ ਹੋਣਗੇ। ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਜਿਹੜਾ ਆਪਣੀ ਅੰਤੜੀਆਂ ਨੂੰ ਤੇ ਆਪਣੀ ਸਾਹ ਪ੍ਰਣਾਲੀ ਨੂੰ ਸਿਹਤਮੰਦ ਰੱਖੋ। ਕਿਉਂਕਿ ਸਿਹਤਮੰਦ ਕਿਵੇਂ ਰਹਿਣਗੀਆਂ ਉਹ, ਜੇ ਅਸੀਂ ਫੂਡ ਅੱਛਾ ਖਾਵਾਂਗੇ, ਵਰਜਿਸ਼ ਅੱਛੀ ਕਰਾਂਗੇ, ਜਾਂ ਜੋ ਆਪਾਂ ਗੱਲਾਂ ਕਰਦੇ ਸਾਰੀਆਂ ਉਹ ਕੀ ਕਰਦੀਆਂ ਨੇ,
ਸਾਡੀਆਂ ਅੰਤੜੀਆਂ ਨੂੰ ਸਿਹਤਮੰਦ ਰੱਖਦੀਆਂ ਨੇ, ਤਾਂ ਕਿ ਸਾਡੀਆਂ ਅੰਤੜੀਆਂ ਫਿਰ ਉਹ ਜਿਹੜੇ ਮਣਕੇ ਤੋੜਨ ਵਾਲੀ ਸਮਰੱਥਾ ਉਹਨਾਂ ਦੀ ਉਹ ਪੂਰੀ ਹੋ ਜਾਂਦੀ ਹੈ, ਤੇ ਉਹ ਅੰਦਰ ਜਾਣ ਨਹੀਂ ਦਿੰਦੀਆਂ, ਜਾਣ ਨਹੀਂ ਦਿੰਦੀਆਂ। ਤੇ ਜਦੋਂ ਨਹੀਂ ਜਾਏਗਾ ਤਾਂ ਪੁਰਾਣਾ ਤੁਹਾਡੀ ਹੌਲੀ ਹੌਲੀ ਡਿਸਟਰੋਏ ਕਰ ਦੇਗੀ। ਜੇ ਪੁਰਾਣਾ ਬੈਠਾ, ਨਵਾਂ ਅਸੀਂ ਰੋਕਤਾ ਉੱਥੇ, ਉਹਦੇ ਨਾਲ ਐਲਰਜੀਆਂ ਵੀ ਠੀਕ ਹੋ ਜਾਣਗੀਆਂ, ਤੇ ਉਹਦੇ ਨਾਲ ਦਮੇ ਵਰਗੀਆਂ ਬਿਮਾਰੀਆਂ ਵੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਪਾਓਗੇ ਕਿ ਭੋਜਨ ਵਾਲਾ ਜਿਹੜਾ ਆਪਣੀ ਬੜੀ ਚੀਜ਼ਾਂ ਨੇ, ਉਹਦੇ ਨਾਲ ਐਲਰਜੀਆਂ ਵੀ ਠੀਕ ਹੋਣ ਲੱਗ ਜਾਂਦੀਆਂ, ਆਟੋਮੈਟਿਕ ਡਿਸਆਰਡਰ ਵੀ ਠੀਕ ਹੋਣ ਲੱਗ ਜਾਂਦੇ, ਔਰ ਦਮਾ ਵੀ ਠੀਕ ਹੋਣ ਲੱਗ ਜਾਂਦਾ। ਹੁਣ ਦਮੇ ਦੀ ਆਪਾਂ ਜਿਹੜੀ ਗੱਲ ਕਰਕੇ, ਇੰਨੀ ਦਮੇ ਦੀ ਗੱਲ ਕਰਨ ਤੋਂ ਬਾਅਦ ਬੰਦ ਕਰ ਦਾਂਗੇ ਦਮੇ ਦੀ ਗੱਲ। ਹੁਣ ਇਹਦਾ ਭੋਜਨ ਤੋਂ ਇਲਾਵਾ ਹੋਰ ਕੀ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਕਰਨੀਆਂ ਬਹੁਤ ਜ਼ਰੂਰੀ ਨੇ। ਭੋਜਨ ਠੀਕ ਕਰਨ ਨਾਲ ਬਹੁਤ ਸਾਰੇ ਦਮੇ ਦੇ ਮਰੀਜ਼ ਠੀਕ ਹੋ ਜਾਣਗੇ। ਉਸ ਤੋਂ ਬਾਅਦ ਕੀ ਹੈ ਕਿ ਜਿਹੜੀ ਆਪਾਂ ਸਾਹ ਪ੍ਰਣਾਲੀ ਦੀ ਉੱਪਰਲੀ ਗੱਲ ਕੀਤੀ ਸੀ ਕਿ ਆਪਣੇ ਸਾਇਨਸਸ ਨੂੰ ਠੀਕ ਰੱਖਣਾ, ਕਿਉਂਕਿ ਤੁਹਾਡੇ ਜਿਹੜੇ ਸਾਇਨਸਸ ਨਾਲ ਇਕੱਠਾ ਹੋਇਆ ਰੇਸ਼ਾ ਹੈ, ਉਹ ਵੀ ਬਿਮਾਰੀ ਦਾ ਇੱਕ ਸਰੋਤ ਹੈ। ਉਸ ਰੇਸ਼ੇ ਨੂੰ ਵੀ ਡੀਲ ਕਰਨਾ, ਉਹ ਕਿੱਦਾਂ ਕਰਨਾ, ਉਹੀ ਜਿਹੜੀਆਂ ਗੱਲਾਂ ਸੀਗੀਆਂ, ਗਰਾਰੇ ਕਰਨੇ, ਭਾਫ ਲੈਣੀ, ਔਰ ਜਿਹੜੀ ਕੁਛ ਚੀਜ਼ਾਂ ਜਿਹੜੀਆਂ ਨੇ ਵਰਜਿਸ਼ ਕਰਨੀ, ਜਿਹੜਾ ਵਰਜਿਸ਼ ਕਰਿਆ ਜਦੋਂ ਜਿਹੜੇ ਸਾਇਨਸਸ ਕਲੀਅਰ ਹੋ ਜਾਂਦੇ ਆ, ਨੇਤੀ ਕਰਨੀ, ਯੋਗਾ ਪ੍ਰਾਣਾਯਾਮ ਕਰਨੇ, ਤੇ ਤੁਹਾਡਾ ਕੁਛ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਜਿਵੇਂ ਗਲੋ ਜਾਂ ਨਿੰਮ ਜਾਂ ਜੋ ਹਲਕੇ ਫੁਲਕੇ ਜਿਹਦੇ ਨਾਲ ਕਿ ਉਹ ਜਿਹੜੇ ਸਾਇਨਸਸ ਦਾ ਰੇਸ਼ਾ ਬਣਨਾ ਬੰਦ ਹੋ ਜਾਵੇ। ਤਾਂ ਰੇਸ਼ਾ ਜਿਹੜਾ ਪੁਰਾਣਾ ਜ਼ੁਕਾਮ ਹੈ, ਉਹ ਕਿਤੇ ਨਾ ਕਿਤੇ ਥੱਲੇ ਫੇਫੜਿਆਂ ਵਾਸਤੇ ਵੀ ਸਮੱਸਿਆ ਬਣਦਾ। ਸੋ ਪੁਰਾਣੇ ਜ਼ੁਕਾਮ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ। ਜ਼ੁਕਾਮ ਦੇਖਣ ਨੂੰ ਬੜੀ ਛੋਟੀ ਜਿਹੀ ਚੀਜ਼ ਲੱਗਦਾ ਹੈ, ਲੇਕਿਨ ਪੂਰੇ ਦੇ ਪੂਰੇ ਸਰੀਰ ਨੂੰ ਬਿਮਾਰ ਕਰਨ ਦਾ ਸਾਧਨ ਬਣਦਾ। ਤਾਂ ਦਮੇ ਦਾ ਵੀ ਇਹ ਕਿਤੇ ਨਾ ਕਿਤੇ ਜੜ ਪੁਰਾਣੇ ਜ਼ੁਕਾਮ 'ਚ ਹੁੰਦੀ ਹੈ। ਤਾਂ ਪੁਰਾਣਾ ਜ਼ੁਕਾਮ ਠੀਕ ਕਰਨਾ ਬੇਹੱਦ ਜ਼ਰੂਰੀ ਹੈ, ਬੇਹੱਦ ਜ਼ਰੂਰੀ ਹੈ। ਦੂਜਾ ਗੱਲ ਹੋ ਗਈ ਤੁਹਾਡੀ ਕਿ ਦਮੇ ਦੇ ਮਰੀਜ਼ਾਂ ਨੂੰ ਜਿਹੜੇ ਕੁਛ ਹੋਮਿਓਪੈਥਿਕ ਦਵਾਈਆਂ ਬਹੁਤ ਅੱਛੀਆਂ ਨੇ, ਆਯੁਰਵੈਦਿਕ ਦਵਾਈਆਂ ਬਹੁਤ ਅੱਛੀਆਂ ਨੇ, ਸਾਡੇ ਕੋਲ ਬਹੁਤ ਸਾਰੀਆਂ ਹਰਬਸ ਨੇ, ਜਿਵੇਂ ਆਪਾਂ ਜੀਰੇ ਦੀ ਭਾਫ ਲੈਣ ਨੂੰ ਕਹਿੰਦੇ ਹਾਂ, ਜਾਂ ਸਫੇਦੇ ਦੇ ਜਿਹੜੇ ਫਲਿਪਟਸ ਆਇਲ ਦੀ ਭਾਫ ਲੈਣ ਨੂੰ ਕਹਿੰਦੇ ਹਾਂ, ਜਾਂ ਕੁਛ ਜਿਹੜੇ ਕਾੜੇ ਪੀਣ ਨੂੰ ਕਹਿੰਦੇ ਆ, ਉਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਉਹਦੇ ਲਈ ਬਹੁਤ ਅੱਛੇ ਹੁੰਦੇ ਆ ਦਮੇ ਨੂੰ ਠੀਕ ਕਰਨ ਲਈ। ਤਾਂ ਇਹ ਮੇਰੇ ਖਿਆਲ 'ਚ ਕੁਲਦੀਪ ਜੀ ਟਾਈਮ ਵਾਹਵਾ ਹੋ ਗਿਆ। ਹਾਂ ਟਾਈਮ ਸਵਾਲ ਜਵਾਬ ਲੈ ਲਈਏ, ਬਾਕੀ ਫਿਰ ਦੇਖਾਂਗੇ ਕੋਈ ਟੀਵੀ ਟੂਬੀ ਵਾਲੀ ਗੱਲ ਥੋੜੀ ਗੱਲ ਕਰ ਲਾਂਗੇ। ਹਾਂਜੀ ਅਵਤਾਰ ਸਿੰਘ ਜੀ, ਬੇਨਤੀ ਸਵਾਲ ਜਵਾਬ ਲਈ ਕਹਿ ਦਿਓ। ਹਾਂਜੀ ਹਾਂ ਵੀਰ ਜੀ, ਹੈਂਡ ਰੇਜ਼ ਕਰ ਦਿਓ ਜੀ ਜਿਨ੍ਹਾਂ ਦਾ ਕੋਈ ਸਵਾਲ ਹੋਵੇ। ਬਹੁਤ ਵਿਸਤਾਰਪੂਰਵਕ ਡਾਕਟਰ ਸਾਹਿਬ ਨੇ ਜਾਣਕਾਰੀ ਦੇ ਦਿੱਤੀ ਹੈ, ਕਿਉਂਕਿ ਐਲਰਜੀ ਬਾਰੇ ਮੈਨੂੰ ਲੱਗਦਾ ਵੀ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਵੀ ਇਹਦਾ ਕਾਰਨ ਕੀ ਹੈ। ਬਸ ਇੰਨਾ ਹੀ ਪਤਾ ਹੁੰਦਾ ਵੀ ਐਲਰਜੀ ਹੋ ਗਈ, ਡਾਕਟਰ ਕਹਿੰਦੇ ਨੇ, ਆਪਾਂ ਬਸ ਗੱਲ ਮੰਨ ਲੈਂਦੇ ਹਾਂ, ਪਤਾ ਹੁੰਦਾ ਨਹੀਂ ਵੀ ਇਹਦਾ ਇਹ ਹੈ ਕੀ ਚੀਜ਼। ਤਾਂ ਉਹ ਬਹੁਤ ਚੰਗੀ ਤਰ੍ਹਾਂ ਡਾਕਟਰ ਸਾਹਿਬ ਨੇ ਆਪਾਂ ਨੂੰ ਸਮਝਾ ਦਿੱਤੀ ਹੈ। ਤਾਂ ਜੇ ਕਿਸੇ ਨੂੰ ਵੀ ਦਾ ਕੋਈ ਸਵਾਲ ਹੈ ਇਹਨਾਂ ਬਿਮਾਰੀਆਂ ਨਾਲ ਜੁੜਿਆ ਹੋਇਆ, ਉਹ ਹੈਂਡ ਰੇਜ਼ ਕਰ ਦਿਓ ਜੀ। ਹੈਂਡ ਰੇਜ਼ ਕਰਨ ਲਈ ਤੁਸੀਂ ਮੋਰ ਦੇ ਆਪਸ਼ਨ ਤੇ ਜਾਓਗੇ, ਉਹ ਤੋਂ ਜਾ ਕੇ ਹੈਂਡ ਰੇਜ਼ ਦਾ ਹੁੰਦਾ ਗਾ। ਗੁਰਸੇਵਕ ਸਿੰਘ ਜੀ, ਹਾਂਜੀ ਗੁਰਸੇਵਕ ਸਿੰਘ ਜੀ ਅਨਮਿਊਟ ਹੋ ਤੁਸੀਂ, ਕਰੋ ਸਵਾਲ। ਹਾਂਜੀ ਡਾਕਟਰ ਸਾਹਿਬ, ਮੈਨੂੰ ਇੱਕ ਪ੍ਰੋਬਲਮ ਹੈ, ਕਈ ਸਾਲ ਤੋਂ ਮੈਨੂੰ ਬਲਗਮ ਦੀ ਸ਼ਿਕਾਇਤ ਹੈ, ਉਸ ਦੇ ਬਾਰੇ ਕੋਈ ਰਾਏ ਦਿਓ। ਸਾਹ ਤਾਂ ਨਹੀਂ ਚੜਦਾ? ਸਾਹ ਤਾਂ ਨਹੀਂ ਦਮੇ ਵਾਂਗੂ ਤਾਂ ਨਹੀਂ ਹੈ? ਨਹੀਂ ਦਮੇ ਵਾਂਗੂ ਨਹੀਂ ਹੈ, ਹਲਕਾ ਬਲਗਮ ਆਉਂਦਾ ਹੀ ਰਹਿੰਦਾ। ਇਹਨੂੰ ਸਾਈਨੋਸਾਈਟਿਸ ਕਹਿੰਦੇ ਹੋਈ ਨਾ, ਜਿਹੜਾ ਆਪਾਂ ਸਾਈਨਸਿਸ ਦੀ ਗੱਲ ਕਰ ਰਹੇ ਸੀ ਨਾ, ਇਹ ਸਾਈਨੋਸਾਈਟਿਸ ਹੈ। ਤੇ ਸਾਈਨੋਸਾਈਟਿਸ ਦੀਆਂ ਜਿੰਨੀਆਂ ਗੱਲਾਂ ਆਪਾਂ ਬੋਲੀਆਂ ਨੇ, ਉਹਦੇ ਅੰਦਰ ਜਿਹੜੀ ਹੋਈ ਹੈ ਭੋਜਨ ਬਦਲਣਾ, ਭੋਜਨ ਦੇ ਐਨੀਮਲ ਫੂਡ ਟੋਟਲ ਬੰਦ ਕਰ ਦਿਓ, ਦੁੱਧ ਟੋਟਲ ਬੰਦ ਕਰ ਦਿਓ। ਤੁਸੀਂ ਦੁੱਧ ਜਿੰਨੇ ਵੀ ਪੁਰਾਣੇ ਰੇਸ਼ੇ ਵਾਲੇ ਬੰਦੇ ਨੇ, ਸਾਰੇ ਜਿਹੜੇ ਨੇ ਆਪਾਂ ਦੁੱਧ ਹੀ ਜ਼ਿਆਦਾ ਪੀ ਰਹੇ, ਬਾਕੀ ਨੌਨ ਵੈਜ ਤਾਂ ਘੱਟ ਖਾਂਦੇ ਆ, ਨੌਨ ਵੈਜ ਨਹੀਂ ਖਾਣਾ, ਦੁੱਧ ਵੀ ਬੰਦ ਕਰ ਦਿਓ। ਦੁੱਧ ਇੱਕ ਵਾਰੀ ਸਾਰਾ ਬੰਦ ਕਰ ਦਿਓ, ਬਾਅਦ ਜਦੋਂ ਠੀਕ ਹੋ ਜਾਵੇ ਰੇਸ਼ਾ, ਤੇ ਫਿਰ ਦਹੀਂ ਲੱਸੀ ਮੱਖਣ ਘੀ ਤਾਂ ਲੈ ਸਕਦੇ, ਮੱਖਣ ਘੀ ਦੀ ਕੋਈ ਪ੍ਰੋਬਲਮ ਨਹੀਂ, ਜਦੋਂ ਵੀ ਲੈ ਸਕਦੇ ਆ। ਦਹੀਂ ਲੱਸੀ ਵੀ ਇੱਕ ਵਾਰੀ ਬੰਦ ਕਰ ਦਿਓ, ਮਹੀਨਾ 2 ਮਹੀਨੇ, ਜਦੋਂ ਰੇਸ਼ਾ ਸੁੱਕ ਜਾਵੇ ਫਿਰ ਦਹੀਂ ਲੱਸੀ ਦੁਪਹਿਰ ਵੇਲੇ ਲੈ ਲਓ। ਦੁੱਧ ਵਾਲੀ ਚਾਹ ਤੇ ਮਠਾਈਆਂ ਤੇ ਪਨੀਰ ਜਿਹੜਾ ਹੈ ਬੰਦ ਰੱਖੋ। ਦੂਜੀ ਗੱਲ, ਜਿਹੜੇ ਸਾਰੀਆਂ ਗੱਲਾਂ ਕੀਤੀਆਂ ਨੇ, ਸੁਬਾਹ ਗਰਾਰੇ ਕਰਨੇ, ਭਾਫ ਲੈਣੀ, ਫਿਰ ਥੋੜੀ ਐਕਸਰਸਾਈਜ਼ ਜਾਂ ਯੋਗਾ ਕਰਨਾ, ਜੇ ਨੀਤੀ ਸਿੱਖ ਸਕਦੇ ਹੋ ਕਿਸੇ ਯੋਗਾ ਵਾਲੇ ਤੋਂ ਨੀਤੀ ਸਿੱਖ ਲਓ, ਨੀਤੀ ਅਗੜਾ ਹੁੰਦੀ ਹੈ ਹਫ਼ਤੇ 2 ਹਫ਼ਤੇ ਜੀ ਪੁਰਾਣੇ ਜ਼ੁਕਾਮ ਨੂੰ। ਤੇ ਨਹੀਂ ਨੀਤੀ ਸਿੱਖ ਸਕਦੇ ਤਾਂ ਗਰਾਰੇ ਔਰ ਸਟੀਮ ਜਿਹੜੀ ਆ ਬਹੁਤ ਜ਼ਰੂਰੀ ਹੈ, ਔਰ ਵਰਜਿਸ਼ ਥੋੜੇ ਬਹੁਤੇ ਟੋਟਕੇ ਜਿਹੜੇ ਨੇ ਦੇਸੀ ਟੋਟਕੇ। ਵਰਜਿਸ਼ ਕਿਸ ਪ੍ਰਕਾਰ ਦੀ ਹੁੰਦਾ? ਬਸ ਵਰਜਿਸ਼ ਕੋਈ ਵੀ ਐਰੋਬਿਕ ਵਰਜਿਸ਼ ਜਿਹਦੇ ਅੰਦਰ ਤੁਸੀਂ ਦੌੜ ਸਕਦੇ ਹੋ, ਸਾਈਕਲਿੰਗ ਕਰ ਸਕਦੇ ਹੋ, ਸੈਰ ਕਰ ਲਓ, ਕੋਈ ਵੀ ਵਰਜਿਸ਼ ਜਿਹਦੇ ਸਾਹ ਚੜੇ। ਲਗਭਗ 40 ਮਿੰਟ ਵਰਜਿਸ਼ ਦਾ ਸਾਇੰਟੀਫਿਕ ਤਰੀਕਾ ਹੁੰਦਾ, 40 ਮਿੰਟ ਘੱਟੋ ਘੱਟ ਵਰਜਿਸ਼ ਕਰਨੀ ਹੈ। ਜੇ ਪਹਿਲੇ 10 ਮਿੰਟ ਤੁਸੀਂ ਵਾਰਮ ਅਪ ਹੋ, ਇੱਕ ਵਿਚਾਲੇ 20 ਮਿੰਟ ਜਿਹੜੇ ਪੂਰੀ ਤੇਜ਼ੀ 'ਚ ਰਹੋ, ਜਿਹਦੇ 'ਚ ਪੂਰਾ ਸਾਹ ਚੜੇ। ਠੀਕ ਹੈ। ਵਰਜਿਸ਼ ਦਾ ਅੱਜ ਕੱਲ੍ਹ ਤਰੀਕਾ ਆ ਗਿਆ ਕਿ ਵਰਜਿਸ਼ ਜਿਹੜੀ ਹੈ ਸਭ ਤੋਂ ਉੱਤਮ ਵਰਜਿਸ਼ ਹੁੰਦੀ ਹੈ ਜਿਹੜੀ ਉਹ 20 ਮਿੰਟ ਰਹੇ, ਜਿਹਦੇ 'ਚ ਤੁਸੀਂ ਸਾਹ ਚੜਨਾ ਹੈ। ਉਹਦੇ 'ਚ ਵੀ
मतलब दौड़े रुक गए, जो साह ठीक हो गया फिर दौड़ने लग गए फिर रुक गए, यानी कि इंटरप्टेड, यानी कि एकदम दौड़ने की बजाय दौड़ो, जो साह चढ़ने लग गया ज्यादा, थोड़ा रुक जाओ, साह ठीक हो जाने दो, फिर दौड़ लो, फिर रुक जाओ, फिर जो साह चढ़िया फिर रुक जाओ मतलब तुरन लग जाओ, बिल्कुल नहीं रुकना, मतलब दौड़े तुरले तो इदां दी वर्जिश जिहदे अंदर विच बहुत ज्यादा साह चढ़े, विच ठीक हो जाए, विच वो ज्यादा बहुत ज्यादा हेल्प करदी है, ਉਹਦੇ ਨਾਲ ਜਿਹੜੀ ਹੈ ਉੜ ਜਾਂਦਾ ਰੇਸ਼ਾ। ਫਿਰ ਉਹ ਜਿਹੜਾ ਤਾਂ ਆਪਾਂ ਕੋਈ ਟੋਟਕਾ ਲੈ ਲਓ, ਅਦਰਕ ਤੇ ਜਿਹੜਾ ਸ਼ਹਿਦ ਵਾਲਾ ਸੀਗਾ ਉਹ ਵੀ ਲੈ ਸਕਦੇ ਆਪਾਂ, ਤੁਹਾਡਾ ਗਲੋ ਕਿਸੇ ਨਾ ਕਿਸੇ ਸ਼ਕਲ 'ਚ ਲੈ ਲਓ, ਸੈਪਟਲਿਨ ਦੀਆਂ ਗੋਲੀਆਂ ਆਉਂਦੀਆਂ ਨੇ ਬਹੁਤ ਵਧੀਆ ਨੇ, ਜੇ ਕੋਈ ਤਰੱਦਦ ਨਾ ਕਰਨਾ ਹੋਵੇ, ਹਿਮਾਲਿਆ ਦੀਆਂ ਹਰਬਲ ਗੋਲੀਆਂ ਨੇ ਸੈਪਟਲਿਨ ਵਾਲੀਆਂ, ਸੈਪਟਲਿਨ SEPTLIN ਸੈਪਟਲਿਨ LIN ਸੈਪਟਲਿਨ, 2 ਗੋਲੀਆਂ ਸਵੇਰ ਸ਼ਾਮ 10 ਦਿਨ, 1 ਗੋਲੀ ਸਵੇਰ ਸ਼ਾਮ 20 ਦਿਨ, ਟੋਟਲ ਮਹੀਨਾ ਖਾ ਲਓ, ਉਹ ਠੀਕ ਹੋ ਜਾਂਦਾ, ਸਭ ਦਾ ਰੇਸ਼ਾ ਠੀਕ ਹੋ ਜਾਂਦਾ। ਉਹ ਕੋਈ ਉਹਨੇ ਡਾਕਟਰਾਂ ਦੇ ਚੱਕਰ 'ਚ ਨਾ ਪਿਓ ਵੀ ਹੱਡੀ ਵਿੰਗੀ ਹੈ, ਇਹ ਹੈ ਉਹ, ਹੱਡੀ ਸਭ ਦੀ ਵਿੰਗੀ ਹੁੰਦੀ ਹੈ, ਨੱਕ ਦੀ ਹੱਡੀ ਸਭ ਦੀ ਵਿੰਗੀ ਹੁੰਦੀ ਹੈ, ਕਿਸੇ ਦੀ ਸਿੱਧੀ ਨਹੀਂ ਹੁੰਦੀ। ਉਹ ਕੋਈ ਬਹੁਤ ਐਕਸਟਰਾਆਰਡੀਨਰੀ ਗੱਲ, ਉਸਦਾ ਸੱਟ ਸੁੱਟ ਲੱਗੀ ਹੋਵੇ, ਬਹੁਤ ਜ਼ਿਆਦਾ ਵਿੰਗੀ ਹੋ ਜਾਏ, ਵੱਖਰੀ ਗੱਲ ਹੈ, ਲੇਕਿਨ ਆਮ ਤੌਰ ਤੇ ਜਿਹੜੀ ਹੱਡੀ ਵਿੰਗੀ ਹੁੰਦੀ ਹੈ, A to Z ਸਭ ਦੀ ਵਿੰਗੀ ਹੁੰਦੀ, ਕਿਸੇ ਦੀ ਹੱਡੀ ਸੈਂਟਰ 'ਚ ਨਹੀਂ ਹੁੰਦੀ, ਇੱਕ ਨਾਸ ਵੱਲੋਂ ਥੋੜੀ ਜਿਹੀ ਝੁਕੀ ਹੁੰਦੀ ਹੈ। ਇਸ ਕਰਕੇ ਉਹ ਹੱਡੀ ਵਿੰਗੀ ਦੀ ਚਿੰਤਾ ਨਹੀਂ ਕਰਨੀ, ਨਾ ਹੱਡੀ ਵਿੰਗੀ ਦੀ ਚਿੰਤਾ ਕਰਨੀ ਹੈ, ਨਾ ਟੌਂਸਲ ਦੀ ਚਿੰਤਾ ਕਰਨੀ ਹੈ, ਨਾ ਉਹਦੇ ਪ੍ਰੂਫ ਵੀ ਨਹੀਂ ਪਾਉਣੇ ਨਕਲੀ ਰੇਸ਼ਾ ਡਰੇਨ ਕਰਨ ਲਈ। ਜਿੰਨੇ ਮਰਜ਼ੀ ਤੁਸੀਂ ਪ੍ਰੂਫ ਪਵਾ ਲਓ, ਜੇ ਤੁਹਾਨੂੰ ਰੇਸ਼ਾ ਡਰੇਨ ਕਰਨ ਦਾ ਤਰੀਕਾ ਆਉਂਦਾ ਤਾਂ ਪ੍ਰੂਫ ਪਾਉਣ ਦੀ ਲੋੜ ਨਹੀਂ ਹੈ, ਜੇ ਨਹੀਂ ਆਉਂਦਾ ਤਾਂ ਫਿਰ ਵੀ ਰੇਸ਼ਾ ਇਕੱਠਾ ਹੋ ਜਾਏਗਾ। ENT ਵਾਲੇ ਦੇ ਢਾਏ ਨਾ ਚੜੋ, ENT ਵਾਲੇ ਢਾਏ ਬਿਲਕੁਲ ਨਾ ਚੜੋ, ਤੇ ਆਪਣਾ ਜਿਹੜਾ ਗਰਾਰੇ ਵਾਲਾ ਰੂਟੀਨ ਰੱਖੋ, ਗਰਾਰੇ ਵਾਲੇ ਪਾਣੀ 'ਚ ਹਲਦੀ ਪਾਓ, ਜੋ ਉਸ ਤੋਂ ਵਧੀਆ ਹੋ ਜਾਂਦੇ ਆ। ਬਸ ਖਿਆਲ ਰੱਖਿਓ ਵੀ ਹਲਦੀ ਵਾਲਾ ਪਾਣੀ ਨੱਕ 'ਚ ਨਹੀਂ ਪਾਉਣਾ, ਖਿੱਚਣਾ ਨੱਕ ਰਾਹੀਂ ਨਹੀਂ ਖਿੱਚਣਾ। ਠੀਕ ਹੈ, ਗਰਾਰੇ ਕਰਨ ਲਈ ਹਲਦੀ ਪਾ ਸਕਦੇ ਆ, ਲੇਕਿਨ ਜੇ ਨੱਕ ਰਾਹੀਂ ਪਾਣੀ ਖਿੱਚਣਾ, ਪਾਣੀ ਚੁਲੀ 'ਚ ਲੈ ਕੇ ਆਪਾਂ ਨੱਕ ਰਾਹੀਂ ਪਾਣੀ ਖਿੱਚ ਲਓ, ਉਹਦੇ ਨਾਲ ਸਾਇਨਸਿਸ ਖੁੱਲ ਜਾਂਦੇ ਨੇ, ਲੇਕਿਨ ਉਹ ਕੱਲਾ ਨਮਕ ਹੋਣਾ ਚਾਹੀਦਾ, ਔਰ ਥੋੜਾ ਨਮਕ ਵੀ ਬਹੁਤ ਜ਼ਿਆਦਾ ਤੇਜ਼ ਨਾ ਹੋਵੇ। ਗਰਾਰਿਆਂ 'ਚ ਨਮਕ ਥੋੜਾ ਤੇਜ਼ ਰੱਖਿਆ ਜਾ ਸਕਦਾ, ਗਰਾਰਿਆਂ ਤੋਂ ਬਾਅਦ ਉਹਦਾ ਗਰਮ ਵੀ ਘੱਟ ਥੋੜਾ ਕਰਨਾ ਹੁੰਦਾ ਨੱਕ 'ਚ ਖਿੱਚਣ ਲਈ ਪਾਣੀ, ਤੇ ਥੋੜਾ ਜਿਹਾ ਨਮਕ ਵੀ ਘੱਟ ਹੋਣਾ ਚਾਹੀਦਾ, ਯਾਨੀ ਕਿ ਥੋੜਾ ਜਿਹਾ ਠੰਡਾ ਪਾਣੀ ਪਾ ਲਓ, ਤਾਜ਼ਾ ਪਾਣੀ ਪਾ ਲਓ, ਤਾਂ ਕਿ ਗਰਮ ਵੀ ਘੱਟ ਜਾਵੇ, ਉਹਨਾਂ ਕੁ ਰਹੇ ਜਿੰਨਾ ਸਹਿ ਸਕਦੇ ਹੋ, ਤੇ ਨਮਕ ਵੀ ਥੋੜਾ ਜਿਹਾ ਘੱਟ ਜਾਵੇ, ਕਿਉਂਕਿ ਨਮਕ ਵੀ ਜ਼ਿਆਦਾ ਹੋਗਾ ਤਾਂ ਲੱਗਦਾ ਨੱਕ 'ਚ ਜਾ ਕੇ ਫਿਰ ਬਹੁਤ ਜ਼ਿਆਦਾ। ਨਮਕ ਸਹਿੰਦਾ ਹੋਵੇ ਕਿ ਦੂਸਰਾ ਹੋਵੇ ਜੀ? ਨਹੀਂ ਸਿੰਦਾ ਨਹੀਂ ਪਾਉਣਾ, ਇਹ ਸਿੰਦਾ ਨਾ ਪਾਓ, ਸਿੰਦਾ ਨਮਕ ਦੇ ਅੰਦਰ ਜਿਹੜਾ ਨਾ ਕਈ ਕੁਛ ਹੁੰਦਾ, ਇਹ ਦੂਜਾ ਨਮਕ ਹੀ ਪਾਓ। ਅੱਛਾ ਜੀ, ਇਸ ਕੰਮ ਲਈ ਦੂਜਾ ਨਮਕ ਯੂਜ਼ ਕਰੋ। ਡਾਕਟਰ ਸਾਹਿਬ ਜਿਹੜੀ ਕਹਿੰਦੇ ਹੱਡੀ ਵਧੀ ਹੋਈ ਆ, ਉਹ ਵੀ ਵੱਡੀ ਵਧੀ ਦਾ ਮਤਲਬ ਵਿੰਗੀ ਦਾ ਹੀ ਹੁੰਦਾ ਹੈ, ਵਿੰਗੀ ਦੇ, ਠੀਕ ਹੈ ਜੀ, ਇੱਕ ਸਾਈਡ ਨੂੰ ਹੋ ਜਾਂਦੀ ਨਾ ਉਹ, ਠੀਕ ਹੈ ਜੀ, ਕਿਸੇ ਦੀ ਨੱਕ ਦੀ ਹੱਡੀ ਸਿੱਧੀ ਨਹੀਂ ਹੁੰਦੀ, ਸੈਂਟਰ 'ਚ ਬਿਲਕੁਲ ਨਹੀਂ ਹੁੰਦੀ, ਦੋਨੋਂ ਨਾਸਾਂ ਇੱਕੋ ਜਿਹੀਆਂ ਹੁੰਦੀਆਂ ਤੁਹਾਡੀਆਂ। ਠੀਕ ਹੈ ਜੀ। ਡਾਕਟਰ ਸਾਹਿਬ ਤੁਹਾਡੇ ਮਿਲਣ ਦਾ ਪਤਾ ਕਿੱਥੇ ਮਿਲ ਸਕਦੇ ਤੁਹਾਨੂੰ? ਮੇਰਾ ਮਿਲਣ ਦਾ ਪਤਾ ਤੁਰਦਾ ਫਿਰਦੇ ਨੇ, ਪਟਿਆਲੇ ਮੈਂ ਵੈਸੇ, ਪਟਿਆਲੇ ਆ ਮੇਰਾ। ਅੱਛਾ, ਪਟਿਆਲੇ। ਹਾਂਜੀ, ਪਟਿਆਲੇ ਆ ਕੇ ਤੁਹਾਨੂੰ ਕਾਲ ਕਰ ਲੂੰ। ਨਹੀਂ ਕਾਲ ਪਹਿਲਾਂ ਕਰਕੇ ਆਇਓ, ਮੇਰਾ ਕੋਈ ਪਤਾ ਨਹੀਂ, ਹਾਂ ਤਾਂ ਕਰਫਿਊ ਕਰਕੇ ਬੈਠੇ ਨੇ, ਬਹੁਤ ਵਾਰੀ ਹੁੰਦਾ ਹੀ ਨਹੀਂ ਪਟਿਆਲੇ। ਠੀਕ ਹੈ ਡਾਕਟਰ ਸਾਹਿਬ, ਹੋਰ ਵੀ ਦਿੱਕਤਾਂ ਹੈਗੀਆਂ? ਪਹਿਲਾਂ ਕਾਲ ਕਰਕੇ ਜੇ ਮੈਨੂੰ ਮਿਲਣਾ ਹੋਵੇ ਨਾ, ਪਹਿਲਾਂ ਕਾਲ ਕਰਕੇ ਆਇਓ, ਕਾਲ ਕਰੇ ਬਿਨਾਂ ਨਾ ਆਇਓ। ਠੀਕ ਹੈ ਸਰ, ਸ਼ੁਰੂ ਕਰ ਰਹੇ ਹਾਂ, ਡੇ ਫਿਕਸ ਕਰਾਂਗੇ, ਅਸੀਂ ਸ਼ੁਰੂ ਕਰ ਰਹੇ ਹਾਂ ਪਟਿਆਲੇ ਦੇ ਅੰਦਰ ਇੱਕ ਨੇਚਰ ਕਿਉਰ ਸੈਂਟਰ, ਕਿਉਂਕਿ ਹੁਣ ਇਹਨਾਂ ਨੇ ਕੈਂਪ ਦਾ ਮੈਨੂੰ ਲੱਗਦਾ ਲਾਉਣ ਦੇਣੇ, ਅਗਲੇ ਆਉਣ ਵਾਲੇ 6 ਮਹੀਨੇ ਵੀ ਕੋਈ ਸੰਭਾਵਨਾ ਨਹੀਂ ਕਿ ਉਹਨੂੰ ਕੱਟ ਕਰਨ ਦੇਣਗੇ, ਸੋ ਅਸੀਂ ਉਹ ਸ਼ੁਰੂ ਕਰ ਲਿਆ। ਪ੍ਰਗਟ ਦੇ ਦੀਆਂ ਪਈਆਂ ਸੀ ਕੁਛ 7-8 ਦੁਕਾਨਾਂ ਪਈਆਂ ਨੇ, ਹਾਂਜੀ, ਉਹਦੇ 'ਚ ਅਸੀਂ ਨੇਚਰ ਕਿਉਰ ਸੈਂਟਰ ਸ਼ੁਰੂ ਕਰ ਰਹੇ ਹਾਂ। ਉਹਦੇ ਅੰਦਰ ਨੇਚਰ ਕਿਉਰ ਸੈਂਟਰ ਪਲੱਸ ਫੂਡ ਸੈਂਟਰ, ਹੈਲਦੀ ਫੂਡ ਸੈਂਟਰ, 2 ਕੰਪੋਨੈਂਟਸ ਹੀ ਕਰਾਂਗੇ। ਇੱਕ ਅਸੀਂ ਰੈਸਟੋਰੈਂਟ ਬਣਾਵਾਂਗੇ ਉਹਦੇ ਅੰਦਰ, ਜਿਹਦੇ ਅੰਦਰ ਅਸੀਂ ਹੈਲਦੀ ਮਿਲਟ ਬੇਸਡ ਆਰਗੈਨਿਕ ਫੂਡ ਦੇਵਾਂਗੇ, ਇੱਕ ਅਸੀਂ ਨੇਚਰ ਕਿਉਰ ਸੈਂਟਰ, ਦੋਨੋਂ ਨੂੰ ਜੋੜਾਂਗੇ। ਇੱਕ ਕੰਸੈਪਟ ਵੀ ਥੋੜਾ ਲਿਆਉਣ ਦੀ ਲੋੜ ਹੈ, ਉਹ ਕੋਸ਼ਿਸ਼ ਕਰ ਰਹੇ ਸੀ, ਸ਼ੁਰੂ ਹੋ ਗਿਆ ਕੰਮ ਉਹਦਾ, ਮੇਰੇ ਖਿਆਲ ਸਾਨੂੰ 15-20 ਦਿਨ ਹੋਰ ਲੱਗਣਗੇ, ਉਹ ਅਸੀਂ ਗਰੁੱਪਾਂ 'ਚ ਪਾ ਦਾਂਗੇ, ਉੱਥੇ ਫਿਰ ਡੇ ਫਿਕਸ ਕਰ ਦਾਂਗੇ, ਉਹ ਡੇ ਫਿਕਸ ਕਰ ਦਾਂਗੇ। ਫਿਰ ਬਾਹਰ ਜਾਣ ਦੇ ਡੇ ਮੈਂ ਆਪਣੇ ਸੀਮਿਤ ਕਰ ਲੂੰਗਾ, ਤੇ ਇੱਕ ਦੋ ਦਿਨ ਰੱਖ ਕੇ ਬਾਕੀ ਡੇਟ ਫਿਕਸ ਕਰ ਦਾਂਗੇ। ਮੇਰੇ ਖਿਆਲ 'ਚ ਸੋਮਵਾਰ ਤੋਂ ਲੈ ਕੇ ਮੋਟਾ ਜਿਹਾ ਲਾ ਕੇ ਚੱਲੋ ਕਿ ਜੇ ਬਾਹਰ ਜਾਣ ਦੇ ਦਿਨ 2 ਹੀ ਰੱਖਾਂਗਾ ਮੈਂ, ਸੈਟਰਡੇ ਸੰਡੇ, ਸੋਮਵਾਰ ਤੋਂ ਸ਼ੁੱਕਰਵਾਰ ਦਾ ਉੱਥੇ ਫਿਕਸ ਕਰ ਦਾਂਗੇ, ਤਾਂ ਕਿ ਜਿਹੜੇ ਬੰਦੇ ਬਹੁਤ ਲੋਕ ਨੇ ਜਿਹੜੇ ਫਿਰ ਵੀ ਉਹਨਾਂ ਨੂੰ ਮਦਦ ਦੀ ਲੋੜ ਪੈਂਦੀ ਹੈ, ਉਹ ਫਿਰ ਉਸ ਨੈਚੁਰੋਪੈਥੀ ਸੈਂਟਰ ਜਿਹੜਾ ਨੇਚਰ ਕਿਉਰ ਸੈਂਟਰ ਬਣਾ ਰਹੇ ਸੀ। ਗਰਨੈਲ ਸਿੰਘ ਜੀ ਸਮਾਧ ਭਾਈ, ਤੁਸੀਂ ਅਨਮਿਊਟ ਹੋ ਜੀ। ਗਰਨੈਲ ਸਿੰਘ ਜੀ। ਹਾਂਜੀ ਹਾਂਜੀ, ਤੁਸੀਂ ਕਰੋ ਜੀ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੈਨੂੰ ਪ੍ਰੋਬਲਮ ਹੈ ਕੈਂਸਰ ਦੀ ਸੀ ਮੂੰਹ ਦੇ ਵਿੱਚ, ਤੇ ਮੇਰੇ ਮਿਲਟ ਖਤਮ ਹੋ ਗਿਆ ਜੀ। ਮਿਲਟ ਪਟਿਆਲੇ ਤੋਂ ਹੈਗੇ ਸਾਡੇ ਕੋਲੇ, ਪਟਿਆਲੇ ਤਾਂ ਅਸੀਂ ਮੁੱਕਣ ਨਹੀਂ ਦਿੱਤੇ।
ਸਰ ਇਹ ਨਿਹਾਲ ਸਿੰਘ ਵਾਲੇ ਤਾਂ ਹੁਣ ਮਿਲ ਨਹੀਂ ਰਹੇ ਜੀ ਕੁਲਦੀਪ ਸਿੰਘ ਹੋਰਾਂ ਕੋਲੋਂ। ਦੇਖੋ ਬੰਦਾ ਭੇਜ ਕੇ ਕੋਈ ਮੰਗਾ ਲਓ, ਜੇ ਮੰਗਾ ਸਕਦੇ ਹੋ ਤਾਂ ਹੁਣ ਭੇਜਣ ਦੀ ਦਿੱਕਤ ਆ ਥੋੜੀ ਜਿਹੀ। ਬੰਦਾ ਦੇਖੋ ਪੁਲਿਸ ਪਾਸ ਵਾਲਾ ਕੋਈ ਜਾਣਦਾ। ਨਿਹਾਲ ਸਿੰਘ ਵਾਲੇ ਪਹੁੰਚ ਜਾਣ ਜੀ ਕੁਲਦੀਪ ਸਿੰਘ ਨਿਹਾਲ ਸਿੰਘ ਕਿਵੇਂ ਪਹੁੰਚਾਈਏ ਹੁਣ? ਪਰਸੋਂ ਤੱਕ ਆ ਜਾਣਗੇ ਜੀ ਡਾਕਟਰ ਸਾਹਿਬ। ਹੈ ਪਰਸੋਂ ਤੱਕ ਆ ਜਾਣਗੇ ਜੀ, ਉਮੀਦ ਆ। ਚੱਲੇ ਹੋਏ ਆ ਜੀ ਉੱਥੋਂ। ਬਸ ਠੀਕ ਹੈ ਠੀਕ ਹੈ। ਹਾਂ ਤੁਰ ਪੀਸ ਟਰਾਂਸਪੋਰਟ ਸ਼ੁਰੂ ਹੋ ਗਈ ਹੈ ਮੇਰੇ ਹਾਂਜੀ, ਟਰਾਂਸਪੋਰਟ ਸ਼ੁਰੂ ਹੋ ਗਈ, ਪਰਸੋਂ ਤੱਕ ਆ ਜਾਣਗੇ। ਆਰਡਰ ਰੁਕਿਆ ਹੋਇਆ ਜਿਹੜਾ ਉਹ ਵੀ ਚੱਲ ਪਿਆ ਹੋਇਆ। ਹਾਂਜੀ, ਪਰਸੋਂ ਤੱਕ। ਸਰ ਉਹਨਾਂ ਚਿਰ ਬਾਜਰਾ ਖਾ ਸਕਦੇ ਜੀ? ਨਹੀਂ, ਉਹਨਾਂ ਜੇ ਪਤਾ ਕੀ ਹੁੰਦਾ ਸੀ, ਉਹ ਜਿਹੜੀ ਨਾ ਸਾਤਵਿਕ ਰੋਟੀ ਵਾਲਾ ਜਿਹੜੀ YouTube ਦੀ ਚੈਨਲ ਕਰਦੇ ਆ, YouTube ਤੇ ਜਾਓ ਤੇ ਉੱਥੇ ਸਾਤਵਿਕ ਰੋਟੀ, ਹਾਊ ਟੂ ਪ੍ਰਿਪੇਅਰ ਸਾਤਵਿਕ ਰੋਟੀ। ਸਾਤਵਿਕ ਰੋਟੀ ਦਾ ਮਤਲਬ ਹੈ ਉਹਦੇ ਅੰਦਰ ਪੱਤੇ ਗੁੰਨ ਲੈਣੇ ਕੋਈ ਨਾ ਕੋਈ। ਕਦੀ ਕੜੀ ਪੱਤਾ ਗੁੰਨ ਲਿਆ, ਕਦੀ ਪਾਲਕ ਗੁੰਨ ਲਈ, ਕਦੀ ਧਨੀਆ ਗੁੰਨ ਲਿਆ, ਕੁਛ ਨਾ ਕੁਛ ਪੱਤੇ, ਕਦੀ ਘੀਆ ਗੁੰਨ ਲਿਆ, ਕਦੀ ਚੁਕੰਦਰ ਗੁੰਨ ਲਈ। ਕੁਛ ਨਾ ਕੁਛ ਪਾ ਕੇ ਉਹਦੇ ਅੰਦਰ ਥੋੜਾ ਹਲਕਾ ਜਿਹਾ ਸਿੰਦਾ ਨਮਕ ਪਾ ਕੇ, ਹਲਕਾ ਜਿਹਾ ਘੀ ਪਾ ਕੇ ਤੇ ਉਹਨੂੰ ਮਿੱਸੀ ਰੋਟੀ ਵਾਂਗੂ ਪਕਾ ਕੇ ਖਾਓ, ਬਹੁਤ ਵਧੀਆ ਬਣ ਜਾਂਦੀ ਹੈ। ਉਹ ਰੱਖੋ। ਜਾਂ ਫਿਰ ਛੋਲਿਆਂ ਦਾ ਆਟਾ ਪਾਓ। ਛੋਲਿਆਂ ਦਾ ਬੇਸਣ ਨਹੀਂ, ਛੋਲਿਆਂ ਦਾ ਆਟਾ ਪਾ ਲਓ ਥੋੜਾ ਜਿਹਾ। ਛੋਲਿਆਂ ਦਾ ਆਟਾ ਪਾ ਲਓ ਜਾਂ ਬਾਜਰੇ ਦਾ ਆਟਾ ਪਾਓ ਜਾਂ ਮੱਕੀ ਦਾ ਆਟਾ। ਪਿਓਰ ਕਣਕ ਨਾ ਖਾਓ ਠੀਕ ਹੈ। ਜਦ ਤੱਕ ਨਹੀਂ ਮਿਲਦੇ। ਇੱਕ ਸਵਾਂਖ ਦੇ ਚੌਲ ਮਾਰਕੀਟ 'ਚ ਮਿਲਦੇ ਵੀ ਨੇ। ਮਾਰਕੀਟ 'ਚ ਨਾ ਸਵਾਂਖ ਵਰਤਣ ਵਾਲੇ ਚੌਲਾਂ ਦਾ ਚੌਲ ਕਰਕੇ ਕਰਿਆਨੇ ਦੀ ਦੁਕਾਨਾਂ ਤੇ ਕੁਛ ਤੇ ਹੈਗੇ ਆ। ਸਵਾਂਖ ਤੁਸੀਂ ਉੱਥੋਂ ਵੀ ਲੈ ਸਕਦੇ ਹੋ, ਪੋਲਿਸ਼ਡ ਹੋਊਗਾ, ਚਲੋ ਕੋਈ ਗੱਲ ਨਹੀਂ। ਹਾਂਜੀ, ਸਵਾਂਖ ਮਿਲ ਜਾਂਦਾ। ਠੀਕ ਹੈ ਜੀ। ਇੱਕ ਜਿਹੜੀ ਉਹ ਕੰਗਣੀ ਮਿਲਦੀ ਹੈ ਮਾਰਕੀਟ 'ਚ, ਕਈ ਵਾਰੀ ਕੰਗਣੀ ਵੀ ਅਵੇਲੇਬਲ ਹੁੰਦੀ। ਉਹ ਕੰਗਣੀ ਨਾ ਲਿਓ, ਕੰਗਣੀ ਇੱਥੇ ਲੋਕ ਵਰਤਦੇ ਪੰਛੀਆਂ ਵਾਸਤੇ ਤੇ ਉਹ ਪੁਰਾਣੀ ਹੁੰਦੀ ਹੈ ਬਹੁਤ ਜ਼ਿਆਦਾ। ਕੰਗਣੀ ਨਾ ਲਿਓ। ਕੰਗਣੀ ਕਈ ਚੱਕੀਆਂ ਵਾਲੇ ਰੱਖ ਕੇ ਬੈਠੇ ਮੈਂ ਦੇਖੇ, ਪਰ ਉਹਦਾ ਕੋਈ ਗਰੰਟੀ ਨਹੀਂ ਕਦ ਦੀ ਰੱਖ ਕੇ ਬੈਠੇ ਹੋ। ਕਿਉਂਕਿ ਇਹ ਗ੍ਰੇਨਸ ਹੁੰਦੇ ਆ, ਜਦੋਂ ਡੀਐਸਕਿੰਗ ਤੋਂ ਬਾਅਦ ਇਹਦੀ ਸ਼ੈਲਫ ਲਾਈਫ ਜਿਹੜੀ ਆ ਉਹ 3-4-5 ਮਹੀਨੇ ਹੁੰਦੀ ਆ। ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਡੀਐਸਕਿੰਗ ਕਰੇ ਬਿਨਾਂ ਤਾਂ ਜਿੰਨਾ ਚਿਰ ਮਰਜ਼ੀ ਰੱਖ ਲਓ, ਇਹਨਾਂ ਨੂੰ ਖਰਾਬ ਨਹੀਂ ਹੁੰਦੇ। ਲੇਕਿਨ ਜਦੋਂ ਡੀਐਸਕਿੰਗ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਇਹ ਖਾਣੇ ਪੈਂਦੇ ਆ ਜਲਦੀ। ਠੀਕ ਹੈ। ਉਹਨਾਂ ਚਾਹੇ ਜੇ ਫਰੂਟ ਤੇ ਰਿਹਾ ਜਾਵੇ ਉਹ ਨਹੀਂ ਠੀਕ? ਫਰੂਟ ਤੇ ਰਹਿ ਲਓ, ਪਰ ਫਰੂਟ ਤੇ ਫਿਰ ਪਲਾਨ ਢੰਗ ਨਾਲ ਰਹੋ। ਹਫ਼ਤਾ 10 ਦਿਨ ਬਹੁਤ ਲੰਬਾ ਸਮਾਂ ਨਹੀਂ। ਫਰੂਟ ਦੇ ਢੰਗ ਨਾਲ ਰਹੋ। ਉਹਦਾ ਸ਼ਡਿਊਲ ਬਣਾ ਦੂੰਗਾ ਮੈਂ ਤੁਹਾਨੂੰ। ਉਹ ਮੈਂ ਕੈਂਸਰ ਦੀ ਡਾਈਟ ਪਾ ਰਿਹਾ, ਮੈਂ ਪਾਉਣਾ ਇੱਕ ਦਿਨ ਵਿੱਚ। ਕੈਂਸਰ ਦੀ ਡਾਈਟ ਬਣਾ ਕੇ ਨਾ, ਕੈਂਸਰ 'ਚ ਕੀ ਕਰਨਾ ਜਾਂ ਕੈਂਸਰ ਜਾਂ ਕੋਈ ਵੀ ਗੰਭੀਰ ਬਿਮਾਰੀ, ਉਹਦੀ ਡਾਈਟ ਕਿਵੇਂ ਪਲਾਨ ਕਰਨੀ ਹੈ। ਕੈਂਸਰ ਦੇ ਆਪਾਂ ਸੈਸ਼ਨ ਹੀ ਲੈ ਲਓ ਜੀ, ਇੱਕ ਦਿਨ। ਕੈਂਸਰ ਦੇ ਸੈਸ਼ਨ ਲੈ ਲੈਣੇ ਆ। ਉਹ ਕੈਂਸਰ ਦੇ ਇੱਕ ਦਿਨ ਛੱਡ ਕੇ ਨਾ ਸੈਸ਼ਨ ਲੈ ਲੈਣੇ। ਮੈਨੂੰ ਥੋੜੀ ਤਿਆਰੀ ਕਰ ਲਵਾਂ ਮੈਂ। ਠੀਕ ਹੈ ਜੀ, ਸ਼ਡਿਊਲ ਬਣਾ ਲਵਾਂ। ਕੱਲ ਤਾਂ ਆਪਾਂ ਜੇ ਥੋੜੀ ਟੀਬੀ ਟੂਬੀ ਰਹਿ ਗਈ ਆਪਣੀ, ਉਹ ਗੱਲ ਕਰ ਲਾਂਗੇ। ਹਾਂਜੀ, ਤੇ ਉਸ ਤੋਂ ਬਾਅਦ ਆਪਾਂ ਫਿਰ ਕੈਂਸਰ ਤੇ ਲੈ ਲੈਂਦੇ ਹਾਂ। ਠੀਕ ਹੈ ਜੀ। ਉਹ ਕੈਂਸਰ ਤਾਂ ਬਹੁਤ ਜ਼ਰੂਰੀ ਹੈ ਲੈਣਾ। ਹਾਂਜੀ, ਕੈਂਸਰ ਦੇ ਉੱਪਰ ਥੋੜੀ ਜਿਹੜੀ ਹੈ ਬਹੁਤ ਸਾਰੇ ਮਰੀਜ਼ਾਂ ਨੂੰ ਹੈਲਪ ਹੋਊਗੀ ਉਹਦੇ 'ਚ। ਜਿਹੜੇ ਚਲੋ ਪੇਸ਼ੈਂਟ ਜਾਨ ਨਹੀਂ ਵੀ ਜਿਹਨਾਂ ਦੀ ਬਚੇਗੀ, ਕਮ ਸੇ ਕਮ ਉਹਦੀ ਜ਼ਿੰਦਗੀ ਲੰਬੀ ਹੋਏਗੀ, ਔਰ ਜਿੰਨੀ ਜ਼ਿੰਦਗੀ ਹੋਏਗੀ ਉਹ ਅੱਛੀ ਹੋਏਗੀ, ਕੁਆਲਿਟੀ ਆਫ ਲਾਈਫ ਹੋਏਗੀ। ਸੌਖੇ ਰਹਿਣਗੇ। ਹਾਂ, ਜਿਹੜੀ ਕੀਮੋਥੈਰੇਪੀ ਵਾਲੀ ਔਰ ਜਿਹੜੀ ਦੂਜੀ ਦਾ ਲਾਈਫ ਬਹੁਤ ਮਾੜੀ ਹੋ ਜਾਂਦੀ ਹੈ ਨਾ ਉਹਦੀ, ਰੇਡੀਓਥੈਰੇਪੀ ਵਾਲੀ ਦੀ, ਤਾਂ ਉਹ ਤਾਂ ਰਗੜ ਕੇ ਮਰਦੇ ਆ ਵਿਚਾਰੇ। ਉਹਦੀ ਸਾਈਡ ਇਫੈਕਟ ਆ ਜਾਂਦੇ ਬਹੁਤ। ਜਿਹੜਾ ਮੂੰਹ ਚੋਂ ਬਦਬੂ ਬਹੁਤ ਆਉਂਦੀ ਹੈ ਜੀ। ਮੂੰਹ 'ਚ ਬਦਬੂ ਦੇ ਦੋ ਤਿੰਨ ਤਰੀਕੇ ਰੱਖੋ। ਹਾਂਜੀ, ਇੱਕ ਤਾਂ ਰੱਖੋ ਆਇਲ ਪੁਲਿੰਗ ਕਹਿੰਦੇ ਇਹਨੂੰ। ਆਇਲ ਪੁਲਿੰਗ ਯਾਨੀ ਕਿ ਖੋਪਿਆ ਤੇਲ ਲੈ ਕੇ 2 ਚਮਚੇ ਤੇ ਮੂੰਹ 'ਚ ਗੇੜੇ ਦਿਓ 5-7 ਮਿੰਟ, ਤੇ ਉਸ ਤੋਂ ਬਾਅਦ ਉਹਨੂੰ ਥੁੱਕ ਦਿਓ। ਦਿਨ 'ਚ ਇੱਕ ਵਾਰੀ ਇਹ ਕਰ ਲਿਆ ਕਰੋ। ਤੇ ਇੱਕ ਵਾਰੀ ਉਹ ਕੁਆਰਗੰਦਲ ਖੜੀ ਆ, ਕੁਆਰਗੰਦਲ ਮਿਲ ਜੂਗੀ। ਹਾਂ, ਕੁਆਰਗੰਦਲ ਲੈ ਕੇ ਉਹਦਾ 4 ਇੰਚੀ ਦਾ ਟੋਟਾ ਲਾਓ, ਉਹਨੂੰ ਧੋਵੋ, ਸਾਈਡਾਂ ਕੱਟ ਲਓ ਕੰਡੇ ਵਾਲੀਆਂ, ਇੱਕ ਸਾਈਡ ਤੋਂ ਛਿਲਕਾ ਲਾ ਦਿਓ। ਫਿਰ ਅੰਬ ਦੀ ਫੜੀ ਦਾ ਗੁੱਦਾ ਮੂੰਹ 'ਚ, ਇਹਦਾ ਗੁੱਦਾ ਮੂੰਹ 'ਚ ਲੈ ਲਓ, ਉਸ ਗੁੱਦੇ ਨੂੰ ਮੂੰਹ 'ਚ ਗੇੜੇ ਦਿਓ। ਠੀਕ ਹੈ ਜੀ। 5 ਮਿੰਟ ਉਦਾਂ ਹੀ ਉਹ ਗੇੜੇ ਦਿਓ ਤੇ ਮੁੜ ਕੇ ਅੰਦਰ ਲੈ ਜਾਓ, ਬਾਕੀ ਅੰਦਰ ਲੈ ਜਾਓ ਉਸ ਤੋਂ ਬਾਅਦ। ਓਕੇ ਜੀ। ਤੇ 2 ਡਾਕਟਰ ਸਾਹਿਬ ਮੇਰੀ ਨਾ 2 ਦੰਦਾਂ ਤੇ ਕੈਪ ਚੜਾਇਆ ਸੀ ਪੁਰਾਣਾ 3 ਸਾਲ ਪਹਿਲਾਂ ਡਾਕਟਰ ਨੇ। ਉਤਰ ਗਿਆ ਹੁਣ? ਨਹੀਂ, ਉਹ ਹੁਣ ਇਹ ਉਤਾਰ ਨਹੀਂ ਰਹੇ ਜੀ। ਕਹਿੰਦੇ ਹੁਣ ਫੈਲ ਜੂਗਾ ਬਾਹਲਾ ਜੇ ਹੁਣ ਉਤਾਰਿਆ। ਨਾ ਉਤਾਰੋ, ਹੁਣ ਉਤਾਰਨਾ ਔਖਾ ਹੋਊਗਾ ਮੈਨੂੰ ਲੱਗਦਾ। ਕਾਹਦਾ ਹੈ ਉਹ? ਮਰਕਰੀ ਵਾਲਾ ਕੈਪ ਹੈ? ਪ੍ਰੋਬਲਮ ਹੀ ਉਹ ਦੇ ਰਿਹਾ ਜੀ, ਉਹੀ ਸੋਚ ਕਰ ਰਿਹਾ। ਨਹੀਂ, ਉਹ ਪਹਿਲਾਂ ਮਰਕਰੀ ਪਾਉਂਦੇ ਸੀ ਨਾ, ਬੜੀ ਗੰਦੀ ਕੈਪ ਸੀ ਉਹ ਪੁਰਾਣੀ। ਮੈਨੂੰ ਉਦੋਂ ਤੋਂ ਪ੍ਰੋਬਲਮ ਸੀ। ਇਹਦੇ ਜਲਦੀ ਆਪਾਂ ਨਹੀਂ ਸੁਣਦੇ, ਕੋਈ ਗੱਲ ਨਹੀਂ। ਚਾਹ ਬਣ ਰਹੀ ਹੈ, ਤੁਸੀਂ ਆ ਕਰੋ, ਇਹਦੇ ਨਾਲ ਮੇਰਾ ਠੀਕ ਹੋ ਜਾਏਗਾ। ਥੋੜਾ ਜਿਹਾ ਦੂਰੋਂ ਮੈਂ ਆਇਆ ਤਾਂ ਇਹ ਬੜਾ। ਹਾਂਜੀ, ਠੀਕ ਹੈ ਕਰਨੈਲ ਸਿੰਘ ਜੀ। ਹਾਂਜੀ, ਓਕੇ। ਠੀਕ ਹੈ ਜੀ। ਗੁਰਮੁਖ ਸਿੰਘ ਜੀ, ਤੁਸੀਂ ਅਨਮਿਊਟ ਹੋ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਧੰਨਵਾਦ ਤੁਹਾਡਾ ਜੀ। ਤੁਸੀਂ ਰੋਜ਼ ਦੀ ਤਰ੍ਹਾਂ ਬੜਾ ਸਮਾਂ ਵਧੀਆ ਔਰ ਬੜੇ ਤਰੀਕੇ ਨਾਲ ਸਾਰਾ ਗਿਆਨ ਦੇ ਰਹੇ ਹੋ। ਡਾਕਟਰ ਸਾਹਿਬ, ਸਾਡੇ ਨਾਲ ਇੱਕ ਪੇਸ਼ੈਂਟ ਆ, ਉਹਨੂੰ ਗਰਮੀਆਂ, ਮੈਂ ਚਲੋ ਅੱਗੇ ਵੀ ਦਿਨ ਗੱਲ ਕੀਤੀ ਸੀ ਕਿ ਗਰਮੀਆਂ ਜਦੋਂ ਸ਼ੁਰੂ ਹੁੰਦੀਆਂ ਨਾ, ਗਰਮੀਆਂ ਵਿੱਚ ਜਦੋਂ ਸਾਰੀ ਸਮੱਸਿਆ ਹੁੰਦੀ ਆ, ਜਦੋਂ ਹੁਣ ਮੌਸਮ ਚੇਂਜ ਹੋ ਰਿਹਾ ਆ, ਤੇ ਹੁਣ ਸਾਰੀ ਗਰਮੀਆਂ ਜਿਹੜੀਆਂ ਨਾ ਇਹ ਇਨਫੈਕਸ਼ਨ ਰਹਿਣੀ ਹੈ ਜੀ ਉਹਨਾਂ ਨੂੰ। ਮਤਲਬ ਹੁਣ ਜਿਹੜਾ ਨਾ ਉਹਨਾਂ ਦੀ ਜਿਹੜੀ ਸਮੱਸਿਆ ਵਾ ਅਲਰਜੀ ਦੀ ਇੰਨੀ ਜ਼ਿਆਦਾ ਵੱਧ ਗਈ ਆ ਕਿ ਹੁਣ ਉਹ ਦਮੇ ਦਾ ਰੂਪ ਅਖਤਿਆਰ ਕਰ ਗਈ ਪਿਛਲੇ 5-6 ਸਾਲ ਤੋਂ। ਤੁਸੀਂ ਗੁਰੂ ਜੀ ਜਿਹੜੇ ਸਾਰੀ ਡਾਈਟ ਪਲਾਨ ਹੈ, ਟੋਟਲ ਡਾਈਟ ਪਲਾਨ ਦਿਓ ਉਹਨੂੰ। ਉਹ ਕੁਲਦੀਪ ਤੋਂ ਡਾਈਟ ਪਲਾਨ ਲੈ ਲਓ, ਉਹਦੇ ਅੰਦਰ ਐਨੀਮਲ ਫੂਡ ਬਿਲਕੁਲ ਬੰਦ ਕਰ ਦਿਓ।
ਠੀਕ ਹੈ ਜੀ, ਐਨੀਮਲ ਫੂਡ ਦੁੱਧ ਟੋਟਲ ਉਹਦਾ ਮਾਈਨਸ ਕਰਾ ਦਿਓ, ਦਹੀਂ ਦਹੀਂ ਲੱਸੀ ਵੀ ਬੰਦ ਕਰਾ ਦਿਓ ਇੱਕ ਵਾਰੀ। ਠੀਕ ਹੈ ਜੀ, ਘੀ ਮੱਖਣ ਲਈ ਜਾਵੇ ਤੇ ਇਹਦੇ ਦਹੀਂ ਦਹੀਂ ਲੱਸੀ ਵੀ ਬੰਦ ਕਰਾ ਦਿਓ, ਦੁੱਧ ਦੀ ਬਣੀ ਕੋਈ ਚੀਜ਼ ਨਾ ਲਵੇ ਹੁਣ, ਕੋਈ ਨਾਨ ਵੈਜ ਨਾ ਲਵੇ। ਸਾਰੀ ਡਾਈਟ ਪਲਾਨ ਬਦਲ ਦਿਓ, ਜਿਹੜੀ ਡਾਈਟ ਪਲਾਨ ਹੈਗੀ ਹੈ, ਸਵੇਰੇ ਫਲ ਖਾਣੇ ਆ, ਫਿਰ ਸਲਾਦ ਖਾਣੀ ਹੈ, ਫਿਰ ਮਿਲਟਸ ਖਾਣੇ ਆ, ਉਹ ਸਾਰਾ ਜੀ, ਜੀ। ਡਾਈਟ ਪਲਾਨ ਅਡਾਪਟ ਕਰ ਲਓ। ਤੇ ਬਾਕੀ ਜਿਹੜਾ ਹੈਗਾ ਕੁਝ ਚੀਜ਼ਾਂ ਜਿਹੜੀਆਂ ਜਿਵੇਂ ਗਰਾਰੇ ਕਰਨੇ, ਭਾਫ ਲੈਣੀ, ਇਹ ਰੂਟੀਨ 'ਚ ਰੱਖੋ। ਤੇ ਕੋਈ ਨਾ ਕੋਈ ਜਿਹੜੀ ਹੈ ਇਦਾਂ ਦੀ ਕੋਈ ਗਲੋ ਜਾਂ ਇਦਾਂ ਦੇ ਕਾੜੇ ਜੀ, ਕਾੜੇ ਜਿਹੜੇ ਨੇ ਇਹ ਕਾੜੇ ਪੀਣੇ ਜਿਹੜੇ ਬਹੁਤ ਜ਼ਰੂਰੀ ਨੇ। ਕਾੜਾ 2 ਟਾਈਮ ਕੋਈ ਨਾ ਕੋਈ ਕਾੜਾ ਦਿਓ ਉਹਨੂੰ। ਕਾੜੇ ਦੀ ਜਿਹੜੀ ਦਮੇ ਵਾਸਤੇ ਕਾੜੇ ਜਿਹੜੇ ਨੇ, ਹੁਣ ਉਹਦੇ ਹਿਸਾਬ ਨਾਲ ਉਹਨੂੰ ਪੁੱਛਣਾ ਪਏਗਾ ਕੀ ਉਹਦੇ ਕੋਲ ਉਪਲਬਧ ਹੈ ਪੱਤੇ। ਉਹ ਜਾਂਦਾ ਉਹਨੂੰ ਕਹੋ ਮੇਰੇ ਨਾਲ ਗੱਲ ਕਰ ਲੂਗਾ ਫੋਨ ਤੇ, ਫਿਰ ਫੋਨ ਨੰਬਰ ਦੇ ਦਿਓ ਉਹਦਾ। ਨਹੀਂ ਪੱਤੇ ਦੇ ਡਾਕਟਰ ਸਾਰੇ ਹੈਗੇ ਨੇ, ਜੋ ਅਮਰੂਦ, ਅੰਬ, ਜਾਮਨੂ ਵਗੈਰਾ, ਤੇ ਇਸ ਤੋਂ ਇਲਾਵਾ ਹੋਰ ਤੁਹਾਡਾ ਲੈਮਨ ਗ੍ਰਾਸ ਵੀ ਹੈਗਾ ਆ। ਫਿਰ ਹੋਰ ਵੀ ਕਾਫੀ ਪੱਤੇ ਹੈਗੇ ਨੇ ਜੀ, ਕੁਆਰਗੰਦਲ ਵੀ ਕੋਲ ਹੈਗੀ ਆ। ਤੇ ਇੱਕ ਹੋਰ ਹੈ ਜੀ, ਉਹਨਾਂ ਜਿਹੜਾ ਛਾਤੀ ਦੇ ਇਨਫੈਕਸ਼ਨ ਇਹਨਾਂ ਦਿਨਾਂ 'ਚ ਬਸ ਛਾਤੀ ਖੜਕਦੀ ਰਹਿੰਦੀ, ਰੇਸ਼ਾ ਬਹੁਤ ਹੁੰਦਾ ਆ। ਉਹ ਕੋਈ ਠੀਕ ਹੋ ਜਾਏਗਾ, ਤੂੰ ਦੁੱਧ ਬੰਦ ਕਰਾਓ ਯਾਰ, ਫਿਰ ਦੇਖੋ ਦੁੱਧ ਬੰਦ ਟੋਟਲ ਬੰਦ ਕਰਾ ਦਿਓ, ਦੁੱਧ ਟੋਟਲ ਬੰਦ ਕਰਾ ਦਿਓ। ਦੂਜਾ ਡਾਕਟਰ ਸਾਹਿਬ ਇਹ ਆ ਵੀ ਉਹ ਜਿਹੜਾ ਅਗਰ ਉਹਨੂੰ ਉਹ ਸੈਪਲਿਨ ਦੀ ਗੋਲੀ ਦੱਸ ਰਹੇ, ਉਹ ਵੀ ਦੇਣਾ ਫਰਕ ਪਊਗਾ? ਸੈਪਲਿਨ ਦੇਣੀ ਕਰਦੀ ਰੂਟੀਨ ਨਾਲ? ਬਿਲਕੁਲ ਦੇ ਸਕਦੇ। ਸੈਪਲਿਨ ਦੋ ਸੁਬਾਹ ਸ਼ਾਮ ਦਿਓ, ਥੋੜਾ ਲੰਮੀ ਭਾਵੇਂ 20 ਦਿਨ ਦੇ ਦਿਓ, 2 ਸੁਬਾਹ ਸ਼ਾਮ ਸੈਪਲਿਨ ਦੇ ਦਿਓ। ਗਲੋ ਦੇ ਦਿਓ, ਗਲੋ ਦੀਆਂ ਗੋਲੀਆਂ ਦੇ ਦਿਓ ਨਾਲ। ਠੀਕ ਹੈ, ਗਲੋ 2 ਗੋਲੀਆਂ ਸੈਪਲਿਨ ਦੀਆਂ, 2 ਗੋਲੀਆਂ ਗਲੋ ਦੀਆਂ, ਸੁਬਾਹ ਸ਼ਾਮ ਨੂੰ 15-20 ਦਿਨ ਦੇ ਦਿਓ। ਉਹ ਸਾਰਾ ਰੇਸ਼ਾ ਸੁੱਕ ਜਾਏਗਾ ਉਹਦਾ। ਠੀਕ ਹੈ। ਤੇ ਉਸ ਤੋਂ ਬਾਅਦ ਉਹਨੂੰ ਸਟੀਮ ਤੇ ਪਾਉਣ ਕੋ ਭਾਫ ਲੈ, ਭਾਵੇਂ 2 ਵਾਰੀ ਲੈ ਦਿਨ 'ਚ। ਭਾਫ ਨਾਲ ਜਿਹੜੀ ਨਾ ਜਿਹੜੀ ਬਲਗਮ ਨਿਕਲ ਜਾਂਦੀ ਹੈ। ਤੇ ਦੂਜੀ ਗੱਲ ਹੈਗੀ ਹੈ ਕਿ ਉਹਨੂੰ ਸਾਰਾ ਜਿਹੜਾ ਡਾਈਟ ਟੋਟਲ ਚੇਂਜ ਕਰ ਦਿਓ, ਉਹਨੂੰ 100% ਡਾਈਟ ਲਾਗੂ ਕਰ, ਠੀਕ ਹੋ ਜਾਏਗਾ। ਠੀਕ ਹੈ ਡਾਕਟਰ। ਤਦ ਤੱਕ ਜ਼ਿਆਦਾ ਉਹ ਪੰਪ ਜਿਹੜਾ ਲੈ ਰਿਹਾ, ਤਦ ਤੱਕ ਜਦ ਤੱਕ ਔਖਾ ਹੋਵੇ ਉਦੋਂ ਲੈ ਲਵੇ। ਹੌਲੀ ਹੌਲੀ ਪੰਪ ਘਟ ਜਾਏਗਾ। ਪੰਪ ਘਟਦਾ ਬੰਦ ਹੋ ਜਾਏਗਾ। ਪੰਪ ਹੋਊਗਾ ਇੱਕਦਮ ਨਾ ਬੰਦ ਕਰੇ। ਪੰਪ ਦੀ ਆਦਤ ਪਈ ਹੁੰਦੀ ਹੈ, ਪੰਪ ਦਾ ਆਦੀ ਹੁੰਦਾ ਜਿਹੜਾ ਸਰੀਰ। ਪੰਪ ਉਹਨਾਂ ਕੁ ਲਵੇ, ਜੋ ਸਾਹ ਔਖਾ ਹੋਵੇ ਉਹਨਾਂ ਕੁ ਲੈ ਲਿਆ, ਹੌਲੀ ਹੌਲੀ ਘਟੀ ਜਾਏਗਾ, ਪੰਪ ਘਟ ਕੇ ਬੰਦ ਹੋ ਜਾਏਗਾ। ਜੀ, ਹਾਂਜੀ, ਧੰਨਵਾਦ ਡਾਕਟਰ ਸਾਹਿਬ, ਧੰਨਵਾਦ ਜੀ। ਹਾਂਜੀ, ਧੰਨਵਾਦ ਗੁਰਦੀਪ ਸਿੰਘ ਜੀ। ਠੀਕ ਹੈ ਜੀ, ਮਿਹਰਬਾਨੀ। ਜਗਦੀਪ ਸਿੰਘ ਜੀ, ਜਗਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਇੱਕ ਮੰਨ ਲਓ ਕਿ ਸਿਹਤਮੰਦ ਬੰਦਾ ਵੀ ਮਿਲਟਸ 3 ਟਾਈਮ ਲੈ ਸਕਦਾ ਜੀ ਮਾਰਨਿੰਗ? ਹਾਂ, ਜੇ ਬਾਹਲਾ ਕੋਈ ਬੰਦਾ ਨਾ ਦੇਖੋ 3 ਟਾਈਮ ਲੈਣ ਦਾ ਦਿੱਕਤ ਇਹ ਆਏਗੀ, 3 ਟਾਈਮ ਤੁਸੀਂ ਮਿਲਟ ਖਾਓਗੇ ਨਾ ਤੇ ਤੁਹਾਡੇ ਤੋਂ ਕੋਈ ਕੱਚਾ ਖਾਣਾ ਨਹੀਂ ਖਾਇਆ ਜਾਣਾ। ਕੱਚੇ ਖਾਣੇ ਦੀ ਮਾਤਰਾ ਘਟ ਜਾਏਗੀ, ਤੁਹਾਡੀ ਫਰੂਟ ਸਲਾਦ ਦੀ ਮਾਤਰਾ ਘਟ ਜਾਏਗੀ। ਸਵੇਰੇ ਤੇ ਸ਼ਾਮ ਨੂੰ 2 ਟਾਈਮ ਖਾ ਸਕਦੇ, ਆਫਟਰਨੂਨ ਨਾ ਖਾਧਾ ਜਾਵੇ? ਹਾਂ, ਇੱਕ ਕੋਈ ਤੁਸੀਂ ਸਵੇਰ ਦਾ ਤੇ ਮੰਨ ਲਓ ਤੁਹਾਡੀ ਮਜਬੂਰੀ ਹੈ ਤਾਂ ਤੁਸੀਂ ਦੁਪਹਿਰ ਦਾ ਫਲਾਂ ਤੇ ਆ ਜਾਓ। ਦੁਪਹਿਰੇ ਨਾ ਖਾਓ, ਦੁਪਹਿਰੇ ਇਕੱਲੇ ਫਲ ਖਾ ਲਓ, ਬਸ ਕੋਈ ਗੱਲ ਨਹੀਂ। ਸਵੇਰੇ ਆਪਣਾ ਖਾਣਾ ਰੱਜ ਕੇ ਖਾ ਲਿਆ। ਦੁਪਹਿਰ ਦਾ ਰੂਟੀਨ ਏਦਾਂ ਦਾ ਹੁੰਦਾ ਵੀ ਉਹ ਭੁੱਖਾ ਬਾਰ-ਬਾਰ ਨਹੀਂ ਖਾ ਸਕਦੇ, ਤਾਂ ਦੁਪਹਿਰੇ ਫਲ ਨਾਲ ਲੈ ਗਏ, ਜਿੱਥੇ ਵੀ ਉੱਥੇ ਫਲ ਖਾ ਲਏ, ਬਸ। ਧੰਨਵਾਦ ਜੀ। 3 ਵਾਰੀ ਖਾਣਾ ਸਿਰਫ ਉਹ ਬੰਦਾ ਹਜਮ ਕਰ ਸਕਦਾ ਜਿਹੜਾ ਬਹੁਤ ਸਖਤ ਕੰਮ ਕਰਨ ਵਾਲਾ, ਉਹ ਕਰ ਲੂਗਾ। ਜੇ ਉਹ ਜਿਹਨੇ ਫਿਰ ਕਰਨਾ ਵੀ ਹੈ ਤਾਂ ਉਹਨੂੰ ਕੋਈ 3 ਵਾਰੀ ਕੁਛ ਨਾ ਕੁਛ ਕੱਚਾ ਖਾ ਕੇ ਫਿਰ ਉਹ ਖਾਣਾ। ਮਤਲਬ ਸਵੇਰੇ ਫਲ ਖਾ ਕੇ ਫਿਰ ਮਿਲਟ ਖਾਓ, ਦੁਪਹਿਰੇ ਸਲਾਦ ਖਾ ਕੇ ਮਿਲਟ ਖਾਓ, ਰਾਤ ਨੂੰ ਸਲਾਦ ਖਾ ਕੇ ਮਿਲਟ ਖਾਓ। ਉਹ ਬੰਦਾ ਕਰੇ ਜਿਹੜਾ ਜ਼ਿਆਦਾ ਪਹਿਲਵਾਨੀ ਕਰਦਾ, ਕੋਈ ਬਹੁਤ ਪਲੇਅਰ ਹੈ, ਗੇਮ ਬੁਲਾਉਂਦਾ, ਜਾਂ ਜਿਹੜਾ ਬੰਦਾ ਕੋਈ ਸਖਤ ਵਰਕਰ ਹੈ। ਅਦਰਵਾਈਜ਼ 3 ਵਾਰੀ ਤੁਸੀਂ ਖਾਓਗੇ ਤਾਂ ਤੁਹਾਡਾ ਕੱਚਾ ਖਾਣਾ ਘਟ ਜਾਏਗਾ, ਬਿਲਕੁਲ ਕੱਚਾ ਖਾਣਾ ਖਾ ਨਹੀਂ ਸਕੋਗੇ ਤੁਸੀਂ। ਇਸ ਕਰਕੇ ਆਮ ਬੰਦੇ ਨੂੰ ਤਾਂ 3 ਟਾਈਮ ਨਾ ਖਾਓ। ਜਿਹੜਾ ਕੋਈ ਬੰਦੇ ਦੀ ਖਾਸੀ ਲੋੜ ਹੈ, ਭੁੱਖ ਬਹੁਤ ਜ਼ਿਆਦਾ ਲੱਗਦੀ ਹੈ, ਰੂਟੀਨ ਇਦਾਂ ਦਾ, ਉਹਦਾ ਬ੍ਰੇਕਫਾਸਟ ਦੀ ਥਾਂ ਤੇ ਦੁਪਹਿਰੇ ਫਲਾਂ ਤੇ ਆ ਜਾਓ। ਜੇ ਜਾਂ ਫਿਰ ਇਹ ਆ ਵੀ ਆਹ ਕੰਮ ਜੇ ਕਰਨਾ ਵੀ ਹੈ ਤਾਂ ਫਿਰ 3 ਟਾਈਮ ਕੁਛ ਨਾ ਕੁਛ ਕੱਚਾ ਖਾ ਕੇ ਗੈਪ ਦੇ ਕੇ ਫਿਰ ਪੱਕਿਆ ਖਾਓ। ਠੀਕ ਹੈ। ਹਾਂਜੀ, ਨਵਦੀਪ ਜੀ ਆ ਜੀ ਕੈਨੇਡਾ ਤੋਂ। ਹਾਂਜੀ ਨਵਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਅੰਕਲ ਮੈਂ ਨਾ ਮੇਰੇ ਨਾ ਅਲਰਜੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਜਿੱਦਾਂ ਨਾ ਮਤਲਬ ਕਿ ਇੱਕ ਵਾਰੀ ਹੋ ਜਾਂਦੀ ਹੈ, ਜਿਵੇਂ ਕੰਨ ਤੇ ਹੋ ਗਈ ਜਾਂ ਫੇਸ ਤੇ ਹੋ ਗਈ, ਉਹ 2-3 ਦਿਨ ਰਹਿੰਦੀ ਹੈ ਤੇ ਉਹਤੇ ਖਾਜ ਬਹੁਤ ਹੁੰਦੀ ਹੈ। ਕੁਛ ਵੀ ਲਾ ਲਾ ਉਹਦੇ ਤੇ ਉਹ ਸਹੀ ਨਹੀਂ ਹੁੰਦੀ, ਮਤਲਬ ਕਿ ਖਾਜ ਹੋਈ ਜਾਂਦੀ ਹੈ। ਬੇਟਾ 2-3 ਕੰਮ ਕਰ ਤੂੰ। ਪਹਿਲੀ ਗੱਲ ਤਾਂ ਨਾਨ ਵੈਜ ਫੂਡ ਸਾਰਾ ਬੰਦ ਕਰ ਦੇ, ਸਣੇ ਮਿਲਕ, ਦੁੱਧ ਸਣੇ। ਠੀਕ ਹੈ ਜੀ। ਨੰਬਰ 2 ਤੇ ਤੂੰ ਦੇਖ ਆਪਣੇ ਕਿਹੜਾ ਕੋਈ ਕੀ ਕੈਮੀਕਲ ਯੂਜ਼ ਕਰ ਰਿਹਾ। ਕੋਈ ਕੈਮੀਕਲ ਤਾਂ ਯੂਜ਼ ਕਰ ਰਿਹਾ ਐਜ਼ ਫੇਸ ਤੇ ਲਾਉਣ ਲਈ ਜਾਂ ਕੰਨਾਂ ਤੇ ਲਾਉਣ ਲਈ, ਜਾਂ ਕੋਈ ਉਹ ਕੈਮੀਕਲ ਆਲੇ ਦੁਆਲੇ ਝਾਤ ਮਾਰ ਵੀ ਕਿੰਨੇ ਕੈਮੀਕਲ ਨੇ, ਉਹ ਕੈਮੀਕਲ ਮਾਈਨਸ ਕਰਨ ਦੀ ਕੋਸ਼ਿਸ਼ ਕਰ, ਠੀਕ ਹੈ ਨਾ? ਨਹੀਂ, ਮੈਂ ਵੀ ਕੈਮੀਕਲ ਡੀਓ ਵਗੈਰਾ ਫੂਡ ਡਾਈਟ ਪਲਾਨ ਸਾਰੀ ਅਡਾਪਟ ਕਰ ਲੈ। ਤੋ ਡਾਈਟ ਪਲਾਨ ਅਡਾਪਟ ਕਰੇਗਾ, ਤੁਹਾਡੀ ਇੰਟੈਸਟਾਈਨ ਸਟਰੋਂਗ ਹੋ ਜਾਂਦੀਆਂ ਨੇ, ਫਿਰ ਐਲਰਜੀਆਂ ਖਤਮ ਹੋ ਜਾਂਦੀਆਂ ਹੌਲੀ ਹੌਲੀ। ਡਾਈਟ ਪਲਾਨ ਟੋਟਲ ਅਡਾਪਟ ਕਰਨੀ ਹੈ, ਐਨੀਮਲ ਫੂਡ ਮਾਈਨਸ ਕਰਨਾ ਹੈ, ਤੇ ਕੈਮੀਕਲ ਜਿਹੜੇ ਕੋਈ ਵਰਤ ਰਿਹਾ ਕੈਮੀਕਲ ਨੂੰ ਦੇਖ ਵੀ ਕਿਹੜਾ ਕੈਮੀਕਲ ਵਰਤ ਰਿਹਾ, ਉਹਦਾ ਬਦਲ ਲੈ ਕੋਈ। ਇਹ 3 ਥਾਵਾਂ ਤੇ ਠੀਕ ਹੋ ਜਾਏਗਾ। ਠੀਕ ਹੈ ਜੀ। ਉਮਰ ਕਿੰਨੀ ਹੈ?
ਮੇਰੀ ਉਮਰ 33 ਜੀ। ਫੇਸ ਤੇ ਕੋਈ ਕਾਸਮੈਟਿਕ ਨਹੀਂ ਯੂਜ਼ ਕਰ ਰਿਹਾ, ਕੋਈ ਕਰੀਮ ਪਾਊਡਰ ਵਗੈਰਾ ਕੋਈ? ਨਹੀਂ, ਇਹ ਮੈਨੂੰ ਜੀ ਕਾਫੀ ਟਾਈਮ ਤੋਂ ਆ, ਮਤਲਬ ਕਿ ਮੈਂ ਛੋਟਾ ਹੀ ਸੀਗਾ 8ਵੀਂ 9ਵੀਂ ਚ ਤੋਂ ਵੀ ਪਹਿਲਾਂ। ਫਿਰ ਹੋਏਗਾ ਵੀ ਫੂਡ ਪਲਾਨ ਟੋਟਲ ਲੈ ਲੈ, ਡਾਈਟ ਪਲਾਨ ਟੋਟਲ ਲੈ ਲੈ, ਉਹ ਕੁਲਦੀਪ ਤੋਂ ਲੈ ਕੇ WhatsApp ਤੇ ਲੈ ਲੈ। WhatsApp ਉਹ ਭੇਜ ਦੇਗਾ, ਕੁਲਦੀਪ ਭੇਜ ਦੇਗਾ ਉਹਨੂੰ। ਠੀਕ ਹੈ ਜੀ। ਡਾਈਟ ਪਲਾਨ ਭੇਜ ਦਿੰਦਾ ਤੇ ਐਨੀਮਲ ਫੂਡ ਮਾਈਨਸ ਕਰਦੇ ਟੋਟਲੀ। ਜਿਹੜਾ ਦੁੱਧ ਦੀ ਬਣੀ ਹੋਈ ਸਿਰਫ ਘੀ ਖਾਣਾ ਤੇ ਮੱਖਣ ਖਾਣਾ, ਬਾਕੀ ਦਹੀਂ ਲੱਸੀ ਜਿਹੜਾ ਤੇ ਦੁੱਧ ਦੀ ਬਣੀ ਕੋਈ ਵੀ ਹੋਰ ਚੀਜ਼ ਨਹੀਂ ਖਾਣੀ। ਕੋਈ ਵੀ ਨੌਨ ਵੈਜ? ਕੋਈ ਨੌਨ ਵੈਜ ਨਹੀਂ ਖਾਣਾ। ਨੌਨ ਵੈਜ ਤਾਂ ਅਲਰਜੀਆਂ ਦੇ ਜੜ ਨੇ। ਓਕੇ, ਠੀਕ ਹੈ ਜੀ। ਤੇ ਬਾਕੀ ਫੂਡ 'ਚ ਵੈਸੇ ਵੀ ਦੇਖ ਲੈ, ਫੂਡ 'ਚ ਬਹੁਤ ਸਾਰੇ ਜਿਹੜੇ ਹਾਈ ਪ੍ਰੋਟੀਨ ਡਾਈਟ ਨੇ, ਜਿੱਦਾਂ ਨਟਸ ਨੇ ਕੁਝ। ਹਾਂਜੀ। ਨਟਸ ਵੀ ਬਹੁਤ ਅਲਰਜੀ ਆ ਤੁਹਾਡਾ ਜਿਹੜਾ ਨਟ ਹੈ ਨਾ ਉਧਰ ਦਾ। ਹਾਂਜੀ। ਉਹਦਾ ਨਟ ਦਾ, ਉਹਦਾ ਇੱਕ ਨਟ ਬੜਾ ਪਪੂਲਰ ਨਾਰਥ ਅਮਰੀਕਾ ਦਾ, ਹੈਜ਼ਲਨਟ ਹੈ ਕਿਹੜਾ? ਹਾਂਜੀ। ਜਿਹੜਾ ਤੁਸੀਂ ਬਹੁਤ ਜ਼ਿਆਦਾ ਖਾਂਦੇ ਹੋ, ਨਾਰਥ ਅਮਰੀਕਾ ਦਾ ਇੱਕ ਨਟ ਹੈ, ਇੱਧਰ ਇੰਡੀਆ 'ਚ ਨਹੀਂ ਹੁੰਦਾ ਉਹ। ਇਹ ਕੈਨੇਡਾ 'ਚ ਨੇ ਜੀ। ਹਾਂ, ਨਾਰਥ ਅਮਰੀਕਾ ਸਾਰੇ ਚ ਹੁੰਦਾ। ਨਾਰਥ ਅਮਰੀਕਾ ਪਾਰਟੀ ਹੈ ਨਾ। ਚਲੋ ਉਹ ਜਿਹੜਾ ਉਹ ਨਟਸ ਜਿਹੜੇ ਨੇ, ਇਹ ਵੀ ਕਈ ਵਾਰੀ ਅਲਰਜੀ ਕਰ ਦਿੰਦੇ ਆ। ਨਟਸ ਦੇ ਵੀ ਨਿਗਾਹ ਮਾਰੀ, ਨਟਸ ਔਰ ਸੀਡਸ ਖਾ ਲੈਣੇ, ਮਗਜ਼ ਖਾ ਲੈਣੇ ਕਈ ਵਾਰੀ, ਮਗਜ਼ ਔਰ ਨਟਸ ਵੀ ਦੇਖ ਲਈ ਟਰਾਈ ਕਰਕੇ। ਜਿਵੇਂ ਬਦਾਮ ਖਾ ਲੈਂਦੇ ਆਪਾਂ, ਜਾਂ ਮੂੰਗਫਲੀ ਖਾ ਲੈਂਦੇ ਆ, ਜਾਂ ਕਾਜੂ ਖਾ ਲੈਂਦੇ ਆ, ਜਾਂ ਕੋਈ ਹੋਰ ਚੀਜ਼, ਇਹਨਾਂ ਚ ਵੀ ਕਈ ਵਾਰੀ ਅਲਰਜੀ ਹੁੰਦੀ ਆ। ਜਿਹੜੇ ਆਪਾਂ ਮਗਜ਼ ਖਾਂਦੇ ਆ, ਬੀਜ, ਪੰਪਕਿਨ ਸੀਡਸ ਔਰ ਸਾਰੇ, ਇਹ ਵੀ ਅਲਰਜੀ ਕਰਦੇ ਆ ਬਹੁਤ ਵਧੀਆ। ਓਕੇ ਜੀ। ਇਹਦਾ ਦੀ ਪੋਸਿਬਿਲਿਟੀ ਵੀ ਹੋ ਸਕਦੀ ਹੈ ਕੋਈ। ਉਹ ਧਿਆਨ ਮਾਰ ਲਈ ਵੀ ਤੈਨੂੰ ਉਹ ਇੰਡੀਕੇਸ਼ਨ ਦੇ ਜਾਣਗੇ ਤੈਨੂੰ ਫੂਡ ਨਾਲ ਜੋੜ ਕੇ ਨਾ। ਜਦੋਂ ਦੇਖੇਗਾ ਤੂੰ ਸੋਚ ਕੇ ਵੀ ਕਿਹੜਾ ਖਾਣਾ ਖਾਣ ਤੋਂ ਬਾਅਦ ਜ਼ਿਆਦਾ ਹੁੰਦੀ ਹੈ, ਤੇ ਕਿਤੇ ਨਾ ਕਿਤੇ ਹਿੰਟ ਮਿਲ ਜਾਂਦਾ। ਥੋੜਾ ਜਿਹਾ ਧਿਆਨ ਨਾਲ ਅਬਜ਼ਰਵ ਕਰੇਗਾ ਤਾਂ ਕਿਸੇ ਨਾ ਕਿਸੇ ਚੀਜ਼ ਤੋਂ ਪਤਾ ਲੱਗ ਜਾਏਗਾ ਤੈਨੂੰ। ਬਾਕੀ ਐਨੀਮਲ ਫੂਡ ਤਾਂ ਮਾਈਨਸ ਹੀ ਕਰਦੇ। ਓਕੇ, ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਬੂਟਾ ਸਿੰਘ ਧੀਰਾ ਪੱਤਰਾ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਧੰਨਵਾਦੀ ਆ ਜੀ ਦਰਬਾਰੇ ਖਾਲਸਾ ਦੇ ਤੇ ਡਾਕਟਰ ਅਮਰ ਸਿੰਘ ਆਜ਼ਾਦ ਜੀ ਦੇ, ਜਿਹੜੇ ਬੜੇ ਵਧੀਆ ਤਰੀਕੇ ਨਾਲ ਸੇਵਾ ਨਿਭਾ ਰਹੇ ਨੇ। ਤੇ ਡਾਕਟਰ ਸਾਹਿਬ, ਟਾਈਫਾਇਡ ਆਇਆ ਸੀਗਾ ਜੀ 320 ਸਾਡੇ ਕਿਸੇ ਬੀਬੀ ਨੂੰ, ਤੇ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਸੀ। ਕੀ ਆਇਆ ਸੀ? ਟਾਈਫਾਇਡ ਜੀ। ਐਸਿਡ ਜੀ। 320 ਦਾ ਕੀ ਮਤਲਬ? ਨਹੀਂ ਜੀ, ਟਾਈਫਾਇਡ ਕਹਿ ਰਹੇ ਨੇ ਜੀ। ਟਾਈਫਾਇਡ ਜੀ, ਟਾਈਫਾਇਡ ਨੂੰ ਮਾਰੋ ਗੋਲੀ। ਟਾਈਫਾਇਡ ਲੈਬੋਰਟਰੀ ਨਾਲ ਨੂੰ ਹੋਇਆ, ਟਾਈਫਾਇਡ ਨਹੀਂ ਹੁੰਦਾ ਅੱਜ ਕੱਲ। ਤੇ ਲੈਬੋਰਟਰੀ ਦੀ ਰਿਪੋਰਟ ਨੂੰ ਮਾਰੋ ਗੋਲੀ। ਤੁਸੀਂ ਹਾਲਾਤਾਂ ਦੱਸੋ ਦੀਆਂ, ਲੈਬੋਰਟਰੀ ਦੀ ਰਿਪੋਰਟ ਨਾਲ ਜਾਓ। ਸਰੀਰ ਟੁੱਟਦਾ ਹੁੰਦਾ ਜੀ, ਟਾਈਫਾਇਡ ਟੈਸਟ ਕਰਾਇਆ ਕਰੋ। ਉਹ ਸਰੀਰ ਟੁੱਟਣ ਦੇ ਹੋਰ ਨਿਕਲ ਕਾਰਨ, ਟਾਈਫਾਇਡ ਨਹੀਂ ਹੁੰਦਾ। ਅੱਛਾ ਜੀ। ਟਾਈਫਾਇਡ ਨੂੰ ਭੁੱਲ ਜਾਓ ਤੁਸੀਂ। ਸਰੀਰ ਟੁੱਟਣ ਦੇ ਹੋਰ ਕਾਰਨ ਹੋਣਗੇ। ਉਹਨੂੰ ਤੁਸੀਂ ਮੇਰਾ ਫੋਨ ਨੰਬਰ ਦੇ ਦਿਓ, ਉਹਨੂੰ ਕਹੋ ਮੇਰੇ ਨਾਲ ਗੱਲ ਕਰ ਲਏਗਾ। ਠੀਕ ਹੈ ਡਾਕਟਰ ਸਾਹਿਬ। ਪੁੱਛਣੇ ਪੈਣਗੇ ਕੋਈ ਸਵਾਲ ਨਾ, ਕਿਹੜੀ ਗੱਲ ਕਰਕੇ ਹੋ ਰਿਹਾ ਉਹਨੂੰ। ਠੀਕ ਹੈ ਡਾਕਟਰ ਸਾਹਿਬ। ਉਹਨੂੰ ਮੇਰਾ ਨੰਬਰ ਦੇ ਦਿਓ, ਉਹਨੂੰ ਮੇਰੇ ਨਾਲ ਗੱਲ ਕਰ ਲਏਗਾ। ਗੱਲ ਉਹਨੂੰ ਕਹੋ 10 10:30 ਤੋਂ ਬਾਅਦ ਸ਼ਾਮ ਦੇ 5-6 ਵਜੇ ਤੱਕ ਕਰੇ। ਠੀਕ ਡਾਕਟਰ ਸਾਹਿਬ, ਠੀਕ ਹੈ, ਧੰਨਵਾਦ ਜੀ। ਜਗਦੀਪ ਸਿੰਘ ਜੀ, ਤੁਸੀਂ ਦੁਬਾਰਾ ਆਏ ਹੋ ਤੁਸੀਂ ਕਿ ਜਾਂ ਅਨਮਿਊਟ ਮੈਂ ਕਰ ਰਿਹਾ? ਤੁਸੀਂ ਜਗਦੀਪ ਸਿੰਘ, ਤੁਹਾਡਾ ਸਵਾਲ ਤਾਂ ਨਹੀਂ ਕੋਈ? ਨਹੀਂ ਜੀ, ਦੁਬਾਰਾ ਲੋਅਰ ਹੈਂਡ ਲੋਅਰ ਕਰ ਦਿਆ ਕਰੋ ਹਨਾ, ਫਿਰ ਉਹ ਦੁਬਾਰਾ ਕਲੀਅਰ ਕਲਿੱਕ ਕਰਾਂਗੇ। ਗੁਰਸੇਵਕ ਸਿੰਘ, ਤੁਹਾਡਾ ਤਾਂ ਨਹੀਂ ਕੋਈ ਸਵਾਲ? ਤੁਹਾਡਾ ਵੀ ਗੱਲ ਕਰਨੀ। ਗੁਰਸੇਵਕ ਸਿੰਘ ਜੀ। ਹਾਂਜੀ, ਚਲੋ ਡਾਕਟਰ ਸਾਹਿਬ ਜੀ, ਮੈਨੂੰ ਲੱਗਦਾ ਵੀ ਇੱਕ ਨਾ ਮੇਰੀ ਗੱਲ ਇੱਥੇ ਬੜੀ ਸਪਸ਼ਟ ਕਰਦਾ ਮੈਂ, ਜਿਹੜੇ ਸਾਡੇ ਨਾ ਇੱਕ ਬਹੁਤ ਭ੍ਰਾਂਤੀ ਫੈਲਾਈ ਹੈ ਮੈਡੀਕਲ ਪ੍ਰੋਫੈਸ਼ਨ ਨੇ, ਉਹ ਹੈਗੀ ਹਾਈ ਪ੍ਰੋਟੀਨ ਡਾਈਟ ਦੀ। ਹਾਂਜੀ, ਹਾਈ ਪ੍ਰੋਟੀਨ ਡਾਈਟ ਖਾਣੀ, ਹਾਈ ਪ੍ਰੋਟੀਨ। ਜਿਹੜੇ ਬੰਦੇ ਤੁਸੀਂ ਡਾਈਟ ਕਰਦੇ, ਪ੍ਰੋਟੀਨ ਕਿੱਥੋਂ ਆਉਣਗੇ? ਇਹ ਬਹੁਤ ਵੱਡਾ ਝੂਠ ਹੈ, ਬਹੁਤ ਬੜਾ ਝੂਠ ਹੈ। ਹਾਈ ਪ੍ਰੋਟੀਨ ਡਾਈਟ ਦੀ ਕੋਈ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਬੱਚਿਆਂ ਨੂੰ ਲੋੜ ਹੁੰਦੀ ਹੈ, ਜਾਂ ਪ੍ਰੈਗਨੈਂਟ ਔਰਤਾਂ ਨੂੰ ਲੋੜ ਹੁੰਦੀ ਹੈ, ਜਾਂ ਮਾਂ ਦੇ ਦੁੱਧ ਬੱਚਾ ਪਿਆਰੀ ਹੋਵੇ ਉਹਨੂੰ ਲੋੜ ਹੁੰਦੀ ਹੈ ਸਿਰਫ ਥੋੜੇ ਜਿਹੇ ਪ੍ਰੋਟੀਨ ਵਾਧੂ ਦੀ। ਅਦਰਵਾਈਜ਼ ਜਿਹੜਾ ਨਾਰਮਲ ਰੂਟੀਨ ਬੰਦਾ ਹੈ, ਜਿਹਦਾ ਸਰੀਰ ਪੂਰਾ ਬਣ ਚੁੱਕਿਆ, ਉਹਨੂੰ ਜਿਹੜਾ ਪ੍ਰੋਟੀਨ ਚਾਹੀਦਾ ਹੁੰਦਾ ਉਹਨਾਂ ਨੂੰ ਚਾਹੀਦਾ ਹੁੰਦਾ, ਜਿਹੜਾ ਉਹਦਾ ਟੁੱਟ ਭੱਜ ਹੋ ਰਹੀ ਸਰੀਰ ਦੇ ਅੰਦਰ। ਔਰ ਟੁੱਟ ਭੱਜ ਦੇ ਵਿੱਚ ਵੀ ਸਰੀਰ ਇੰਨਾ ਐਫੀਸ਼ੀਐਂਟ ਹੈ ਕਿ ਆਪਣਾ ਪ੍ਰੋਟੀਨ ਬਚਾ ਲੈਂਦਾ। ਉਹ ਜਿਹੜੀ ਅੰਦਰ ਜੋ ਕੁਝ ਮਰਦੇ ਆ ਨਾ ਸੈੱਲ, ਉਹਦਾ ਸਾਰਾ ਜਿਹੜਾ ਰॉ ਮਟੀਰੀਅਲ ਹੁੰਦਾ ਸਾਰਾ ਅੰਦਰ ਸੇਵ ਕਰ ਲੈਂਦਾ।
ਇਸ ਕਰਕੇ ਜਿਹੜਾ ਹਾਈ ਪ੍ਰੋਟੀਨ ਡਾਈਟ ਦਾ ਫੰਡਾ ਹੈ ਇਹ ਬੇਸਿਕਲੀ ਗਲਤ ਹੈ। ਹਾਈ ਪ੍ਰੋਟੀਨ ਡਾਈਟ ਵੈਸੇ ਹੀ ਨਹੀਂ ਖਾਣੀ ਚਾਹੀਦੀ। ਪੂਰੇ ਦਾ ਪੂਰਾ ਜੀਵਨ ਪ੍ਰੋਟੀਨ ਦਾ ਬਣਿਆ ਹੋਇਆ ਹੈ। ਬੈਕਟੀਰੀਆ ਤੋਂ ਲੈ ਕੇ ਮਨੁੱਖ ਦੇ ਸਰੀਰ ਤੱਕ ਬਣੇ ਹੀ ਪ੍ਰੋਟੀਨ ਦੇ ਹੋਏ ਆ। ਇਹਦਾ ਮਤਲਬ ਇਹ ਨਹੀਂ ਵੀ ਆਪਾਂ ਹਾਈ ਪ੍ਰੋਟੀਨ ਡਾਈਟ ਨਹੀਂ ਖਾ ਲਏ ਤਾਂ ਪ੍ਰੋਟੀਨ ਨਹੀਂ ਮਿਲ ਰਿਹਾ ਸਾਨੂੰ, ਇਦਾਂ ਨਹੀਂ ਹੁੰਦਾ। ਹਰ ਚੀਜ਼ 'ਚ ਪ੍ਰੋਟੀਨ ਹੈ। ਅਸੀਂ ਸਬਜ਼ੀ ਵੀ ਖਾਵਾਂਗੇ, ਪਾਲਕ ਵੀ ਖਾਵਾਂਗੇ, ਘੀਆ ਖਾਵਾਂਗੇ, ਜੋ ਵੀ ਖਾਵਾਂਗੇ, ਅਸੀਂ ਖੀਰਾ ਖਾਵਾਂਗੇ, ਹਰ ਚੀਜ਼ ਪ੍ਰੋਟੀਨ, ਕਿਉਂਕਿ ਬਣਦਾ ਹੀ ਜੀਵਨ ਪ੍ਰੋਟੀਨ ਦਾ ਹੀ ਬਣਦਾ। ਪ੍ਰੋਟੀਨ ਹਰ ਚੀਜ਼ 'ਚ ਹੈ। ਮਿਲਟਸ 'ਚ ਪ੍ਰੋਟੀਨ ਹੈਗਾ। ਤੁਸੀਂ ਬਾਕੀ ਦਾਲਾਂ ਆਪਾਂ ਖਾਂਦੇ ਹਾਂ ਤਾਂ ਦਾਲਾਂ ਵੀ ਘੱਟ ਖਾਣੀਆਂ ਚਾਹੀਦੀਆਂ ਨੇ, ਦਾਲਾਂ ਵੀ ਬਹੁਤ ਜ਼ਿਆਦਾ ਖਾਣ ਦੀ ਲੋੜ ਨਹੀਂ ਹੁੰਦੀ। ਤੇ ਜਿਹੜੇ ਨਾਨ ਵੈਜ ਫੂਡ ਨੇ ਤਾਂ ਖਾਣ ਦੀ ਬਿਲਕੁਲ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ ਮੂੰਹ ਦਾ ਟੇਸਟ ਹੈ, ਜ਼ਬਾਨ ਦਾ ਟੇਸਟ ਹੈ। ਅਦਰਵਾਈਜ਼ ਇਹਦੀ ਜ਼ਰੂਰਤ ਨਹੀਂ ਹੈ ਮਨੁੱਖ ਨੂੰ। ਕੋਈ ਅੱਜ ਦੇ ਮਨੁੱਖ ਨੂੰ ਹਾਈ ਪ੍ਰੋਟੀਨ ਡਾਈਟ ਦੀ ਜ਼ਰੂਰਤ ਨਹੀਂ ਹੈ। ਇਸ ਕਰਕੇ ਹਾਈ ਪ੍ਰੋਟੀਨ ਡਾਈਟ ਦਾ ਫੰਡਾ ਜਿਹੜਾ ਇਹ ਗਲਤ ਹੈ, ਝੂਠ ਹੈ। ਹਾਈ ਪ੍ਰੋਟੀਨ ਡਾਈਟ ਨਹੀਂ ਖਾਣੀ। ਹਾਈ ਪ੍ਰੋਟੀਨ ਡਾਈਟ ਦਾ ਨੈਟ ਰਿਜ਼ਲਟ ਹੋ ਰਿਹਾ ਕਿ ਸਾਡੀਆਂ ਗੁਰਦੇ ਖਰਾਬ ਹੋ ਰਹੇ ਆ, ਯੂਰਿਕ ਐਸਿਡ ਵੱਧ ਰਿਹਾ ਹੈ। ਤੁਸੀਂ ਦੇਖੋ 4 ਸਵੇਰੇ ਜਣੇ ਖਣੇ ਦਾ ਯੂਰਿਕ ਐਸਿਡ ਵਧਿਆ ਪਿਆ, ਕਿਉਂਕਿ ਅਸੀਂ ਬਿਨਾਂ ਮਤਲਬ ਦਾ ਦੁੱਧ ਪੀ ਜਾ ਰਹੇ ਹਾਂ ਫਾਲਤੂ ਹੀ। ਤੇ ਅਦਰ ਚਲੋ ਗੁਰਦੇ ਵੀ ਥੋੜੇ ਜਿਹੜੇ ਲੋਕਾਂ ਦੇ ਕੰਪਰੋਮਾਈਜ਼ ਹੋ ਰਹੇ ਆ, ਕਿਉਂਕਿ ਜ਼ਹਿਰ ਬਹੁਤ ਨੇ ਆਲੇ ਦੁਆਲੇ। ਕਿਉਂਕਿ ਯੂਰਿਕ ਐਸਿਡ ਵਧਣ ਦੇ 2 ਹੀ ਕਾਰਨ ਹੋ ਸਕਦੇ ਆ। ਜਾਂ ਤਾਂ ਤੁਸੀਂ ਉਹ ਖਾਣੇ ਖਾ ਰਹੇ ਆ ਜਿਹਦੇ ਅੰਦਰ ਯੂਰਿਕ ਐਸਿਡ ਪ੍ਰੋਟੀਨ ਬਹੁਤ ਜ਼ਿਆਦਾ ਨੇ, ਜਾਂ ਗੁਰਦੇ ਤੁਹਾਡੇ ਠੀਕ ਕੰਮ ਨਹੀਂ ਕਰ ਰਹੇ ਤੇ ਉਹ ਬਾਹਰ ਨਹੀਂ ਕੱਢ ਰਹੇ। ਤਾਂ ਦੋਨੋਂ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਫੂਡ ਨਾਲ ਜੁੜੀਆਂ ਹੋਈਆਂ ਨੇ। ਤਾਂ ਉਹ 'ਚ ਹਾਈ ਪ੍ਰੋਟੀਨ ਡਾਈਟ ਮਾਈਨਸ ਕਰਨੀ ਚਾਹੀਦੀ ਹੈ। ਹਾਈ ਪ੍ਰੋਟੀਨ ਡਾਈਟ ਖਾਣ ਦੀ ਲੋੜ ਨਹੀਂ ਹੈ। ਦਾਲਾਂ ਘੱਟ ਖਾਓ, ਬੰਦ ਕਰਨ ਦੀ ਲੋੜ ਨਹੀਂ। ਦਾਲਾਂ ਖਾਓ ਲੇਕਿਨ ਘੱਟ ਖਾਓ, ਸਬਜ਼ੀਆਂ ਜ਼ਿਆਦਾ ਖਾਓ। ਤੇ ਜਿਹੜਾ ਬੱਚਿਆਂ ਨੂੰ ਛੱਡ ਦਿਓ, ਬੱਚਿਆਂ ਨੂੰ ਥੋੜਾ ਜਿਹਾ ਪ੍ਰੋਟੀਨ ਵੱਧ ਚਾਹੀਦਾ ਹੁੰਦਾ। ਬੱਚਿਆਂ ਨੂੰ ਆਪਾਂ ਦਹੀਂ ਦੇ ਸਕਦੇ ਹਾਂ, ਲੱਸੀ ਦੇ ਸਕਦੇ ਹਾਂ, ਦਾਲਾਂ ਦੇ ਸਕਦੇ ਹਾਂ। ਜਿਹੜੀ ਪ੍ਰੈਗਨੈਂਟ ਔਰਤ ਹੈ, ਮਾਂ ਬਣਨ ਵਾਲੀ ਸਾਡੀ ਭੈਣ ਹੈ, ਉਹਨੂੰ ਦੇ ਸਕਦੇ ਹਾਂ। ਜਾਂ ਮਾਂ ਦੁੱਧ ਪਿਲਾ ਰਹੀ ਬੱਚੇ ਨੂੰ, ਉਹਨੂੰ ਦੇ ਸਕਦੇ ਹਾਂ ਥੋੜਾ ਜ਼ਿਆਦਾ। ਤਾਂ ਉਹ ਸਰੀਰ ਆਪਣੇ ਆਪ ਮੰਗ ਲੈਂਦਾ, ਉਹਦੇ ਸਵਾਦ ਉਹਦਾ ਹੀ ਬਣ ਜਾਂਦੇ, ਟੇਸਟ ਉਹਨੂੰ ਖਾਣ ਨੂੰ ਜੀ ਕਰਦਾ ਉਹਨਾਂ ਦੇ। ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਬੰਦੇ ਆ ਉਹਨਾਂ ਨੂੰ ਹਾਈ ਪ੍ਰੋਟੀਨ ਡਾਈਟ ਦੀ ਲੋੜ ਨਹੀਂ ਹੁੰਦੀ। ਔਰ ਐਨੀਮਲ ਫੂਡ ਜਿਹੜੇ ਨੇ ਬਾਈ ਐਂਡ ਲਾਰਜ ਜਿਹੜੇ ਨੇ ਉਹ ਅੱਜ ਦੇ ਯੁੱਗ ਦੇ ਮਨੁੱਖ ਨੂੰ ਬਿਲਕੁਲ ਹੀ ਸੂਟ ਨਹੀਂ ਕਰ ਰਹੇ। ਔਰ ਮਿਲਕ ਖਾਸ ਕਰਕੇ ਜਿਹੜਾ ਉਹ ਸੂਟ ਨਹੀਂ ਕਰ ਰਿਹਾ। ਇਸ ਕਰਕੇ ਅਗਰ ਇਹਨਾਂ ਤੋਂ ਆਪਾਂ ਬਚਾਂਗੇ ਤਾਂ ਇਹ ਕਾਫੀ ਸਮੱਸਿਆਵਾਂ ਆਪਣੀ ਜਿਹੜੀਆਂ ਨੇ ਠੀਕ ਹੋ ਜਾਣਗੀਆਂ। ਪਲਾਂਟ ਬੇਸਡ ਫੂਡ, ਰॉ ਫੂਡ ਔਰ ਮਿਲਟਸ, ਇਹ ਵੰਡਰਫੁਲ ਡਾਈਟ ਨੇ। ਇਹਦੇ 'ਚ ਕੋਈ ਬਿਮਾਰੀ ਲੱਗਦੀ ਨਹੀਂ ਹੈ, ਜੇ ਲੱਗੀ ਹੋਈ ਹੈ ਤਾਂ ਠੀਕ ਹੋ ਜਾਂਦੀ ਹੈ। ਇਸ ਕਰਕੇ ਆਪਾਂ ਇਹ ਸੁਨੇਹਾ ਤਾਂ ਘਰ ਪਹੁੰਚਾਈਏ ਕਿ ਆਪਾਂ ਇੱਕ ਪੰਜਾਬ ਨੂੰ ਬਿਮਾਰੀਆਂ ਦਾ ਜਿਹੜਾ ਖਲਜਗਨ ਹੈ ਉਹਦੇ 'ਚ ਫਸ ਗਿਆ ਪੰਜਾਬ। ਪੂਰੀ ਦੁਨੀਆ ਫਸੀ ਹੋਈ ਹੈ, ਆਪਾਂ ਪੰਜਾਬ ਇਕੱਲਾ ਨਹੀਂ ਹੈ, ਪੂਰੀ ਦੁਨੀਆ ਫਸ ਰਹੀ ਹੈ, ਪੂਰਾ ਦੇਸ਼ ਫਸ ਰਿਹਾ। ਪੰਜਾਬ ਦੀ ਆਪਾਂ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਆਪਾਂ ਨੂੰ ਪੰਜਾਬ ਦਾ ਪਤਾ ਹੈ, ਜਾਂ ਆਪਾਂ ਪੰਜਾਬ 'ਚ ਆਪਣਾ ਜ਼ਿਆਦਾ ਸੁਣਨ ਵਾਲੇ ਵੀ ਤੇ ਦੋਸਤ ਵੀ ਪੰਜਾਬ 'ਚ ਨੇ। ਤਾਂ ਇਸ ਕਰਕੇ ਪੰਜਾਬੀ ਜਿਹੜਾ ਜ਼ਿਆਦਾ ਹੀ ਬਿਮਾਰੀਆਂ 'ਚ ਘਿਰ ਗਏ ਆ। ਉਹ ਜਿਹੜੀ ਬਿਮਾਰੀਆਂ ਦੇ ਜਿਹੜਾ ਖਲਜਗਨ 'ਚੋਂ ਨਿਕਲਣ ਵਾਸਤੇ ਆਪਣੀ ਡਾਈਟ ਜਿਹੜੀ ਹੈ ਉਹ ਠੀਕ ਕਰਨੀ ਬਹੁਤ ਜ਼ਰੂਰੀ ਹੈ। ਡਾਈਟ ਦੀ ਗੱਲ ਆਪਾਂ ਇਸ ਕਰਕੇ ਵੀ ਕਰਦੇ ਹਾਂ ਕਿ ਕੋਈ ਡਾਈਟ ਆਪਾਂ ਬਦਲ ਸਕਦੇ ਹਾਂ। ਔਰ ਜੋ ਅੱਜ ਦੇ ਹਾਲਾਤਾਂ 'ਚ ਵੀ ਜਿੰਨੀਆਂ ਸਾਡੀਆਂ ਬੰਦਿਸ਼ਾਂ ਨੇ, ਫੂਡ ਦੇ ਅੰਦਰ ਕੈਮੀਕਲ ਹੈ, ਪੈਸਟੀਸਾਈਡ ਹੈ, ਉਹ ਸਾਰੀਆਂ ਬੰਦਿਸ਼ਾਂ ਦੇ ਬਾਵਜੂਦ ਵੀ ਅਸੀਂ ਅਗਰ ਡਾਈਟ ਠੀਕ ਕਰ ਲਈਏ ਤਾਂ ਸਾਡਾ 70-80% ਕੰਮ ਹੋ ਜਾਂਦਾ। ਬਾਕੀ 20-25% ਕੰਮ ਜਿਹੜਾ ਉਹ ਬਾਕੀ ਹਵਾ ਸ਼ੁੱਧ ਕਰਨੀ ਹੈ, ਪਾਣੀ ਸ਼ੁੱਧ ਕਰਨਾ ਹੈ, ਆਰਗੈਨਿਕ ਫਾਰਮਿੰਗ ਕਰਨੀ ਹੈ, ਸਾਰਾ ਕੁਝ ਉਹ ਵੀ ਨਾਲ ਲੜਾਈ ਚੱਲਣ ਲੱਗ ਗਈ ਆਪਾਂ। ਲੇਕਿਨ ਉਹ ਲੜਾਈਆਂ ਵੱਡੀਆਂ ਨੇ, ਉਹ ਲੜਾਈਆਂ ਵੀ ਲੜਨੀਆਂ ਨੇ। ਲੇਕਿਨ ਫੂਡ ਫॉर ਆਪਾਂ ਜਿਹਨੂੰ ਕਹਿੰਦੇ ਭੋਜਨ ਠੀਕ ਕਰੀਏ, ਭੋਜਨ ਠੀਕ ਤੇ ਪੂਰਾ ਤਿਲ ਲਾ ਦਈਏ, ਆਪਣਾ ਪੂਰਾ ਪ੍ਰਚਾਰ ਕਰ ਦਈਏ, ਪੂਰੀ ਸੁਨੇਹਾ ਦੇ ਦਈਏ ਕਿ ਭੋਜਨ ਠੀਕ ਕਰ ਲਓ, ਬਿਮਾਰੀ ਨਹੀਂ ਰਹਿਣਗੀਆਂ। ਇਸ ਕਰਕੇ ਆਪਾਂ ਇਸ ਭੋਜਨ ਦੀ ਜਿਹੜੀ ਆਪਾਂ ਮੁਹਿੰਮ ਚਲਾਈ ਹੋਈ ਹੈ, ਇਹਦਾ ਸੁਨੇਹਾ ਘਰ ਦਈਏ ਤੇ ਜਿਹੜੇ ਬਿਮਾਰ ਕਰਨ ਵਾਲੇ ਭੋਜਨ ਮਾਈਨਸ ਕਰੀਏ। ਕਿਉਂਕਿ ਜਿਹੜੀ ਇੰਡਸਟਰੀ ਹੈ ਸਾਰੀ ਜਿਹੜੀ ਹੈ, ਜਿੱਥੇ ਸਾਡੀ ਖੇਤੀ 'ਚ ਪੈਦਾ ਕਰਨ 'ਚ ਤੰਗ ਆ ਰਹੀ ਹੈ, ਸਾਡਾ ਭੋਜਨ ਪੈਦਾ ਕਰਨ 'ਚ ਖਰਾਬ ਕਰ ਰਹੀ ਹੈ, ਉੱਥੇ ਸਟੋਰ ਕਰਨ 'ਚ ਵੀ ਖਰਾਬ ਕਰ ਰਹੀ ਹੈ, ਉੱਥੇ ਸਾਡਾ ਜਿਹੜਾ ਪ੍ਰੋਸੈਸਿੰਗ 'ਚ ਵੀ ਖਰਾਬ ਕਰ ਰਹੀ ਹੈ, ਉੱਥੇ ਸਾਡੇ ਕਿਚਨ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਲਿਆਂਦੀਆਂ ਉਹਨਾਂ ਨੇ ਜਿਹੜੀਆਂ ਕਿ ਉਹਨੇ ਬਾਕੀ ਫਾਸਟ ਫੂਡ ਦਾ ਖਰਾਬ ਹੈਗੇ ਕਿਤੇ। ਤਾਂ ਇਹ ਸਾਰਾ ਵਰਤਾਰਾ ਆਪਾਂ ਬੰਦ ਕਰੀਏ। ਇਹ ਜਾਂ ਤਾਂ ਉਹਨਾਂ ਦੇ ਉਹ ਬਿਜ਼ਨਸ ਵਾਸਤੇ ਕਰ ਰਹੇ ਆ, ਅਸੀਂ ਜ਼ਬਾਨ ਦੇ ਟੇਸਟ ਵਾਸਤੇ ਖਾ ਰਹੇ ਹਾਂ। ਇਹ ਦੋਨੋਂ ਜਿਹੜੀਆਂ ਗੱਲਾਂ ਗਲਤ ਨੇ। ਨਾ ਤਾਂ ਇਕੱਲਾ ਜ਼ਬਾਨ ਦੇ ਟੇਸਟ ਵਾਸਤੇ ਖਾਣਾ ਚਾਹੀਦਾ, ਖਾਣੇ ਉੱਦਾਂ ਦੇ ਹੋਣ ਜਿਹੜੇ ਸਵਾਦ ਵੀ ਹੋਣ, ਤੇ ਖਾਣਾ ਕਹਿਣਾ ਵੀ ਉਹਨਾਂ ਨੂੰ ਜਾਇਜ਼ ਹੋਵੇ। ਜੇ ਖਾਣਾ ਤੁਸੀਂ ਖਰੀਦ ਲਿਆ ਪੈਸੇ ਖਰਚ ਕੇ ਤੇ ਮੁੜ ਕੇ ਉਹ ਬਿਮਾਰ ਕਰ ਰਿਹਾ ਤੇ ਫਿਰ ਖਾਣਾ ਥੋੜ੍ਹਾ ਕਰਨਾ ਚਾਹੀਦਾ ਉਹਨੂੰ। ਖਾਣਾ ਤਾਂ ਨਾ ਹੋਇਆ। ਖਾਣੇ ਦਾ ਮਤਲਬ ਹੈ ਉਹ ਚੀਜ਼ ਜਿਹੜੀ ਕਿ ਸਾਡੇ ਸਰੀਰ ਨੂੰ ਜਾ ਕੇ ਅੰਮ੍ਰਿਤ ਵਾਂਗੂ ਲੱਗੇ, ਉਹ ਜ਼ਹਿਰ ਨਾ ਹੋਵੇ। ਇਸ ਕਰਕੇ ਆਪਾਂ ਅੰਮ੍ਰਿਤ ਖਾਣੇ ਖਾਈਏ ਤੇ ਸਿਹਤਮੰਦ ਰਹੀਏ। ਇਹੀ ਆਪਾਂ ਸੁਨੇਹਾ ਘਰ ਪਹੁੰਚਾਈਏ। ਠੀਕ ਹੈ ਜੀ, ਧੰਨਵਾਦ ਜੀ। ਹਾਂਜੀ ਅਵਤਾਰ ਸਿੰਘ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਦਾ, ਸਾਨੂੰ ਸਾਰੀ ਜੋ ਜਾਣਕਾਰੀ ਦਿੱਤੀ ਉਹਦੇ ਲਈ। ਤੇ ਹੋਰ ਤਾਂ ਕੋਈ ਸਵਾਲ ਨਹੀਂ ਹੈਗਾ ਨਾ ਕੁਲਦੀਪ ਸਿੰਘ? ਹਾਂਜੀ, ਨਹੀਂ ਜੀ। ਠੀਕ ਹੈ ਜੀ। ਹਾਂਜੀ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੁੜਨ ਲਈ। ਤੇ ਬਾਕੀਆਂ ਨੂੰ ਵੀ ਆਪਾਂ ਆਂਢੀ ਗੁਆਂਢੀਆਂ ਨੂੰ ਸਾਰਾ ਇਹਦੇ ਨਾਲ ਜੋੜੀਏ ਆਪਾਂ। ਤੇ ਜੋ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਵੀਡੀਓ ਰੋਜ਼ ਦੀ ਰੋਜ਼ ਮਿਲ ਸਕੇ। ਤੇ ਕੱਲ ਨੂੰ ਆਪਾਂ ਫਿਰ ਜੁੜਦੇ ਹਾਂ
ਇੱਕ ਨਵੇਂ ਟੌਪਿਕ ਦੇ ਨਾਲ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।